Dr. Raj Bhai, आज मैं तुम कहूँ कि इज़ वेरी मच लाइव इन द स्टूडियो टुडे। मैं तो लाइव इन द सेंस कि ਅੱਜ ਪਹੁੰਚੇ ਹੋਏ ਨੇ 2-3 ਵੀਕ ਨਹੀਂ ਆ ਪਾਈ ਸੀਗੇ ਕੋਈ ਪਰਸਨਲ ਕਮਿਟਮੈਂਟ। ਅਸੀਂ ਤਾਂ ਹਮੇਸ਼ਾ ਪ੍ਰੇ ਕਰਾਂਗੇ ਕਿ ਅੱਗੇ ਤੋਂ ਬੜੀ ਲੋੜ ਹੈ, ਹਰ ਦੁਨੀਆ ਦੇ ਵਿੱਚ ਬੜੀ ਡਿਮਾਂਡ ਹੈ ਡਾਕਟਰ ਦੀ ਤੇ ਬੜੇ ਮਿਸ ਕਰਦੇ ਸੀ। ਅੱਜ ਤੁਸੀਂ ਕਾਲ ਕਰਕੇ ਡਾਕਟਰ ਨਾਲ ਜੋ ਵੀ ਸਵਾਲ ਜਵਾਬ ਕਰਨਾ ਤੁਸੀਂ ਕਰ ਸਕਦੇ ਹੋ 0121551001 ਕਿਉਂਕਿ ਟਾਈਮ 'ਚ ਇੰਨੀ ਬੰਦਸ਼ ਹੁੰਦੀ ਹੈ, ਬੜੀ ਫਟਾਫਟ ਘੰਟਾ ਨਿਕਲ ਜਾਂਦਾ। ਮੈਂ ਨਹੀਂ ਬੋਲਣਾ ਬਹੁਤਾ, ਮੈਂ ਹੁਣ ਬੰਦ ਕਰਕੇ ਡਾਕਟਰ ਜੀ ਦਾ ਸਵਾਗਤ ਕਰਕੇ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਤਾਂ ਜਿੱਦਾਂ ਕਿ ਤੁਹਾਡੀ ਤਾਂ ਹਮੇਸ਼ਾ ਜ਼ਿੰਦਗੀ ਦੀ ਦੁਆ ਕਰਦੇ ਹਾਂ ਕਿ ਲੰਮੀ ਉਮਰ ਦੇਵੇ ਰੱਬ, ਤਾਂ ਕਿ ਅੱਜ ਤੁਸੀਂ ਲਾਈਵ ਬੈਠੇ ਹੋ ਸਟੂਡੀਓ ਦੇ ਵਿੱਚ ਬੜਾ ਅੱਛਾ ਲੱਗਦਾ ਹੈ। ਤੁਹਾਨੂੰ ਮੇਰੇ ਚਿਹਰੇ ਤੋਂ ਵੀ ਪਤਾ ਲੱਗ ਜਾਂਦਾ ਜਦੋਂ ਤੁਸੀਂ ਬੈਠੇ ਹੋ, ਤੁਹਾਡੇ ਕੋਲ ਡਾਕਟਰ ਹੋਵੇ ਨਾ, ਬੰਦੇ ਨੂੰ ਕੌਨਫੀਡੈਂਸ ਹੋ ਜਾਂਦਾ ਕਿ ਚਲੋ ਕੁਝ ਹੋਏ ਤੇ ਬਚਾ ਲੈਣਗੇ। ਕੋਈ ਕੁਝ ਨਹੀਂ ਹੋਣ ਲੱਗਾ ਭਾਜੀ, ਪੋਜ਼ਿਟਿਵ ਰਹਿਣਾ ਪੈਂਦਾ ਹਰ ਵੇਲੇ। ਤੇ ਪਹਿਲਾਂ ਮੈਂ ਦਰਸ਼ਕਾਂ ਨੂੰ ਫਤਿਹ ਬੁਲਾਉਣਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ। ਤੇ ਇੱਕ ਥੋੜ੍ਹੀ ਜਿਹੀ ਗੱਲ ਹੈਗੀ ਆ ਪਈ, ਮੈਂ ਮਾਫੀ ਵੀ ਮੰਗ ਲੈਣਾ ਕਿਉਂਕਿ ਮੈਂ ਥੋੜ੍ਹਾ ਜਿਹਾ ਬਹੁਤ ਬਿਜ਼ੀ ਰਿਹਾ ਕੁਛ ਹਫ਼ਤੇ, ਤੇ ਨਾ ਸਟੂਡੀਓ ਵਿੱਚ ਆ ਸਕਿਆ ਤੇ ਨਾ ਹੀ ਬਾਹਲੇ ਕਾਲ ਲੈ ਸਕਿਆ। ਬਿਲਕੁਲ, ਤੁਹਾਡੀ ਸਟਾਫ ਦੀ ਥੋੜੀ ਪ੍ਰੋਬਲਮ ਵੀ ਸੀ, ਥੋੜੀ ਸਟਾਫਿੰਗ ਪ੍ਰੋਬਲਮ ਹੋਈ ਸੀ ਕੰਮ ਤੇ, ਤੇ ਉਹ ਹੁਣ ਕਵਰ ਹੋ ਗਈ ਆ। ਤੇ ਐਦਾਂ ਪੇ ਕਾਲ ਬਹੁਤ ਹੀ ਜ਼ਿਆਦਾ ਆਉਂਦੇ ਆ ਦਰਸ਼ਕਾਂ ਦੇ, ਤੇ ਸਾਰੇ ਕਾਲ ਅਸੀਂ ਲੈ ਨਹੀਂ ਸਕਦੇ। ਪਰ ਡਾਕਟਰ ਜੀ ਇੱਥੋਂ ਪਤਾ ਲੱਗਦਾ ਕਿ ਦੁਨੀਆ ਕਿੰਨੀ ਬਿਮਾਰ ਹੈ ਵੈਸੇ। ਹਾਂ, ਬਹੁਤ ਹੀ ਜ਼ਿਆਦਾ ਦੁਖੀ ਹੈ ਦੁਨੀਆ। ਹਾਂਜੀ, ਦੈਟਸ ਰਾਈਟ। ਬਹੁਤ ਹੀ ਤਰ੍ਹਾਂ ਦੀਆਂ ਬਿਮਾਰੀਆਂ ਆ ਤੇ ਬਹੁਤ ਲੋਕੀ ਪ੍ਰੋਬਲਮਾਂ 'ਚ ਪਏ ਆ। ਤੇ ਸੋ ਇਹ ਗੱਲ ਹੈਗੀ ਵੀ ਕਾਲ ਬਹੁਤ ਜ਼ਿਆਦਾ ਆਉਂਦੇ ਆ ਤੇ ਸਾਰੇ ਕਾਲ ਸੱਤੇ ਲੈ ਨਹੀਂ ਹੁੰਦੇ ਹੈਗੇ। ਤੇ ਇੱਕ ਗੱਲ ਹੋ ਰਿਹਾ ਕਿ ਮੈਂ ਬੇਨਤੀ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਵੀ ਕਈ ਵਾਰੀ ਬਜ਼ੁਰਗ ਫੋਨ ਕਰਦੇ ਆ ਤੇ ਉਹ ਕਹਿੰਦੇ ਵੀ ਅਸੀਂ ਆਪਣੇ ਬੇਟੇ ਲਈ ਜਾਂ ਬੇਟੀ ਲਈ ਸਲਾਹ ਲੈਣੀ ਆ, ਤੇ ਹੁੰਦੇ ਉਹ ਐਡਲਟਸ ਉਹ ਵੀ ਹੋਇਓ। ਤੇ ਪਹਿਲਾਂ ਫਿਰ 10-15 ਮਿੰਟ ਤਾਂ ਉਹਨਾਂ ਨਾਲ ਗੱਲ ਹੁੰਦੀ ਆ, ਉਹ ਸਮਝਾਉਂਦੇ ਆ ਵੀ ਕੀ ਉਹਨਾਂ ਨੂੰ ਪ੍ਰੋਬਲਮ ਆ ਕਿੱਦਾਂ ਆ, ਤੇ ਫਿਰ ਕਹਿੰਦੇ ਚਲੋ ਉਹਨਾਂ ਨਾਲ ਗੱਲ ਕਰੋ, ਹੁਣ ਬੇਟੇ ਨਾਲ ਟਾਈਮ ਵੇਸਟ ਹੋ ਗਿਆ ਨਾ। ਹਾਂਜੀ, ਉਹ 10-15 ਮਿੰਟ ਚਲੇ ਗਏ ਨਾ, ਤੇ ਫਿਰ ਉਹ ਬੇਟੀ ਨਾਲ ਗੱਲ ਹੁੰਦੀ ਆ, 10-15 ਮਿੰਟ ਉੱਥੇ ਲੱਗ ਜਾਂਦੇ ਆ, ਤੇ ਬਾਅਦ 'ਚ ਉਹ ਬੇਟੀ ਕਹਿੰਦੇ ਨਹੀਂ ਜੀ ਅਸੀਂ ਦਵਾਈ ਲੈਣੀ ਨਹੀਂ ਹੈਗੀ। ਹਾਂਜੀ, ਸੋ ਅੱਧਾ ਘੰਟਾ ਵੇਸਟ ਹੋ ਜਾਂਦਾ ਨਾ, ਚਲੇ ਜਾਂਦਾ। ਤੇ ਉਧਰੋਂ ਲੋਕਾਂ ਦੇ ਕਾਲ ਹੋਰ ਬਹੁਤ ਆਏ ਹੁੰਦੇ ਆ, ਤੇ ਇਸ ਕਰਕੇ ਫਿਰ ਉਹ ਕਾਲ ਸਾਰੇ ਲੈ ਨਹੀਂ ਹੁੰਦੇ। ਚਲੋ ਜਿਹੜੀ ਵਾਟਐਵਰ ਰੀਜ਼ਨ ਤੁਸੀਂ ਗੱਲਬਾਤ ਕਰਕੇ ਤੁਸੀਂ ਡਿਸਾਈਡ ਕਰ ਰਹੇ ਹੋ ਕਿ ਤੁਸੀਂ ਦਵਾਈ ਨਹੀਂ ਲੈਣੀ, ਇੱਕ ਚੀਜ਼ ਹੈਗੀ ਹੈ, ਕੁਝ ਵੀ ਹੋਵੇ ਨਾ, ਪੈਸੇ ਤੇ ਜ਼ਿੰਦਗੀ ਨੂੰ ਤੁਸੀਂ ਬੈਲੈਂਸ ਨਹੀਂ ਕਰ ਸਕਦੇ। ਡਾਕਟਰ ਜੀ ਜ਼ਿੰਦਗੀ ਦੀ ਕੋਈ ਕੀਮਤ ਹੈ, ਤੁਹਾਨੂੰ ਪਤਾ ਨਾ, ਤੁਸੀਂ ਉੱਤੇ ਪ੍ਰਾਈਸ ਨਹੀਂ ਲਗਾ ਸਕਦੇ। ਹੈਲਥ ਇਜ਼ ਵੈਲਥ। ਹਾਂਜੀ, ਬਿਲਕੁਲ, ਐਬਸੋਲੂਟਲੀ। ਹਾਂਜੀ, ਤੇ ਉਹ ਗੱਲ ਹੈਗੀ ਵੀ ਇੱਕ ਤਾਂ ਬੱਚੇ ਉਹ ਵਾਲੇ ਸਮਝਦੇ ਨਹੀਂ ਹੈਗੇ ਵੀ ਜਿਹੜੀਆਂ ਨੈਚੁਰਲ ਦਵਾਈਆਂ ਕਿੱਦਾਂ ਕੰਮ ਕਰਦੀਆਂ ਹੈ ਨਾ, ਤੇ ਐਨਰਜੀ ਮੈਡੀਸਨ ਹੈਗੀ ਆ ਹੋਮਿਓਪੈਥਿਕ ਦਵਾਈ ਜਿਹੜੀ, ਤੇ ਉਹਨਾਂ ਦੀ ਉਹ ਸਮਝ ਤੋਂ ਬਾਹਰ ਆ। ਤੇ ਉਹ ਬਿਲੀਵ ਕਰਦੇ ਪਏ ਜਿਹੜੀਆਂ ਕੈਮੀਕਲ ਦਵਾਈਆਂ ਹੈਗੀਆਂ, ਐਲੋਪੈਥਿਕ ਸਿਸਟਮ ਜਾਂ ਵੈਸਟਰਨ ਸਿਸਟਮ, ਉਹ 'ਚ ਜ਼ਿਆਦਾ ਉਹਨਾਂ ਦਾ ਯਕੀਨ ਹੈਗਾ। ਤੇ ਉਹ ਫਿਰ ਜੇ ਉਹ ਨਹੀਂ ਉਸ ਪਾਸੇ ਨੂੰ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਫੋਰਸ ਵੀ ਨਹੀਂ ਕਰਨਾ ਚਾਹੀਦਾ। ਪਰ ਇੱਕ ਨਾ ਜਿਹੜੇ ਯੰਗਸਟਰ ਤਾਂ ਟੋਟਲੀ ਜਿੱਦਾਂ ਤੁਸੀਂ ਕਹਿੰਦੇ ਨੇ ਹੋਮਿਓਪੈਥੀ ਦੇ ਅਗੇਂਸਟ ਹੈਗੇ ਨੇ, ਲੈਕ ਆਫ ਨੌਲੇਜ ਹੋ ਸਕਦੀ, ਕੁਝ ਵੀ ਹੋ ਸਕਦਾ, ਬੜੀ ਨੈਗੇਟਿਵ ਉਹਨਾਂ ਦੀ ਥਾਟ ਹੈਗੀ ਇਹਦੇ ਬਾਰੇ। ਅਗਰ ਜੇ ਪੇਰੈਂਟਸ ਵੀ ਚਾਹੁੰਦੇ ਨੇ, ਕਈ ਪੇਰੈਂਟਸ ਮੈਨੂੰ ਪਤਾ ਡਾਕਟਰ ਜੀ ਤੁਹਾਨੂੰ ਪਤਾ ਉਹ ਚੁੱਪ ਛੁਪਾ ਕੇ ਤੁਹਾਡੇ ਕੋਲ ਆਉਂਦੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਨਾ ਪਤਾ ਲੱਗੇ। ਦੈਟਸ ਰਾਈਟ। ਕਈ ਇੱਦਾਂ ਹੈਗੇ ਕਿਉਂਕਿ ਬੱਚੇ ਕਹਿੰਦੇ ਨਹੀਂ ਸਾਨੂੰ ਜ਼ਿਆਦਾ ਪਤਾ ਆ, ਜਿੱਦਾਂ ਅਸੀਂ ਕਹਿੰਦੇ ਤੁਹਾਨੂੰ ਉੱਦਾਂ ਹੀ ਕਰਨਾ ਪੈਣਾ। ਤੇ ਹੁਣ ਜਿਹੜੇ ਸਿਆਣੇ ਉਹਨਾਂ ਨੂੰ ਪਤਾ ਹੈ ਵੀ ਨੈਚੁਰਲ ਦਵਾਈਆਂ ਕੰਮ ਕਰਦੀਆਂ ਆ। ਉਹ ਇੰਡੀਆ 'ਚ ਪਹਿਲਾਂ ਨੈਚੁਰਲ ਉੱਥੇ ਬੂਟੀਆਂ ਜੜੀਆਂ ਦੀਆਂ ਦਵਾਈਆਂ ਵਰਤਦੇ ਹੁੰਦੇ ਸੀ ਤੇ ਉਹਨਾਂ ਨਾਲ ਠੀਕ ਹੋ ਜਾਂਦੇ ਸੀ ਫਟਾਫਟ। ਪਰ ਡਾਕਟਰ ਜੀ ਵੱਡੀ ਗੱਲ ਹੈ, ਇਲਾਜ ਹੋਵੇ ਨਾ ਹੋਵੇ ਲੇਕਿਨ ਕੋਈ ਉਹਦਾ ਸਾਈਡ ਇਫੈਕਟ ਨਹੀਂ, ਕੋਈ ਡਰ ਨਹੀਂ ਹੈਗਾ। ਦੈਟਸ ਰਾਈਟ। ਹੋਮਿਓਪੈਥੀ ਤਾਂ ਦਵਾਈ ਤਾਂ ਬਹੁਤ ਹੀ ਸੇਫ ਹੈ, ਕੈਮੀਕਲ ਨਹੀਂ ਉਹਦੇ 'ਚ ਹੈ, ਕੁਝ ਨਹੀਂ ਹੈ, ਇੰਨੀ ਡਾਇਲੂਟ ਕੀਤੀ ਹੁੰਦੀ ਮੈਡੀਸਨ, ਕਦੇ ਇਹਦੇ ਸਾਈਡ ਇਫੈਕਟ ਹੋ ਹੀ ਨਹੀਂ ਸਕਦੇ। ਹਾਂਜੀ, ਤੇ ਸੋ ਇਹ ਬੇਨਤੀ ਹੈਗੀ ਆ ਵੀ ਤੁਸੀਂ ਜੇ ਬੇਟੇ ਲਈ ਜਾਂ ਬੇਟੀ ਲਈ ਦਵਾਈ ਲੈਣੀ ਹੋਵੇ ਤਾਂ ਪਹਿਲਾਂ ਉਹਨਾਂ ਨਾਲ ਸਲਾਹ ਕਰ ਲਿਆ ਕਰੋ, ਵੀ ਡਿਸਾਈਡ ਕਰ ਲਿਆ ਕਰੋ ਵੀ ਦਵਾਈ ਨਹੀਂ ਲੈਣੀ ਚਾਹੁੰਦੇ ਆ ਜਾਂ ਕਿ ਨਹੀਂ ਲੈਣੀ ਚਾਹੁੰਦੇ। ਤੇ ਫਿਰ ਉਹ ਐਵੇਂ ਜਿਹੜਾ ਫਿਜ਼ੂਲ ਟਾਈਮ ਵੇਸਟ ਹੁੰਦਾ ਹੈ, ਉਹ ਟਾਈਮ ਅਸੀਂ ਹੋਰ ਕਿਸੇ ਨੂੰ ਵੀ ਦੇ ਸਕਦੇ ਹਾਂ। ਪਰ ਦੂਸਰੀ ਗੱਲ ਹੈ ਪੇਸ਼ੈਂਟ ਆਪ ਹੀ ਗੱਲ ਕਰੇ ਤਾਂ ਬਿਹਤਰ ਹੈ ਨਾ, ਮੱਚ ਬੈਟਰ ਹੈ ਜੇ ਉਹ ਪੇਸ਼ੈਂਟ ਆਪ ਗੱਲ ਕਰ ਲਵੇ। ਸੋ ਉਹਨਾਂ ਨੂੰ ਕਹਿ ਦਿਓ ਵੀ ਬੇਟੇ ਨੂੰ ਜਾਂ ਬੇਟੀ ਨੂੰ ਵੀ ਤੁਸੀਂ ਆਪ ਖੁਦ ਗੱਲ ਕਰ ਲਓ, ਖੁਦ ਆਪ ਫੋਨ ਕਰ ਲਓ। ਜੇ ਉਹ ਅਡਲਟ ਹੈਗੇ ਨੇ, ਜੇ ਬੱਚੇ ਨੇ, ਉਹ ਦੂਸਰੀ ਗੱਲ ਹੈ। ਦੈਟਸ ਰਾਈਟ। ਜੇ ਉਹਨਾਂ ਨੂੰ 5-10 ਮਿੰਟ ਅਸੀਂ ਦੇ ਸਕਦੇ ਹਾਂ ਸਮਝਾਉਣ ਨੂੰ ਵੀ ਕੀ ਦਵਾਈ ਆ, ਹੋਮਿਓਪੈਥਿਕ ਚੀਜ਼ ਆ, ਵੀ ਇਹ ਕਿੱਦਾਂ ਕੰਮ ਕਰਦੀ ਆ, ਵੀ ਕਿੱਦਾਂ ਉਹਨਾਂ ਦਾ ਇਲਾਜ ਹੋ ਸਕਦਾ। ਤੇ ਪਰ ਉਹਨਾਂ 'ਤੇ ਆਪਣੇ ਆਪ 'ਤੇ ਉਹਨਾਂ ਨੂੰ ਐਫਰਟ ਪਾਉਣਾ ਚਾਹੀਦਾ ਹੈ ਫੋਨ ਕਰਨ ਦਾ, ਨਾ ਵੀ ਤੁਸੀਂ ਉਹਨਾਂ ਲਈ ਕਰੋ। ਨਾਲੇ 1 ਘੰਟੇ ਦਾ ਹੁੰਦਾ ਤੁਹਾਡੇ ਕਾਲ, ਉਹਦੇ 'ਚ 15 ਮਿੰਟ ਨਿਕਲ ਜਾਂਦੇ ਉਹ ਤੇ। ਦੈਟਸ ਰਾਈਟ। ਫਿਰ ਸਾਰਿਆਂ ਦਾ ਅਸੀਂ ਕਾਲ ਨਹੀਂ ਲੈ ਸਕਦੇ। ਡਾਕਟਰ ਜੀ ਬਿਫੋਰ ਅਸੀਂ ਅੱਜ ਕੋਈ ਮੁੱਦਾ ਸ਼ੁਰੂ ਕਰੀਏ, ਭਲਾ ਕਈ ਦਫਾ ਲਾਸਟ ਮਿਨਟ ਅਸੀਂ ਡਿਸਕਸ ਕਰਦੇ ਹਾਂ ਕਿ ਕਿਹੜੇ ਮੁੱਦੇ 'ਤੇ ਗੱਲ ਕਰਨੀ ਹੈ,
ਉਦੋਂ ਪਹਿਲਾਂ ਕਈ ਦਫਾ ਮੈਨੂੰ ਬੜੇ ਲੋਕ ਰਿੰਗ ਕਰਦੇ ਨੇ ਕਿ ਤੁਸੀਂ ਪੁੱਛਿਓ ਡਾਕਟਰ ਜੀ ਜਿਹੜੇ ਪੈਰਾਂ ਦੇ ਵਿੱਚ ਉਂਗਲਾਂ ਦੇ ਵਿੱਚ ਅੰਗੂਠੇ ਦੇ ਨਾਲ ਕ੍ਰੈਕ ਆ ਜਾਂਦਾ ਹੈ, ਉਹ ਕਿਉਂ ਆਉਂਦੇ ਨੇ? ਵਾਟ ਡਸ ਕਾਫੀ ਕਾਮਨ ਹੈ ਉਹ ਚੀਜ਼। ਹਾਂਜੀ ਹਾਂਜੀ, ਕਾਫੀ ਕਾਮਨ ਚੀਜ਼ ਆ। ਤੇ ਇਹਨੂੰ ਕਾਮਨ ਨੇਮ ਇਹਦਾ ਹੈਗਾ ਐਥਲੀਟਸ ਫੁੱਟ, ਇਹਨੂੰ ਕਹਿੰਦੇ ਐਥਲੀਟਸ ਫੁੱਟ। ਹਾਂਜੀ, ਅੱਛਾ। ਤੇ ਕਿਉਂਕਿ ਕਹਿੰਦੇ ਵੀ ਜਿਹੜੇ ਸਪੋਰਟਸ ਖੇਡਦੇ ਉਹਨਾਂ ਦੇ ਜ਼ਿਆਦਾ ਹੁੰਦਾ ਹੈ। ਤੇ ਇਹ ਐਕਚੁਅਲੀ ਹੁੰਦੀ ਹੈ ਫੰਗਲ ਇਨਫੈਕਸ਼ਨ ਹੁੰਦੀ ਆ। ਅੱਛਾ ਅੱਛਾ ਤੇ ਅੱਛਾ। ਮੈਂ ਇਹਦੀ ਵਜ੍ਹਾ ਤੁਹਾਨੂੰ ਦੱਸਦਾ। ਤੇ ਇੱਕ ਮੈਂ ਐਗਜ਼ਾਮਪਲ ਦਿੰਦਾ, ਜਦੋਂ ਤੁਸੀਂ ਬਾਥਰੂਮ ਦੇਖਦੇ ਨਾ, ਸਟੀਮ ਹੋ ਜਾਂਦੀ ਬਾਥਰੂਮ 'ਚ, ਤੇ ਜਦੋਂ ਵਿੰਡੋ ਨਹੀਂ ਖੋਲਦੇ, ਵੈਂਟੀਲੇਸ਼ਨ ਨਹੀਂ ਹੁੰਦੀ, ਤੇ ਤੁਹਾਨੂੰ ਪਤਾ ਪਿਓ ਥੋੜੀ ਥੋੜੀ ਉੱਲੀ ਲੱਗ ਜਾਂਦੀ ਕਾਰਨਰਾਂ ਵਿੱਚ, ਮੋਲਡ। ਹਾਂਜੀ, ਕਾਲੀ ਕਾਲੀ ਮੋਲਡ ਲੱਗ ਜਾਂਦੀ ਆ। ਹਾਂਜੀ ਹਾਂਜੀ। ਸੋ ਇਸੇ ਤਰ੍ਹਾਂ ਜਦੋਂ ਇਹ ਸਪੋਰਟਸ ਪੀਪਲ ਜਿਹੜੇ ਹੈਗੇ ਆ, ਤੇ ਉਹ ਸਪੋਰਟਸ ਖੇਡਦੇ, ਉਹਨਾਂ ਪਸੀਨਾ ਆ ਜਾਂਦਾ ਪੈਰਾਂ ਵਿੱਚ। ਹਾਂਜੀ, ਤੇ ਜੋ ਪਸੀਨਾ ਆ ਜਾਂਦਾ ਉੱਥੇ ਫਿਰ ਉਹ ਦੋ ਆਈਟਮ ਜਮ੍ਹਾਂ ਹੋ ਜਾਂਦੇ ਆ, ਇੱਕ ਹੀਟ, ਹਾਂਜੀ, ਇੱਕ ਵੈਟਨੈਸ। ਹਾਂਜੀ, ਤੇ ਉੱਥੇ ਪਸੀਨਾ ਨਾਲ ਗਰਮ ਹੋਏ ਹੁੰਦੇ, ਉਹ ਫਿਰ ਜਿਹੜੀ ਫੰਗਸ ਹੈ ਨਾ, ਉਹ ਫੰਗਸ ਉੱਥੇ ਗਰੋ ਹੋ ਸਕਦੀ ਆ। ਰਾਈਟ, ਉਹ ਫੰਗਲ ਇਨਫੈਕਸ਼ਨ ਹੋ ਜਾਂਦਾ ਆ, ਤੇ ਉਹਦੇ ਨਾਲ ਫਿਰ ਸਕਿਨ ਜਿਹੜਾ ਕਰੈਕ ਹੋ ਜਾਂਦਾ ਹੈ, ਤੇ ਫਿਰ ਵਿੱਚ ਖਾਜ ਆਉਣੀ ਸ਼ੁਰੂ ਹੋ ਜਾਂਦੀ ਆ। ਹਾਂਜੀ, ਸੋ ਵੈਰੀ ਕਾਮਨ ਆ। ਤੇ ਸਿਰਫ ਐਥਲੀਟਸ ਨਹੀਂ, ਆਮ ਵੀ ਲੋਕਾਂ ਦੇ ਹੋ ਜਾਂਦਾ ਹੈ। ਆਮ ਵੀ ਹੋ ਜਾਂਦਾ ਹੈ, ਦੈਟਸ ਰਾਈਟ, ਕਿਉਂਕਿ ਅਸੀਂ ਸ਼ੂਜ਼ ਸਾਰਾ ਦਿਨ ਪਾ ਰੱਖਦੇ ਹਾਂ, ਤੇ ਸੋ ਪੈਰਾਂ ਨੂੰ ਪਸੀਨਾ ਆਉਂਦਾ ਰਹਿੰਦਾ ਹੈ, ਤੇ ਉਹ ਗਰਮੀ ਹੁੰਦੀ ਹੈ ਸ਼ੂ ਦੇ ਵਿੱਚ, ਤੇ ਇਹਦੇ ਨਾਲ ਫੰਗਲ ਇਨਫੈਕਸ਼ਨ ਹੋ ਜਾਂਦਾ ਹੈ। ਤੇ ਇੱਕ ਇਹਦਾ ਈਜ਼ੀ ਇਲਾਜ ਹੈਗਾ ਵੀ ਤੁਸੀਂ ਫਾਰਮਸੀ ਜਾਓ, ਉੱਥੇ ਇੱਕ ਕਰੀਮ ਮਿਲਦੀ ਕਲੋਟਰੀਮੈਜ਼ੋਲ ਕਰੀਮ, ਉਹ ਤੁਸੀਂ ਖਰੀਦ ਸਕਦੇ ਆ, ਤੇ ਉਹ 2 ਵੇਲੇ ਤੁਸੀਂ ਲਾਓ, ਤੇ ਉਹਦੇ ਨਾਲ 1-2 ਹਫ਼ਤਿਆਂ 'ਚ ਠੀਕ ਹੋ ਜਾਣਗੇ। ਤੇ ਇਹਦਾ ਪ੍ਰੋਬਲਮ ਹੈਗਾ ਵੀ ਕਿਉਂਕਿ ਤੁਸੀਂ ਸ਼ੂਜ਼ ਸਾਰਾ ਦਿਨ ਪਾ ਰੱਖਦੇ ਹੈ ਨਾ, ਜੋ ਘਰ ਆਉਣਾ ਤੁਸੀਂ ਜਰਾਬਾਂ ਲਾ ਦਿਆ ਕਰੋ। ਬਿਲਕੁਲ ਹਾਂ, ਬਿਲਕੁਲ। ਤੇ ਲੈਟ ਦੀ 에ਅਰ ਗੈਟ ਟੂ ਦ ਪਰ ਫੀਟ। ਡਾਕਟਰ ਜੀ ਕਈ ਲੋਕ ਤਾਂ ਮੈਨੂੰ ਪਤਾ ਹੈ ਵਿੰਟਰ ਮਹੀਨਿਆਂ ਦੇ ਵਿੱਚ ਸੌਕਸ ਪਾ ਕੇ ਵੀ ਸੌਂਦੇ ਨੇ, ਕਈ ਲੋਕਾਂ ਨੂੰ ਠੰਡੀ ਜ਼ਿਆਦਾ ਲੱਗਦੀ ਹੈ। ਦੈਟਸ ਰਾਈਟ, ਹਾਂਜੀ, ਕਈ ਹਮੇਸ਼ਾ ਸੌਕਸ ਘਰ ਵੀ ਪਾ ਕੇ ਰੱਖਦੇ ਆ, ਪਰ ਉਹਨਾਂ ਨੂੰ ਖੋਲ੍ਹ ਲੈਣੀ ਚਾਹੀਦੀਆਂ ਸੌਕਸ, ਤੇ ਫਿਰ ਉਹ ਹਵਾ ਲੱਗਦੀ ਰਹਿੰਦੀ ਹੈ ਤੇ ਡਰਾਈ ਰਹਿੰਦਾ ਆ। ਤੇ ਬਾਕੀ ਇੱਕ ਗੱਲ ਹੈਗੀ ਵੀ ਲੋਕੀ ਨਾਈਲੋਨ ਜਾਂ ਪੋਲੀਐਸਟਰ ਦੀਆਂ ਸੌਕਸ ਜ਼ਿਆਦਾ ਪਾਉਂਦੇ ਆ ਅੱਜ ਕੱਲ੍ਹ। ਹਾਂਜੀ, ਤੇ ਉਹਦੇ ਵਿੱਚ ਇੱਦਾਂ ਆ ਵੀ ਉਹ ਜਿਹੜੀ ਪਸੀਨਾ ਆ ਨਾ, ਉਹ ਸੋਸ ਨਹੀਂ ਹੁੰਦਾ। ਰਾਈਟ, ਉਹ ਵਿੱਚ ਹੀ ਰਹਿੰਦਾ ਪਸੀਨਾ, ਸੋ ਇਟ ਗੈਟਸ ਵੈਟ, ਤੇ ਉੱਥੇ ਫਿਰ ਇਨਫੈਕਸ਼ਨ ਈਜ਼ੀ ਹੋ ਜਾਂਦਾ ਆ। ਜੇ ਤੁਸੀਂ ਕਾਟਨ ਦੀਆਂ ਸੌਕਸ ਪਾਓ ਨਾ, ਤਾਂ ਉਹ ਕਾਟਨ ਜਿਹੜਾ ਹੈ ਉਹ ਪਸੀਨੇ ਨੂੰ ਸੋਸ ਕਰ ਲੈਂਦਾ ਹੈ, ਤੇ ਫਿਰ ਇਨਫੈਕਸ਼ਨ ਘੱਟ ਹੁੰਦਾ ਹੈ। ਹਾਂਜੀ, ਤੇ ਜਿਹਦੇ ਹੋਇਆ ਹੋਵੇ ਉਹਨੂੰ ਫਿਰ ਉਹ ਸੌਕਸ ਜਿਹੜੀਆਂ ਧੋਣੀਆਂ ਵੀ ਆ ਨਾ, ਉਹ ਹਾਈ ਟੈਂਪਰੇਚਰ 'ਤੇ ਧੋਣੀਆਂ ਚਾਹੀਦੀਆਂ। ਅੱਛਾ ਹਾਂ, ਅੱਛਾ। ਫਿਰ ਉਹ ਫੰਗਸ ਜਿਹੜੀ ਉਹ ਸੌਕਸ ਵਿੱਚੋਂ ਵੀ ਮਰ ਜਾਂਦੀ ਆ, ਨਹੀਂ ਤਾਂ ਉਹ ਰੀਇਨਫੈਕਸ਼ਨ ਹੋ ਸਕਦਾ ਜੇ ਤੁਸੀਂ। ਹਾਂਜੀ, ਯਾ ਇਹਦੇ ਨਾਲ ਹੀ ਲੱਗਦਾ, ਮੈਨੂੰ ਯਾਦ ਆ ਗਿਆ, ਪਰ ਉਹਨਾਂ ਨੇ ਨਹੀਂ ਪੁੱਛਿਆ, ਮੈਂ ਉਹਦੇ ਨਾਲ ਹੀ ਸਵਾਲ ਪੁੱਛਦਾ। ਇੱਕ ਤੇ ਤੁਸੀਂ ਦੱਸਿਆ ਫੰਗਸ ਵਗੈਰਾ ਜਿਹੜੇ ਉਂਗਲਾਂ ਦੇ ਵਿੱਚ ਗਰਮੀ ਕਰਕੇ ਹੁੰਦਾ ਹੈ, ਮੇਕ ਸੈਂਸ ਕਿ ਤੁਸੀਂ ਆਪਾਂ ਮੈਨੂੰ ਲੱਗਦਾ ਪਹਿਲਾਂ ਕਾਲ ਲੈ ਲਈਏ ਫਿਰ ਗੱਲ ਕਰ ਲੈਂਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ 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 ਜੀ, ਸਤਿ ਸ਼੍ਰੀ ਅਕਾਲ, ਆਪਣਾ ਸਵਾਗਤ ਕਰਦੇ ਹਾਂ। ਆਪਣਾ ਨਾਮ ਦੱਸਣਾ ਚਾਹੋਗੇ, ਕੌਣ ਬੋਲਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੌਸਲਾ ਤੋਂ ਬੋਲ ਭਾਜੀ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਕਰਦੇ ਹਾਂ। ਮੈਂ ਟਾਈਮ ਨਹੀਂ ਵੇਸਟ ਕਰਦਾ, ਹੁਣ ਜਦੋਂ ਤੁਸੀਂ ਗੱਲ ਕਰੋਗੇ ਸਿੱਧੀ ਡਾਕਟਰ ਜੀ ਜਵਾਬ ਦੇਣਗੇ। ਬੋਲੋ ਜੀ। ਹਾਂਜੀ ਹਾਂਜੀ, ਇੱਕ ਤਾਂ ਆਪਣੀ ਨਾ ਆਵਾਜ਼, ਤੁਹਾਡੀ ਆਵਾਜ਼ ਮੈਨੂੰ ਕਲੀਅਰ ਨਹੀਂ ਆ ਰਹੀ, ਹੋਪ ਮੇਰੀ ਆਵਾਜ਼ ਆਪ ਜੀ ਨੂੰ ਕਲੀਅਰ ਆ ਰਹੀ ਹੈ। ਬਿਲਕੁਲ ਕਲੀਅਰ ਹੈ ਭਾਜੀ, ਤੁਹਾਡੀ ਬਿਲਕੁਲ ਕਲੀਅਰ। ਹਾਂਜੀ, ਕਿਉਂਕਿ ਤੁਹਾਡੀ ਆਵਾਜ਼ 'ਚ ਮੈਨੂੰ ਤੁਹਾਡੀ ਗੱਲ ਸਮਝਣ ਥੋੜੀ ਮੁਸ਼ਕਿਲ ਆ ਮੈਂ ਰਹੀ ਮੈਂ ਹੈ। ਗੱਲ ਥੋੜਾ ਕੋਸ਼ਿਸ਼ ਹਾਂਜੀ ਪਰ ਕੋਈ ਨਹੀਂ, ਮੈਂ ਆਪਣੀ ਗੱਲ ਦੱਸ ਦੇਣਾ ਹਾਂਜੀ ਕਿ ਐਕਚੁਅਲੀ ਮੈਨੂੰ 2011 ਦੇ ਵਿੱਚ ਹਾਰਟ ਕੰਡੀਸ਼ਨ ਦੀ ਪਤਾ ਲੱਗਿਆ ਸੀਗਾ, ਤੇ ਉਦੋਂ ਫਿਰ ਡਾਕਟਰ ਨੇ 2 ਸਟੈਂਟ ਪਾਏ ਸੀ। ਹਾਂ ਤੇ 2014 ਦੇ ਵਿੱਚ ਫਿਰ ਉਹ ਇੱਕ ਸਟੈਂਟ ਪਾਣਾ ਪੈ ਗਿਆ। ਫਿਰ ਉਹ ਜਿਹੜੀ ਹੈ ਸਾਇਲੈਂਟ ਹਾਰਟ ਅਟੈਕ ਹੋਇਆ, ਉਹਦੇ ਨਾਲ ਮੇਰਾ ਹਾਰਟ ਡੈਮੇਜ ਹੋ ਗਿਆ। ਸੋ ਉਹਦੇ ਨਾਲ ਇਹ ਹੈ ਕਿ ਹੁਣ ਮੈਨੂੰ ਠੰਡ ਬਹੁਤ ਲੱਗਦੀ ਹੈ ਮੇਰੇ ਪੈਰਾਂ ਨੂੰ, ਤੇ ਰਾਤ ਨੂੰ ਜਦੋਂ ਮੈਂ ਸੌਂਦਾ ਹਾਂ ਤੇ ਮੇਰੀ ਛਾਤੀ ਨੂੰ ਤੇ ਜਿਹੜੇ ਮੋਢਿਆਂ ਦੇ ਸਾਈਡ ਜਿਹੜੇ ਆ ਸ਼ੋਲਡਰਸ ਦੇ, ਉਹ ਬਿਲਕੁਲ ਜਿਵੇਂ ਫ੍ਰੀਜ਼ ਹੋ ਜਾਂਦੇ ਨੇ, ਇਸ ਤਰ੍ਹਾਂ ਹੁੰਦਾ ਹੈ। ਤੇ ਮੈਨੂੰ ਫਿਰ ਜੇ ਇਲੈਕਟ੍ਰਿਕ ਬਲੈਂਕਟ ਜਿਹੜਾ ਲਗਾ ਕੇ ਸੌਣਾ ਪੈਂਦਾ ਹੈ, ਮਤਲਬ ਅਦਰਵਾਈਜ਼ ਆਈ ਕਾਂਟ ਸਲੀਪ। ਤੇ ਜੇ ਮੈਂ ਬੈਠ ਜਾਂਦਾ ਹਾਂ ਤੇ ਫਿਰ ਬੈਟਰ ਹੋ ਜਾਂਦਾ ਹੈ। ਭਾਈ ਜੇ ਮੈਂ ਢੋਲਾ ਕੇ ਬਹਿ ਜਾਵਾਂ ਬੈਠ ਤੇ ਫਿਰ ਮੈਂ ਠੀਕ ਫੀਲ ਕਰਦਾ ਹਾਂ। ਅਦਰਵਾਈਜ਼ ਮੈਂ ਲੇਟਦਾ ਹਾਂ ਤੇ ਮੈਨੂੰ 2-3 ਘੰਟੇ ਦੀ ਸੌਣ ਤੋਂ ਬਾਅਦ ਹੀ ਫਿਰ ਮੈਨੂੰ ਇਹ ਠੰਡ ਦਿਖਾ ਦਿੰਦੀ ਹੈ। ਤੇ ਮੈਂ 2-3 ਜੰਪਰ ਵੀ ਪਾ ਕੇ ਕਈ ਕੋਸ਼ਿਸ਼ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ, ਪਰ ਉਹ ਮੈਨੂੰ ਕੋਈ ਜ਼ਿਆਦਾ ਹੈਲਪ ਨਹੀਂ ਹੈ। ਉਹ ਮੈਨੂੰ ਤਕਲੀਫ ਹੈਗੀ ਹੈ। ਇਹ ਜ਼ਿਆਦਾ ਤਕਲੀਫ ਤੁਹਾਨੂੰ ਜਦੋਂ ਸੈਕਿੰਡ ਸਟੰਟ ਪਾਇਆ ਸੀ 2014 ਉਦੋਂ ਹੋਈ ਹੈ? ਮੈਨੂੰ ਆਪ ਜੀ ਦੀ ਗੱਲ ਸਮਝ ਨਹੀਂ ਆ ਰਹੀ, ਮੈਂ ਇਸ ਕਰਕੇ ਮੈਂ ਹਾਂ ਚਲੋ ਮੈਂ ਡਾਕਟਰ ਜੀ ਤੁਸੀਂ ਜਵਾਬ ਦਿਓ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਹਾਂਜੀ, ਤੇ ਭਾਜੀ ਇਹ ਗੱਲ ਹੈਗੀ ਹੈ ਵੀ ਤੁਹਾਡੇ ਜਿਹੜੀ ਸਰਕੂਲੇਸ਼ਨ ਹੈ ਨਾ, ਉਹ ਖਰਾਬ ਹੋ ਚੁੱਕੀ ਹੈ। ਇਹ ਜਦੋਂ ਤੁਹਾਡਾ ਹਾਰਟ ਅਟੈਕ ਹੋਇਆ ਨਾ,
ਤੇ ਇੱਕ ਤਾਂ ਹੁੰਦਾ ਵੀ ਹਾਰਟ ਪੂਰਾ ਪੰਪ ਨਹੀਂ ਕਰਦਾ ਫਿਰ ਤੇ ਇੱਕ ਮਿੰਟ ਭਾਜੀ ਤੁਹਾਨੂੰ ਆਵਾਜ਼ ਆ ਰਹੀ ਹੈ ਪੂਰੀ ਕਿ ਨਹੀਂ ਆ ਰਹੀ ਹੈਲੋ ਮਤਲਬ ਤਾਂ ਕਾਲ ਡ੍ਰੌਪ ਹੋ ਗਿਆ ਚਲੋ ਇਨਫੈਕਟ ਬੈਟਰ ਹੋ ਗਿਆ ਕਿਉਂਕਿ ਅਗਰ ਟੈਲੀਫੋਨ ਦੀ ਤੁਹਾਨੂੰ ਆਵਾਜ਼ ਕਲੀਅਰ ਨਹੀਂ ਸੀ ਆਉਂਦੀ ਤੇ ਤੁਹਾਨੂੰ ਹੁਣ ਟਾਈਮ ਮਿਲ ਗਿਆ ਤੁਸੀਂ ਟੀਵੀ ਦੇ ਸਾਹਮਣੇ ਬੈਠ ਕੇ ਪਲੀਜ਼ ਤੁਸੀਂ ਸੁਣੋ ਤੇ ਡਾਕਟਰ ਜੀ ਵਾਪਸ ਸਟਾਰਟ ਕਰਦੇ ਨੇ ਕਿ ਤੁਹਾਡਾ ਉਹਦਾ ਕੀ ਹੋ ਸਕਦਾ ਹਾਂਜੀ ਡਾਕਟਰ ਸੋ ਇਹ ਲੱਗਦਾ ਪਈ ਇਹਨਾਂ ਦੀ ਸਰਕੂਲੇਸ਼ਨ ਜਿਹੜੀ ਉਹ ਖਰਾਬ ਹੋ ਚੁੱਕੀ ਸਰਕੂਲੇਸ਼ਨ ਹੈ ਹਾਂਜੀ ਦੈਟਸ ਰਾਈਟ ਸੋ ਜਦੋਂ ਉਹ ਖੂਨ ਤੁਹਾਡੇ ਸਕਿਨ ਤੱਕ ਨਹੀਂ ਪੂਰਾ ਪਹੁੰਚਦਾ ਹਨਾ ਉਹ ਫਿਰ ਤੁਹਾਨੂੰ ਠੰਡ ਲੱਗਦੀ ਰਹਿੰਦੀ ਆ ਕਰਕੇ ਖੂਨ ਵਿੱਚ ਜਿਹੜਾ ਹੀਟ ਆ ਖੂਨ ਨਾਲ ਸਰਕੂਲੇਸ਼ਨ ਹੁੰਦੀ ਆ ਰਾਈਟ ਸੋ ਜਿਹੜੀ ਐਕਸਟ੍ਰੀਮਿਟੀਜ਼ ਜਿੱਦਾਂ ਹੱਥ ਪੈਰ ਆ ਉੱਥੇ ਪੂਰੇ ਨਹੀਂ ਖੂਨ ਪਹੁੰਚਦਾ ਹੈਗਾ ਤੇ ਉੱਥੇ ਫਿਰ ਠੰਡੇ ਰਹਿਣ ਲੱਗ ਪੈਂਦੇ ਆ ਖਾਸ ਕਰਕੇ ਸਕਿਨ ਜਿਹੜਾ ਆਊਟਰ ਮੈਂਬਰੇਨ ਹੈ ਨਾ ਤੇ ਸੋ ਇਹਨਾਂ ਨੂੰ ਇੱਕ ਤਾਂ ਉਹਨੇ ਦਵਾਈ ਦਿੱਤੀ ਹੋਣੀ ਬੀਟਾ ਬਲੋਕਰ ਲਾਇਆ ਹੋਣਾ ਕਿਉਂਕਿ ਆਮ ਜਦੋਂ ਹਾਰਟ ਅਟੈਕ ਹੁੰਦਾ ਬੀਟਾ ਬਲੋਕਰ ਦਵਾਈ ਲਾ ਦਿੰਦੇ ਆ ਤੇ ਉਹਦੇ ਨਾਲ ਵੀ ਜਿਹੜੀ ਸਰਕੂਲੇਸ਼ਨ ਸਕਿਨ ਦੀ ਹੁੰਦੀ ਹੈ ਕਮ ਹੋ ਜਾਂਦੀ ਆ ਰਾਈਟ ਸੋ ਦੈਟ ਕੁਡ ਬੀ ਵਨ ਆਫ ਦਾ ਕਾਜ਼ਸ ਅੱਛਾ ਤੇ ਬਾਕੀ ਜਿੱਦਾਂ ਫਿਰ ਜਨਰਲ ਸਰਕੂਲੇਸ਼ਨ ਇਹਨਾਂ ਦੀ ਪੂਰ ਆ ਕਿਉਂਕਿ ਇਹਨਾਂ ਦੇ ਜਿਹੜੀ ਹਾਰਟ ਦੀਆਂ ਆਰਟਰੀਜ਼ ਉਹ ਡੈਮੇਜ ਹੋ ਚੁੱਕੀਆਂ ਇਹਦਾ ਮਤਲਬ ਕਿ ਜਿਹੜਾ ਇਹਨਾਂ ਸਰਕੂਲੇਟਰੀ ਸਿਸਟਮ ਆ ਉਹਦੇ ਵਿੱਚ ਕੋਈ ਨਾ ਕੋਈ ਕਮੀ ਹੈਗੀ ਆ ਡੈਫੀਨਿਟਲੀ ਸੋ ਹੋ ਸਕਦਾ ਵੀ ਇਹਨਾਂ ਨੂੰ ਵਿਟਾਮਿਨ ਸੀ ਦੀ ਘਾਟ ਹੋਵੇ ਤੇ ਨਹੀਂ ਸਪਲੀਮੈਂਟ ਲੈਂਦੇ ਹੈਗੇ ਤੇ ਉਹ ਸਪਲੀਮੈਂਟ ਲੈਣੇ ਚਾਹੀਦੇ ਆ ਤੇ ਬਲੱਡ ਵੈਸਲਸ ਜਿਹੜੇ ਸਟਰੋਂਗ ਹੋਣੇ ਚਾਹੀਦੇ ਆ ਰਾਈਟ ਸੋ ਇਹ ਡਾਈਟ ਵੀ ਕੁਛ ਐਡਜਸਟ ਕਰ ਸਕਦੇ ਕੁਛ ਹੋਮਿਓਪੈਥੀ ਦਵਾਈਆਂ ਜਿਨ੍ਹਾਂ ਦੇ ਨਾਲ ਉਹ ਖੂਨ ਦੀਆਂ ਨਾੜੀਆਂ ਖੁੱਲ ਜਾਣ ਰਾਈਟ ਤੇ ਤਾਂ ਕਿ ਫਲੋ ਅੱਛੀ ਹੋਵੇ ਫਲੋ ਅੱਛੀ ਹੋਵੇ ਸੋ ਬਲੱਡ ਜ਼ਿਆਦਾ ਜਾਵੇ ਤੇ ਹੀਟ ਵੀ ਜ਼ਿਆਦਾ ਜਾਏਗੀ ਉੱਥੇ ਠੀਕ ਹੈ ਸੋ ਦੈਟਸ ਪਰ ਤੁਹਾਡੇ ਵੱਲੋਂ ਹੋਮਿਓਪੈਥੀ ਵੱਲੋਂ ਕੀ ਹੋ ਸਕਦਾ ਹੈ ਨਹੀਂ ਹੋਮਿਓਪੈਥੀ ਵੱਲੋਂ ਅਸੀਂ ਦਵਾਈਆਂ ਦੇ ਸਕਦੇ ਹਾਂ ਅੱਛਾ ਦਵਾਈਆਂ ਦੇ ਸਕਦੇ ਦੱਸ ਜਿਹੜੀਆਂ ਉਹ ਨੈਰੋ ਹੋ ਚੁੱਕੀਆਂ ਨਾ ਇਹਨਾਂ ਦੀਆਂ ਖੂਨ ਦੀਆਂ ਨਾੜੀਆਂ ਤੇ ਉਹਨਾਂ ਨੂੰ ਡਾਇਲੇਟ ਕਰਨ ਲਈ ਖੋਲਣ ਲਈ ਦਵਾਈਆਂ ਦੇ ਸਕਦੇ ਆਪਾਂ ਪਰ ਬੱਚੇ ਜਿਨ੍ਹਾਂ ਦੇ ਸਟੰਟ ਪੈਂਦੇ ਨੇ ਇਜ਼ ਦਿਸ ਸਮ ਵਨ ਆਫ ਦਾ ਰੇਅਰ ਕੰਡੀਸ਼ਨ ਹੋਈ ਕਿ ਇਹ ਬੜੀ ਕਾਮਨ ਹੈਗੀ ਹੈ ਨਹੀਂ ਹੁਣ ਤਾਂ ਬੜੀ ਕਾਮਨ ਹੋ ਚੁੱਕੀ ਆ ਰੀਅਲੀ ਦੈਟਸ ਰਾਈਟ ਹੁਣ ਮਾੜਾ ਜਿਹਾ ਹਾਰਟ ਅਟੈਕ ਹੁੰਦਾ ਫਟਾਫਟ ਸਟੈਂਟ ਪਾ ਦਿੰਦੇ ਆ ਦੇ ਸਟੰਟ ਤੋਂ ਬਾਅਦ ਜਿਹੜੇ ਉਹਨਾਂ ਠੰਡੀ ਲੱਗਣੀ ਸ਼ੁਰੂ ਹੁੰਦੀ ਹੈ ਹਾਂਜੀ ਉਹ ਫਿਰ ਦਵਾਈਆਂ ਤੇ ਡਿਪੈਂਡ ਕਰਦੇ ਕਰਕੇ ਉਹਨੇ 3-4 ਦਵਾਈਆਂ ਲਾ ਦੇਣੀਆਂ ਸਟ੍ਰੇਟ ਅਵੇ ਹਾਰਟ ਅਟੈਕ ਤੋਂ ਬਾਅਦ ਹਾਂਜੀ ਤੇ ਇੱਕ ਕੋਲੇਸਟ੍ਰੋਲ ਦੀ ਦਵਾਈ ਲਾਉਂਦੇ ਆ ਇੱਕ ਐਸਪ੍ਰਿਨ ਲਾਉਂਦੇ ਆ ਤੇ ਇੱਕ ਬੀਟਾ ਬਲੋਕਰ ਲਾਉਂਦੇ ਆ ਤੇ ਇੱਕ ਬਲੱਡ ਪ੍ਰੈਸ਼ਰ ਦੀ ਦਵਾਈ ਲਾਉਂਦੇ ਆ ਤਕਰੀਬਨ ਇਹ 4 ਲਾਏ ਦਿੰਦੇ ਸਾਰਿਆਂ ਨੂੰ ਜਦੋਂ ਹਾਰਟ ਅਟੈਕ ਹੁੰਦਾ ਤੇ ਉਹਨਾਂ ਦੇ ਵੱਖਰੇ ਆਪਣੇ ਸਾਈਡ ਇਫੈਕਟ ਹੁੰਦੇ ਆ ਹਾਂਜੀ ਸੋ ਦਿਸ ਇਜ਼ ਅ ਪ੍ਰੋਬਲਮ ਭਾਜੀ ਥੈਂਕ ਯੂ ਤੁਹਾਡੇ ਕੋਲ ਦਾ ਉਮੀਦ ਰੱਖਦਾ ਕਿ ਤੁਸੀਂ ਟੀਵੀ ਤੇ ਬੈਠ ਕੇ ਸੁਣ ਲਿਆ ਹੋਣਾ ਅਗਰ ਤੁਸੀਂ ਪੂਰਾ ਨਹੀਂ ਸਮਝ ਪਾਈ ਤੁਸੀਂ ਮਿਸ ਕਰ ਗਏ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਨਾਲ 1-to-1 ਕੰਸਲਟੇਸ਼ਨ ਕਰ ਸਕਦੇ ਹੋ ਥੈਂਕ ਯੂ ਤੁਹਾਡੇ ਕਾਲ ਕਰਨ ਦਾ ਹਾਂਜੀ ਕਿੱਥੇ ਸੀਗੇ ਅਸੀਂ ਆਪਾਂ ਪੈਰਾਂ ਬਾਰੇ ਗੱਲ ਕਰ ਰਹੇ ਸੀਗੇ ਹਾਂ ਵੈਰੀ ਗੁੱਡ ਕਿਉਂਕਿ ਕਿਤੇ ਦਫਾ ਨਾ ਇੰਟਰਸਟ ਨਾਲ ਬੰਦੇ ਦੀ ਗੱਲ ਸੁਣੀ ਦੀ ਬਿਮਾਰੀ ਦੀ ਤੇ ਧਿਆਨ ਹੋਰ ਪਾਸੇ ਚਲੇ ਜਾਂਦਾ ਉਹ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਅਸੀਂ ਕੋਈ ਵੀ ਗੱਲ ਕਰਦੇ ਅਸੀਂ ਹਮੇਸ਼ਾ ਗੱਲ ਸਟਾਪ ਕਰਕੇ ਪਹਿਲਾਂ ਤੁਹਾਡਾ ਕਾਲ ਲੈਂਦੇ ਹਾਂ ਬਿਕੋਜ਼ ਤੁਹਾਡੇ ਕਰਕੇ ਸ਼ੋਅ ਰੱਖਿਆ ਤਾਂ ਕਿ ਤੁਹਾਨੂੰ ਕੋਈ ਫਾਇਦਾ ਹੋ ਸਕੇ ਡਾਕਟਰ ਸਾਹਿਬ ਜੋ ਕਈ ਲੋਕਾਂ ਦੇ ਵਿੱਚ ਨਾ ਸਵੈਟ ਹੁੰਦੀ ਕਈ ਦੇ ਨਾ ਆਮ ਵੀ ਪੈਰ ਸਵੈਟਿੰਗ ਹੁੰਦੇ ਰਹਿੰਦੇ ਨੇ ਨਾ ਕਿ ਜ਼ਰੂਰੀ ਸਪੋਰਟਸਮੈਨ ਦੇ ਪਰ ਉਹਨਾਂ ਦੇ ਬਦਬੂ ਕਿਉਂ ਪੈ ਜਾਂਦੀ ਹੈ ਕਈ ਦੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਕੁਦਰਤੀ ਚੀਜ਼ ਆ ਕਈ ਹੈਗੇ ਆ ਪੇਸ਼ੈਂਟਸ ਦੇਖੀਦਾ ਉਹਨਾਂ ਪੁੱਛੀਦਾ ਆ ਕਹਿੰਦੇ ਵੀ ਸਾਡੇ ਸਵੈਟ ਪੈਰਾਂ ਨੂੰ ਬਹੁਤ ਜ਼ਿਆਦਾ ਆਉਂਦੀ ਹੈ ਤੇ ਕਈਆਂ ਦੀ ਸਮੈਲ ਵੀ ਬਹੁਤ ਜ਼ਿਆਦਾ ਆਉਂਦੀ ਹੈ ਦੈਟਸ ਰਾਈਟ ਸੋ ਆਟੋਮੈਟਿਕਲੀ ਇਦਾਂ ਵੀ ਸਵੈਟ ਦੇ ਵਿੱਚ ਕੁਝ ਕੈਮੀਕਲਸ ਹੁੰਦੇ ਆ ਜਿਨ੍ਹਾਂ ਦੇ ਸਮੈਲ ਆਉਂਦੀ ਆ ਹਾਂਜੀ ਪਰ ਇਦਾਂ ਹੈਗਾ ਵੀ ਕਈਆਂ ਦੀ ਜ਼ਿਆਦਾ ਆਉਂਦੀ ਆ ਬਿਲਕੁਲ ਹਾਂ ਤੇ ਉਹਦਾ ਕੀ ਕਾਰਨ ਉਹਦਾ ਕਾਰਨ ਨਹੀਂ ਹੋ ਸਕਦਾ ਵੀ ਜਿਹੜਾ ਉਹਨਾਂ ਦੇ ਬਾਡੀ ਵਿੱਚ ਸਲਫਰ ਜਿਹੜਾ ਜ਼ਿਆਦਾ ਆ ਸਲਫਰ ਦਾ ਸਮੈਲ ਜ਼ਿਆਦਾ ਆਉਂਦਾ ਹੈ ਹਾਂਜੀ ਤੇ ਉਹ ਕਿੱਦਾਂ ਇਨਕਰੀਜ਼ ਹੋਇਆ ਸਲਫਰ ਇਹ ਡਾਈਟ ਤੇ ਡਿਪੈਂਡ ਕਰਦਾ ਕੀ ਖਾਂਦੇ ਆ ਹਾਂਜੀ ਤੇ ਤੁਹਾਨੂੰ ਪਤਾ ਵੀ ਕਈ ਲੋਕੀ ਹਿੰਗ ਵਰਤਦੇ ਹਨਾ ਹਿੰਗ ਦੀ ਸਮੈਲ ਬਹੁਤ ਆਉਂਦੀ ਆ ਹਾਂਜੀ ਕਈ ਲਸਣ ਵਰਤਦੇ ਬਹੁਤ ਜ਼ਿਆਦਾ ਤੇ ਲਸਣ ਵਿੱਚ ਸਲਫਰ ਜ਼ਿਆਦਾ ਹੁੰਦਾ ਆ ਉਹਦੇ ਨਾਲ ਲਸਣ ਵੀ ਤੁਹਾਨੂੰ ਪਤਾ ਵੀ ਜਦੋਂ ਪਸੀਨਾ ਆਉਂਦਾ ਹੈ ਸਮੈਲ ਆਉਣ ਲੱਗ ਪੈਂਦੀ ਆ ਹਾਂਜੀ ਬਾਡੀ 'ਚੋਂ ਸੋ ਦੈਟਸ ਵਨ ਆਫ ਦ ਥਿੰਗਸ ਤੇ ਹੋਰ ਕਈ ਲੋਕੀ ਉਹ ਮੀਟ ਜ਼ਿਆਦਾ ਵਰਤਦੇ ਆ ਉਹਦੇ ਵਿੱਚ ਵੀ ਸਲਫਰ ਜ਼ਿਆਦਾ ਹੁੰਦਾ ਹੈ ਸੋ ਉਹਦੇ ਨਾਲ ਵੀ ਸਮੈਲ ਕੁਝ ਜ਼ਿਆਦਾ ਸਵੈਟ ਦੀ ਆਉਂਦੀ ਆ ਸੋ ਦੇਰ ਲੋਟ ਆਫ ਰੀਜ਼ਨਸ ਜਿਹਦਾ ਲਸਣ ਵਗੈਰਾ ਦਾ ਤੁਸੀਂ ਕਹਿੰਦੇ ਹੋ ਸਟਰੋਂਗ ਹੁੰਦੇ ਨੇ ਉਹਦੇ ਫਾਇਦੇਮੰਦ ਵੀ ਹੈਗੇ ਨੇ ਤੇ ਇਹ ਨੁਕਸਾਨ ਇਹ ਵੀ ਹੈਗਾ ਹੈ ਤੁਸੀਂ ਕਦੀ ਇਮੇਜਿਨ ਕਰ ਸਕਦੇ ਕਿ ਪੈਰਾਂ ਦੀ ਜਿਹੜੀ ਸਮੈਲ ਲੱਗੀ ਹੈ ਇਹ ਥੋੜੀ ਡਾਈਟ ਦੇ ਨਾਲ ਵੀ ਹੋ ਸਕਦਾ ਨੈਵਰ ਇਮੇਜਿਨ ਦੈਟ ਯਾ ਡਾਈਟ ਨਾਲ ਜ਼ਿਆਦਾ ਰਿਲੇਟਡ ਆ ਯੂ ਨੋ ਮੈਂ ਓਨੈਸਟਲੀ ਹਮੇਸ਼ਾ ਕਹਿੰਦਾ ਨਾ ਐਵਰੀ ਟਾਈਮ ਇਹ ਨਹੀਂ ਕਿ ਮੈਂ ਸ਼ੋਅ ਕਰ ਰਿਹਾ ਤਾਂ ਮੈਂ ਕਰਨਾ ਪਿਆ ਪਲੀਜ਼ ਇੱਦਾਂ ਦੇ ਸ਼ੋਅ ਦੇਖਿਆ ਕਰੋ ਬੜੀ ਨੌਲੇਜ ਹੁੰਦੀ ਹੈ ਤੁਹਾਨੂੰ ਪਤਾ ਲੱਗ ਸਕਦਾ ਹੈ ਅਸੀਂ ਪੈਰਾਂ ਨੂੰ ਕੁਝ ਕਰਦੇ ਰਹਿੰਦੇ ਆ ਉਹਨੂੰ ਪਾਣੀ 'ਚ ਪਾ ਲਿਆ ਗਰਮ ਦੇ ਵਿੱਚ ਉਹਨੂੰ ਧੋ ਲਏ ਉਹਨੂੰ ਤੇਲ ਲਾ ਲਿਆ ਕੋਈ ਡੀਓਡਰੈਂਟ ਯੂਜ਼ ਕਰ ਲਿੱਤਾ ਜੋ ਕਿ ਉਹ ਵੀ ਸਹੀ ਨਹੀਂ ਹੁੰਦੇ ਕਈ ਦਫੇ ਤੇ ਖਾਣ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਦਿੰਦੇ ਦੈਟਸ ਰਾਈਟ ਡਾਈਟ ਇਜ਼ ਵੈਰੀ ਇੰਪੋਰਟੈਂਟ ਤੇ ਅੱਜ ਥੋੜੀ ਆਪਾਂ ਗੱਲਾਂ ਕਰਾਂਗੇ ਡਾਈਟ ਕਿੱਦਾਂ ਇਫੈਕਟ ਕਰਦੀ ਹੈ ਤੁਹਾਡੀ ਹੈਲਥ ਨੂੰ ਤੇ ਆਪਾਂ ਥੋੜਾ ਜਿਹਾ ਕਲਿੱਪ ਬਣਾਇਆ ਹੈਗਾ ਵੀਡੀਓ
ਤੇ ਉਹ ਤੇ ਦਿਖਾ ਲਾਂਗੇ ਆਪਾਂ ਕਾਜ਼ਸ ਆਫ ਡਿਜ਼ੀਜ਼। ਅੱਛਾ ਅੱਛਾ ਹਾਂਜੀ ਹਾਂਜੀ, ਤੇ ਕਈ ਕਾਜ਼ਸ ਹੈਗੇ ਆ, ਤੇ ਖਾਸ ਕਰਕੇ ਆਪਾਂ ਹੋਮਿਓਪੈਥੀ 'ਚ ਅਸੀਂ ਖਾਸ ਕਰਕੇ ਗਿਣੀਦੇ ਇਮੋਸ਼ਨਲ ਕਾਜ਼ਸ। ਹਾਂਜੀ, ਸੋ ਇਮੋਸ਼ਨਲ ਕਾਜ਼ਸ ਕਈ ਵਜ੍ਹਾ ਹੋ ਜਾਂਦੀ ਆ, ਤੁਹਾਨੂੰ ਪਤਾ ਵੀ ਘਰ ਵਿੱਚ ਕੋਈ ਕਲੋਜ਼ ਮੈਂਬਰ ਹੁੰਦਾ ਫੈਮਿਲੀ ਦਾ ਤੇ ਉਹਦੀ ਡੈਥ ਹੋ ਜਾਂਦੀ ਹੈ। ਹਾਂਜੀ, ਜਦੋਂ ਮੌਤ ਹੋ ਜਾਂਦੀ ਹੈ ਤੇ ਬਹੁਤ ਹੀ ਸ਼ੌਕ ਲੱਗਦਾ, ਤੇ ਇਸ ਕਰਕੇ ਕਈ ਲੋਕੀ ਅਸੀਂ ਟਰੀਟ ਕੀਤੇ ਆ ਜੀ, ਕਈ ਸਾਲ ਬਿਮਾਰ ਰਹੇ ਆ ਉਹ ਸ਼ੌਕ ਕਰਕੇ। ਹਾਂਜੀ, ਸੋ ਇੱਥੇ ਐਲੋਪੈਥੀ ਕੁਛ ਨਹੀਂ ਕਰ ਸਕਦੀ, ਕਿਉਂਕਿ ਉਹ ਨਹੀਂ ਤੁਹਾਨੂੰ ਐਂਟੀ ਡਿਪਰੈਸੈਂਟ ਤੇ ਲਾ ਦੇਣਾ। ਹਾਂਜੀ, ਡਿਪਰੈਸ਼ਨ ਦੀਆਂ ਗੋਲੀਆਂ ਤੇ ਲਾਉਂਦੇ ਆ, ਤੇ ਪਰ ਹੋਮਿਓਪੈਥੀ ਵਿੱਚ ਸਪੈਸੀਫਿਕ ਦਵਾਈਆਂ ਹੈਗੀਆਂ। ਡਾਕਟਰ ਸਾਹਿਬ ਮਾਫੀ ਚਾਹਾਂਗਾ, ਆਪਾਂ ਕਾਲ ਲਾਈਏ ਪਹਿਲਾਂ ਇੱਕ ਠੀਕ ਹੈ, ਸੈਕਿੰਡ। ਠੀਕ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਸਾਹਿਬ ਆਪਣਾ, ਹਾਂਜੀ ਤੁਹਾਡਾ ਸਵਾਗਤ ਕਰਦੇ ਹਾਂ। ਆਪਣਾ ਸਤਿ ਸ਼੍ਰੀ ਨਾਮ, ਅਕਾਲ ਭਾਜੀ। ਆਪਣਾ ਨਾਮ ਦੱਸਣਾ ਚਾਹੋਗੇ, ਕੌਣ ਬੋਲਦੇ ਹੋ? ਤੁਹਾਡੇ ਪਿੱਛੋਂ ਆਵਾਜ਼ ਆ ਰਹੀ ਹੈ, ਪਤਾ ਨਹੀਂ ਤੁਸੀਂ ਟੀਵੀ ਕੋਲ ਬੈਠੇ ਹੋ? ਜਰਾ ਟੀਵੀ ਤੋਂ, ਜਰਾ ਟੀਵੀ ਤੋਂ ਦੂਰ ਆ ਜਾਓ ਪਲੀਜ਼। ਭਾਜੀ ਤੁਹਾਡੀ ਡਿਸਟਰਬੈਂਸ ਬਹੁਤ ਹੈ, ਫੋਨ ਦੇ ਵਿੱਚ ਕੁਝ ਆਵਾਜ਼ ਨਹੀਂ ਆ ਰਹੀ। ਅੱਛਾ ਭਾਜੀ, ਹੁਣ ਠੀਕ ਹੈ, ਹੁਣ ਠੀਕ ਹੈ, ਹਾਂਜੀ ਬੋਲੋ। ਹਾਂਜੀ ਭਾਜੀ, ਮੇਰੇ ਗੈਸ ਬਹੁਤ ਬਣਦਾ, ਸਿਸਟਮ ਨਹੀਂ ਤੋਂ ਥੱਲੇ, ਮੇਰਾ ਪੇਟ ਦੁਖਦਾ। ਮੈਂ ਕਿਹਾ ਵੀ ਇਹਦੇ ਬਾਰੇ ਆਪ ਡਿਸਕਸ ਕਰਾਂਗੇ ਅੱਜ ਪ੍ਰੋਗਰਾਮ 'ਚ। ਭੈਣ ਜੀ, ਅੱਜ ਸਬਜੈਕਟ ਕੁਝ ਹੋ ਰਿਹਾ, ਤੇ ਪਰ ਇਹਦੇ ਬਾਰੇ ਪਹਿਲਾਂ ਆਪਾਂ ਪ੍ਰੋਗਰਾਮ ਕਰ ਚੁੱਕੇ ਹਾਂ, ਤੇ ਪਹਿਲਾ ਪ੍ਰੋਗਰਾਮ ਤੁਸੀਂ ਦੇਖ ਲਿਓ YouTube ਤੇ ਉੱਦਾਂ ਜੇ ਕੋਈ ਤੁਸੀਂ ਕੁਐਸਚਨ ਪੁੱਛਣਾ ਪੁੱਛ ਸਕਦੇ ਆ ਇਸ ਵੇਲੇ। ਤੁਹਾਨੂੰ ਕੋਈ ਆਪਣੇ ਲਈ ਕੋਈ ਸਵਾਲ ਹੈਗਾ ਤੁਸੀਂ ਪੁੱਛਣਾ ਚਾਹੁੰਦੇ ਹੋ? ਆਈ ਥਿੰਕ ਮੈਨੂੰ ਲੱਗਦਾ ਡ੍ਰੌਪ ਹੋ ਗਏ। ਮੈਂ ਹਮੇਸ਼ਾ ਸੁਜੈਸਟ ਕਰ ਦਿੰਦਾ ਆਪਣੇ ਸ਼ੋਅ 'ਚ, ਮੈਂ ਕਹਿ ਲੈਂਦਾ ਕਿ ਤੁਸੀਂ ਕਿਸੇ ਮੁੱਦੇ 'ਤੇ ਵੀ ਗੱਲ ਕਰਨੀ ਹੈ ਨਾ ਸ਼ੋਅ ਦੇ ਵਿੱਚ ਨਾ, ਕਿਉਂਕਿ ਸਾਡਾ ਕੋਈ ਕਈ ਦਫਾ ਭਾਜੀ ਦਾ ਪਲਾਨ ਬਣ ਜਾਂਦਾ ਕਿ ਕਿਹੜੇ ਪਿੱਛੇ ਗੱਲ ਕਰਨੀ ਹੈ, ਤੇ ਮੈਨੂੰ ਇੱਕ ਅੱਧੇ ਦਿਨ 2-3 ਦਿਨ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਡਾਕਟਰ ਜੀ ਨੂੰ ਐਡਵਾਈਸ ਕਰ ਦੇਵਾਂ, ਫਿਰ ਉਹਦੇ 'ਤੇ ਅਸੀਂ ਮੁੱਦੇ 'ਤੇ ਗੱਲ ਕਰ ਸਕਦੇ ਹਾਂ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਉਹ ਹਮੇਸ਼ਾ ਪਹਿਲਾਂ ਐਡਵਾਈਸ ਕਰਿਆ ਕਰੋ ਸ਼ੋਅ ਦੇ ਦਰਮਿਆਨ ਨਹੀਂ। ਅਗਰ ਤੁਸੀਂ ਖੁਦ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਬਾਈ ਆਲਵੇਜ਼ ਵਾਪਸ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਜੀ ਤੁਹਾਡੇ ਕਾਲ ਕਰਨ ਦਾ। ਜੀ ਡਾਕਟਰ ਜੀ। ਹਾਂਜੀ, ਸੋ ਥੋੜਾ ਜਿਹਾ ਮੈਂ ਇਹਨਾਂ ਦਾ ਦੱਸ ਦਿਓ ਥੋੜ੍ਹਾ ਜਿਹਾ। ਹਾਂ, ਤੇ ਜਿਹੜੇ ਪੇਟ ਵਿੱਚ ਖਰਾਬੀ ਆਉਂਦੀ ਹੈ, ਜ਼ਿਆਦਾ ਆਉਂਦੀ ਹੈਗੀ ਆ, ਆਪਾਂ ਸਾਡੀ ਕਮਿਊਨਿਟੀ ਵਿੱਚ ਜਿਹੜੇ ਆਪਾਂ ਤੁੜ ਕੇ ਵਰਤਦੇ ਹਾਂ। ਹਾਂਜੀ, ਸੋ ਆਪਾਂ ਜ਼ਿਆਦਾ ਲਸਣ ਵਰਤਣਾ, ਜ਼ਿਆਦਾ ਅਦਰਕ ਵਰਤਣਾ, ਚੰਗੀ ਤਰ੍ਹਾਂ ਮਸਾਲੇ ਪਾਈਦੇ ਉਹਦੇ ਵਿੱਚ, ਜ਼ਿਆਦਾ ਮਿਰਚਾਂ ਪਾਉਣੀਆਂ, ਤੇ ਉਹ ਇਦਾਂ ਸਵਾਦ ਤਾਂ ਲੱਗਦਾ ਆ, ਪਰ ਉਹ ਸਵਾਦ ਤੁਹਾਡਾ ਇਦਾਂ ਵੱਧਦਾ ਰਹਿੰਦਾ ਡਿਜ਼ਾਇਰ ਹੈ ਨਾ, ਵੀ ਜ਼ਿਆਦਾ ਹੋਰ ਜ਼ਿਆਦਾ ਹੋਵੇ। ਤੇ ਕਈ ਲੋਕੀ ਦੇਖੇ ਮੈਂ, ਉਹ ਕਈ ਮਿਰਚਾਂ ਪਾਉਂਦੇ ਆ ਦਾਲ ਵਿੱਚ। ਹਾਂਜੀ, ਤੇ ਉਹਦੇ ਨਾਲ ਫਿਰ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਖਰਾਬ ਹੋਣ ਲੱਗ ਪੈਂਦਾ ਕਰਕੇ। ਐਕਚੁਅਲੀ ਇਹ ਜਿਹੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ ਤੁੜਕੇ ਵਿੱਚ ਮਸਾਲੇ, ਇਹ ਐਕਚੁਅਲੀ ਇਹ ਦਵਾਈਆਂ ਗਿਣੀਆਂ ਜਾਂਦੀਆਂ, ਤੇ ਅਸੀਂ ਉਹਨੂੰ ਫੂਡ ਆਈਟਮ ਬਣਾ ਲਿਆ। ਤੇ ਥੋੜਾ ਵਰਤੋ ਤਾਂ ਠੀਕ ਰਹਿੰਦੇ, ਜ਼ਿਆਦਾ ਵਰਤੋ ਜਾਂ ਲੰਬੇ ਟਾਈਮ ਲਈ ਵਰਤੀ ਜਾਂਦੇ ਆਪਾਂ, ਤੇ ਉਹ ਸਾਨੂੰ ਫਿਰ ਖਰਾਬੀ ਵੀ ਕਰਨ ਲੱਗ ਪੈਂਦੀ ਹੈ। ਭਾਜੀ ਕਿਸ ਦਫਾ ਮੈਂ ਵੀ ਦੇਖਿਆ ਕਿ ਮੇਰੇ ਯਾਰ ਦੋਸਤ ਵੀ ਮੈਨੂੰ ਲੱਗਦਾ ਪ੍ਰੋਗਰਾਮ ਦੇਖਦੇ ਹੋਣੇ ਆ, ਮੈਂ ਨਾਮ ਨਹੀਂ ਲੈਂਦਾ, ਤੁਹਾਡਾ ਵਰੀ ਨਾ ਕਰੋ, ਬੜੇ ਸ਼ੌਂਕ ਨਾਲ ਬੜੇ ਪਿਆਰ ਨਾਲ ਕੁਕਿੰਗ ਕਰਦੇ ਨਾ, ਕੁਛ ਪਾਉਂਦੇ ਨੇ ਨਾ ਅਨਬਿਲੀਵੇਬਲ ਕਿ ਚੀਜ਼ਾਂ ਦੇਖੇ ਵੀ ਨਹੀਂ ਜਿਹੜੀਆਂ ਉਹਦੇ ਚ ਪਾਉਂਦੇ ਨੇ ਤੜਕੇ ਦੇ ਵਿੱਚ। ਆਈ ਡੋਂਟ ਇਵਨ ਨੋ ਕਿ ਉਹਨਾਂ ਦੀ ਜ਼ਰੂਰਤ ਹੁੰਦੀ ਕਿ ਨਹੀਂ ਹੁੰਦੀ। ਆਈ ਡੋਂਟ ਨੋ, ਇਹ ਬਸ ਸਵਾਦ ਵਧਾਉਣ ਲਈ, ਸਵਾਦ ਵਧਾਉਣ ਲਈ, ਸਵਾਦ ਵਧਾਉਣ ਲਈ ਨਾ। ਦੈਟਸ ਰਾਈਟ। ਪਰ ਉਹ ਐਕਚੁਅਲੀ ਗੱਲ ਇੱਦਾਂ ਭਾਜੀ, ਜਿਹੜਾ ਐਕਚੁਅਲੀ ਤੁਸੀਂ ਸਬਜ਼ੀ ਬਣਾਉਂਦੇ ਆ, ਉਹ ਸਬਜ਼ੀ ਦਾ ਟੇਸਟ ਤਾਂ ਰਹਿੰਦਾ ਹੀ ਨਹੀਂਗਾ। ਹਾਂਜੀ, ਹੁਣ ਤੁਹਾਨੂੰ ਸਪਾਈਸਿਸ ਦਾ ਟੇਸਟ ਆਉਂਦਾ ਸਿਰਫ। ਪਰ ਤੁਹਾਨੂੰ ਪਤਾ ਮੈਂ ਹਰ ਦਫਾ ਕਹਿੰਦਾ ਹੁੰਦਾ ਭਾਜੀ, ਜਿਹੜੀ ਜ਼ੁਬਾਨ ਨੂੰ ਚੀਜ਼ ਸਵਾਦ ਲੱਗੇਗੀ ਉਹ ਤੁਹਾਡੇ ਲਈ ਮਾੜੀ ਹੈ, ਕੋਈ ਵੀ ਚੀਜ਼ ਹੋ ਜਾਵੇ। ਹਾਂਜੀ ਹਾਂਜੀ, ਦੈਟਸ ਰਾਈਟ। ਹੈ ਜਿਹੜੀਆਂ ਕੌੜੀਆਂ ਤਿੱਖੀਆਂ ਹੁੰਦੀਆਂ ਨੇ ਉਹ ਤੁਹਾਡੇ ਲਈ ਫਾਇਦੇਮੰਦ ਹੁੰਦੀਆਂ ਨੇ, ਉਹ ਅਸੀਂ ਖਾਂਦੇ ਨਹੀਂ। ਦੈਟਸ ਰਾਈਟ, ਯਾ। ਸੋ ਕਈ ਚੀਜ਼ਾਂ ਹੈਗੀਆਂ ਉਹ ਥੋੜ੍ਹੀਆਂ ਬਿਟਰ ਹੁੰਦੀਆਂ, ਪਰ ਉਹ ਤੁਹਾਡੇ ਡਾਈਜੈਸਸ਼ਨ ਲਈ ਬਹੁਤ ਵਧੀਆ ਹੁੰਦੀਆਂ। ਤੇ ਇਦਾਂ ਦੀਆਂ ਅਸੀਂ ਦਵਾਈਆਂ ਵੀ ਸਾਡੇ ਕੋਲ ਹੈਗੀਆਂ, ਤੇ ਉਹ ਜਦੋਂ ਤੁਸੀਂ ਪੀਂਦੇ ਹੋ ਤੁਹਾਨੂੰ ਥੋੜ੍ਹੀਆਂ ਬਿਟਰ ਲੱਗਦੀਆਂ, ਕੌੜੀਆਂ ਜਿਹੀਆਂ ਲੱਗਦੀਆਂ, ਬਿਲਕੁਲ, ਪਰ ਉਹ ਹਾਜ਼ਮੇ ਲਈ ਬਹੁਤ ਵਧੀਆ ਹੁੰਦੀਆਂ ਐਕਚੁਅਲੀ। ਤੇ ਜਿੱਦਾਂ ਤੁਸੀਂ ਦੇਖਿਆ ਨਾ, ਖੱਟੀਆਂ ਚੀਜ਼ਾਂ ਹੁੰਦੀਆਂ, ਅਚਾਰ ਜਿੱਦਾਂ ਬਣਾਇਆ ਹੁੰਦਾ, ਤੇ ਕੋਈ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਹੈਗੀ, ਉਹ ਥੋੜ੍ਹੀ ਜਿਹਾ ਅਚਾਰ ਖਾ ਕੇ ਦੇਖੇ ਨਾ, ਤੇ ਅਚਾਰ ਨਾਲ ਉਹਨਾਂ ਨੂੰ ਭੁੱਖ ਲੱਗਣ ਲੱਗ ਪਈ। ਮੈਨੂੰ ਇਹਦੇ ਤੇ ਗੱਲ ਕਰਦੇ ਆਪਾਂ, ਮੈਂ ਜ਼ਰਾ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਤੁਹਾਡਾ ਸਵਾਗਤ। ਆਪਣਾ ਨਾਮ ਦੱਸਣਾ ਚਾਹੋਗੇ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਹਾਂਜੀ, ਮੇਰਾ ਨਾਮ ਪਰਮਜੀਤ ਸੈਮਰੋਇਆ। ਪਰ ਜੀ ਸਵਾਗਤ, ਤੁਸੀਂ ਉੱਥੇ ਦੇ ਡਾਕਟਰ ਜੀ ਨਾਲ ਗੱਲ ਕਰੋ। ਥੈਂਕ ਯੂ। ਬੋਲੋ ਜੀ, ਬੋਲੋ। ਹੈਲੋ ਡਾਕਟਰ ਬੈਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। Thank you so much, first of all, for curing me over the COVID. Symptoms were quite bad, and I suffered severely from the cough, and the side effects basically was my pins and needles in the arms, and you cured me, so
Really appreciate that. Thank you so much. You're welcome. You're welcome. I think you had long COVID, है ना? We did, Yeah, yeah, unfortunately, yeah. my symptoms were persistently was the cough. ਜਿਹੜੀ cough ਸੀਗੀ, that was really persistent. And ਉਹਦੇ ਨਾਲ ਜਿਹੜੀ ਤੁਸੀਂ ਮੈਨੂੰ medicine ਦਿੱਤੀ ਸੀਗੀ, I think within 3 hours, the coughing stopped, Oh, wow. which hadn't actually stopped for weeks, which turned into months. So that was Amazing. the best cure. That's amazing. That's Yeah, right. Yeah, yeah. So Paramjit suffered with COVID, and afterwards she couldn't get rid of the cough. This was very common actually with a lot of ਹਾਂਜੀ people. ਖੰਘ ਹੋ ਜਾਂਦੀ ਬਾਅਦ ਚ ਨਾ, ਉਹ ਬਿਲਕੁਲ, ਹਟਦੀ ਨਹੀਂ ਖੰਘ। ਤੇ ਇਹ ਫਿਰ ਬਾਅਦ ਚ ਆਈ ਸੀ ਵੀ ਮੇਰੀ ਖੰਘ ਨਹੀਂ ਹਟਦੀ, ਕੋਵਿਡ ਤਾਂ ਹੋ ਚੁੱਕਾ ਸੀ ਪਹਿਲੇ, ਹੈ ਨਾ, ਤੇ ਬਾਅਦ ਚ ਖੰਘ ਨਹੀਂ ਸੀ ਹਟਦੀ, ਤੇ ਇਹਨਾਂ ਨੂੰ ਮੈਂ ਦਵਾਈ ਦਿੱਤੀ, ਇਹ ਕਹਿੰਦੇ ਮੇਰੇ ਸੇਮ ਡੇ ਫਰਕ ਪੈ ਗਿਆ। Well, can you believe So that? ਮੈਂ ਤਾਂ ਖੁਦ ਸਰਪ੍ਰਾਈਜ਼ ਹੋ ਗਿਆ ਨਹੀਂ, ਪੈਣੀ ਪਰ if you remember those days, ਜਦੋਂ ਲੋਕਾਂ ਨੂੰ ਹੁੰਦੀ ਸੀ ਨਾ ਕੋਵਿਡ ਦੇ, ਲੌਂਗ ਕੋਵਿਡ, Yeah. ਤੇ ਬਹੁਤ ਲੋਕਾਂ ਨੂੰ ਕਾਫੀ ਮਹੀਨੇ ਤੱਕ ਰਹੀ, 2 ਮਹੀਨੇ ਤੱਕ ਰਹੀ ਹੈ ਉਹ। That's right. ਐਂਡ ਦੇ ਹੈਵ ਟਰਾਈਡ, ਮੈਂ ਤੁਹਾਨੂੰ ਇੱਕ ਕਿਸੇ ਬੰਦੇ ਦਾ ਵੀ ਕੇਸ ਲੈ ਕੇ ਆਇਆ ਸੀ, ਮੈਨੂੰ ਯਾਦ ਹੈ, ਹਰ ਤਰ੍ਹਾਂ ਦੀ ਉਹਨੇ ਸਿਰਪ ਟਰਾਈ ਕੀਤੀ, ਚੈਸਟ ਦੀ, ਡਰਾਈ ਦੀ, ਤੇ ਯੂ نو ਕਿਸੇ ਚੀਜ਼ ਦਾ ਫਰਕ ਨਹੀਂ ਸੀ ਉਹਨੂੰ ਪਿਆ। ਐਂਡ ਫਿਰ ਤੁਸੀਂ ਉਹਨਾਂ ਨੂੰ ਦਵਾ ਦਿੱਤੀ, ਵਿਦਿਨ ਅ ਡੇ ਉਹਨੂੰ ਫਰਕ ਪੈ ਗਿਆ ਸੀ। ਸੋ ਕਈ ਵਾਰੀ ਇਦਾਂ ਦਵਾਈ ਬਹੁਤ ਜਲਦੀ ਕੰਮ ਕਰਦੀ, ਹੋਮਿਓਪੈਥੀ ਜਾਦੂ ਮੰਗਰ ਕਰਦੀ ਹੈ। ਸੋ ਥੈਂਕ ਯੂ ਵੈਰੀ ਮਚ ਪਰਮਜੀਤ, ਐਂਡ ਆਈ ਥਿੰਕ ਦੇयर ਵਾਸ ਸਮ ਨੰਬਨੈਸ ਇਨ ਦੀ ਆਰਮ ਐਜ਼ ਵੈਲ, that got better too, ਹੈ ਨਾ? ਯਾ ਅਸੀਂ ਉਹਦੇ ਬਾਰੇ ਥੋੜੀ ਚਰਚਾ ਕਰੀਏ, ਕਿਉਂ ਹੋਈ ਰਾਮਨਸ, ਉਹਦੇ ਕਿਉਂ ਸੀਗੀ ਫਿਰ? ਇਹ ਪਤਾ ਨਹੀਂ ਕਿਉਂ ਹੋਈ ਹੈ, ਇਹ ਦੇਖੋ, ਇਹ ਨਵੀਂ ਵਾਇਰਸ ਆਈ ਹੈ ਨਾ, ਪਰ ਕੋਵਿਡ ਨਾਲ ਕੋਈ ਰਿਲੇਟਡ ਨਹੀਂ ਸੀ? ਨਹੀਂ, ਇਹ ਸੀਗਾ, ਦਿਸ ਵਾਸ ਲੌਂਗ ਕੋਵਿਡ ਐਜ਼ ਵੈਲ। ਲੌਂਗ ਕੋਵਿਡ ਐਜ਼ ਵੈਲ। ਯਾ, ਤੇ ਬਾਅਦ ਚ ਇਹਦਾ ਇੱਕ ਹੋਰ ਸਿੰਪਟਮ ਰਹਿ ਗਿਆ ਸੀ ਵੀ ਉਹ ਨੰਬਨੈਸ ਸੀਗੀ ਬਾਂਹ ਦੇ ਵਿੱਚ, ਤੇ ਉਹ ਵੀ ਅਸੀਂ ਹੋਮਿਓਪੈਥੀ ਦਵਾਈ ਦਿੱਤੀ, ਉਹ ਵੀ ਠੀਕ ਹੋ ਗਿਆ। ਇਕੱਲੇ ਬਾਂਹ ਦੇ ਵਿੱਚ? ਹਾਂਜੀ, ਹਾਂ, ਬਾਂਹ ਵਿੱਚ ਨੰਬਨੈਸ ਸੀ। ਦੈਟਸ ਰਾਈਟ। ਤੇ ਸੋ ਇੱਦਾਂ ਦੇ ਹੈਗੇ ਭਈ ਕੇਸਿਸ ਆਉਂਦੇ ਰਹਿੰਦੇ ਆ, ਬੜੇ ਅਜੀਬ ਰਿਜ਼ਲਟ ਕਈ ਵਾਰੀ ਆਉਂਦੇ ਆ, ਤੇ ਅਸੀਂ ਕਦੇ ਐਕਸਪੈਕਟ ਨਹੀਂ ਕਰੀਦਾ ਵੀ ਇੰਨੀ ਜਲਦੀ ਕੰਮ ਕਰ ਜਾਏਗੀ ਹੋਮਿਓਪੈਥਿਕ ਦਵਾਈ। ਹਰੇਕ ਵਾਰੀ ਤਾਂ ਨਹੀਂ ਕਰਦੀ ਹੈਗੀ, ਇੱਦਾਂ ਨਹੀਂ ਕਹਿ ਸਕਦੇ ਵੀ ਹਰੇਕ ਕੇਸ ਵਿੱਚ ਇੰਨੇ ਜਲਦੀ ਆਰਾਮ ਆ ਜਾਊਗਾ, ਪਰ ਕਈ ਵਾਰੀ ਇੱਦਾਂ ਸਰਪ੍ਰਾਈਜ਼ਿੰਗ ਰਿਜ਼ਲਟ ਆਉਂਦੇ ਆ, ਬਹੁਤ ਕੁਇਕ ਰਿਜ਼ਲਟ ਹੋਮਿਓਪੈਥੀ ਦਾ ਆਉਂਦਾ ਹੈ। ਸੋ ਵੈਰੀ ਸਰਪ੍ਰਾਈਜ਼ਿੰਗ, ਕਿਉਂਕਿ ਨਵੀਂ ਕੰਡੀਸ਼ਨ ਹੈ, ਇਹਦੇ ਬਾਰੇ ਹਾਲੇ ਕਿਸੇ ਨੂੰ ਕੁਛ ਪਤਾ ਨਹੀਂ ਬਾਹਲਾ। ਤੇ ਹੁਣ ਕਹਿੰਦੇ ਆ ਵੀ ਅਬਾਊਟ 1 ਮਿਲੀਅਨ ਲੋਕ ਹੈਗੇ ਦੁਨੀਆ ਵਿੱਚ ਜਿਨ੍ਹਾਂ ਨੂੰ ਕੋਵਿਡ ਹੋਇਆ ਸੀ, ਤੇ ਉਹ ਤੋਂ ਬਾਅਦ ਉਹਨਾਂ ਦੇ ਕਈ ਸਿੰਪਟਮ ਰਹਿ ਗਏ ਜਾਂ ਉਹ ਠੀਕ ਨਹੀਂ ਹੋ ਰਹੇ। ਐਟ ਲੀਸਟ 1 ਮਿਲੀਅਨ ਪੀਪਲ ਹੈਗੇ ਉਹ ਸਫਰਿੰਗ ਕਰ ਰਹੇ ਐਟ ਦ ਮੋਮੈਂਟ। ਪਰ ਔਨ ਦੀ ਅਦਰ ਹੈਂਡ, ਅਗਰ ਜੇ ਦੇਖਿਆ ਜਾਵੇ, ਆਮ ਨੋਟ ਟ੍ਰਾਈਂਗ ਟੂ ਜਸਟੀਫਾਈ, ਮੈਜੋਰਿਟੀ ਲੋਕਾਂ ਨੂੰ ਤੇ 1 ਮਿਲੀਅਨ ਤੇ ਕੁਝ ਵੀ ਨਹੀਂ ਹੈਗਾ ਵਰਲਡ ਦੇ, ਜੇ ਤੁਸੀਂ ਦੇਖਿਆ ਜਾਵੇ, ਇਟਸ ਅ ਵੈਰੀ ਸਮਾਲ ਨੰਬਰ। Yeah, so it may be more, but just an could be, estimate, just at least 1 million people ਕਹਿੰਦੇ ਸੀ ਪਿਆ ਹੈਗਾ ਆ। This was actually about 6 months ago, ਜਿਹੜਾ ਰਿਪੋਰਟ ਸੀ 1 ਮਿਲੀਅਨ, ਹੁਣ ਤੱਕ ਕੁਝ ਜ਼ਿਆਦਾ ਹੋਣਗੇ, ਕੇਸ ਤਾਂ ਦਿਨ ਪਰ ਦਿਨ ਵੱਧਦੇ ਹੀ ਰਹਿੰਦੇ, ਆਉਂਦੇ ਡਾਕਟਰ ਜੀ, ਬੜਾ ਇੰਪੋਰਟੈਂਟ ਹੈਗਾ, ਯੂ ਨੋ, ਜਦੋਂ ਕਹਿੰਦੇ ਆ ਕਿ ਮੈਂ ਦਵਾ ਖਾਦੀ, ਮੈਨੂੰ ਆਰਾਮ ਆ ਗਿਆ, ਉਹ ਕਹਿੰਦਾ ਤੁਸੀਂ ਮੈਨੂੰ ਦਿੱਤੀ, ਮੈਨੂੰ ਫਰਕ ਨਹੀਂ ਪਿਆ। ਇਹ ਬੋਡੀ ਤੇ ਬੜਾ, ਹੁਣ ਜਿਹੜੇ ਲੌਂਗ ਕੋਵਿਡ ਹੋਇਆ, ਹਰ ਇੱਕ ਨੂੰ ਨਹੀਂ ਹੋਇਆ, ਕਿਸੇ ਨੂੰ ਹੋਇਆ, ਉਹ ਲੋਕਾਂ ਨੂੰ ਫਾਇਦੇਮੰਦ ਵੀ ਬਹੁਤ ਰਿਹਾ ਉਹਦੇ ਨਾਲ। ਰਾਈਟ, ਕਿ ਕਈ ਲੋਕਾਂ ਨੂੰ ਕੋਵਿਡ ਹੋਇਆ, ਉਸ ਤੋਂ ਬਾਅਦ ਬਿਲਕੁਲ ਫਿੱਟ ਹੋ ਗਏ, ਰਿਕਵਰ ਹੋ ਗਏ, ਸੋ ਨੋ ਪ੍ਰੋਬਲਮ। ਕਈਆਂ ਨੂੰ ਕੋਈ ਪ੍ਰੋਬਲਮ ਨਹੀਂ ਆਇਆ, ਠੀਕ ਹੁਣ ਮੈਂ ਤੁਹਾਨੂੰ ਜੇ ਬੂਸਟਰ ਦੀ ਗੱਲ ਕਰਾਂ, ਉਹਦੇ ਨਾਲ ਵੀ ਬੜੇ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਲਗਾਇਆ। ਕਈਆਂ ਨੂੰ ਉਹਦਾ ਇਫੈਕਟ ਲੱਗਿਆ, ਤਾਂ ਹਫਤਾ ਜਾਂ 2-4 ਦਿਨ ਰਿਹਾ ਥੋੜਾ ਜਿਹਾ ਉਹਦਾ। ਯਾ ਤਾਂ ਮੋਸਟਲੀ ਪੀਪਲ ਉਹਨਾਂ ਨੂੰ ਹੁੰਦਾ ਹੈ, ਤੇ ਬਾਅਦ ਚ ਕੋਈ ਆਫਟਰ ਇਫੈਕਟਸ ਨਹੀਂ ਹੁੰਦੇ ਹੈਗੇ। ਡਾਕਟਰ, ਬਿਫੋਰ ਅਸੀਂ ਮੁੱਦੇ ਤੇ ਵਾਪਸ ਜਾਈਏ, ਤੁਸੀਂ ਉਹਦੇ ਬਾਂਹ ਦੀ ਗੱਲ ਕਰਦੇ ਸੀਗੇ, ਕੋਈ ਇਹਦੇ ਚ ਨੋਨ ਫੈਕਟ ਹੈਗਾ ਜੇ ਤੁਹਾਡੇ ਹਾਈ ਪੋਟੈਸ਼ੀਅਮ ਹੋਵੇ ਤੇ ਤੁਹਾਡੇ ਪਿੰਨ ਜਾਂ ਨੀਡਲਸ ਹੁੰਦੇ ਆ ਹੱਥਾਂ ਬਾਹਾਂ ਦੇ ਵਿੱਚ? ਨਹੀਂ, ਕੋਈ ਵੀ ਦੇਖੋ, ਪੋਟੈਸ਼ੀਅਮ, ਸੋਡੀਅਮ, ਜਿਹੜੇ ਵੀ ਹੈਗੇ ਆ ਐਲੀਮੈਂਟਸ ਨਾ ਬੋਡੀ ਨੂੰ ਚਾਹੀਦੇ ਆ, ਅਪ ਐਂਡ ਡਾਊਨ ਕੋਈ ਵੀ ਹੋ ਜਾਵੇ, ਉਹਦਾ ਕੋਈ ਨਾ ਕੋਈ ਇਫੈਕਟ ਹੋ ਸਕਦਾ ਹੈ। ਇਫੈਕਟ ਹੋ ਸਕਦਾ, ਦੈਟਸ ਰਾਈਟ, ਕਿ ਕੋਈ ਬੋਡੀ ਜਿਹੜੀ ਉਹ ਬੈਲੈਂਸ ਰੱਖਦੀ ਆ। ਤੁਸੀਂ ਲੂਣ ਜ਼ਿਆਦਾ ਖਾਂਦੇ ਆ ਨਾ, ਤਾਂ ਬੋਡੀ ਐਕਸਪੈਲ ਕਰਦੀ ਹੈ ਐਕਸੈਸ ਜਿੰਨਾ ਹੁੰਦਾ। ਪੋਟੈਸ਼ੀਅਮ ਜ਼ਿਆਦਾ ਖਾਂਦੇ, ਬੋਡੀ ਐਕਸੈਸ ਜਿਹੜਾ ਐਕਸਪੈਲ ਕਰ ਦਿੰਦੀ ਹੈ, ਹਾਂਜੀ। ਤੇ ਉਹਦੀ ਕੋਈ ਕਮੀ ਹੋ ਜਾਵੇ, ਫਿਰ ਤੁਹਾਡਾ ਦਿਲ ਕਰਦਾ ਵੀ ਮੈਂ ਉਹ ਲੂਣ ਜ਼ਿਆਦਾ ਖਾਵਾਂ, ਹੈ ਨਾ। ਸੋ ਬੋਡੀ ਬੈਲੈਂਸ ਰੱਖਦੀ ਆ, ਅਪ ਐਂਡ ਡਾਊਨ ਹੋ ਵੀ ਉਹਦਾ ਕੋਈ ਨਾ ਕੋਈ ਇਫੈਕਟ ਤਾਂ ਹੋਣਾ ਹੀ ਹੁੰਦਾ, ਹਾਂਜੀ। ਚਲੋ, ਦੈਟਸ ਨਾਈਸ, ਥੈਂਕ ਯੂ ਤੁਹਾਡਾ ਕਾਲ ਕਰਨ ਦਾ। ਬਸ ਵੱਡੀ ਗੱਲ ਹੈ ਕਿ ਤੁਹਾਨੂੰ ਕਫ ਤੋਂ ਫਰਕ ਪੈ ਗਿਆ। ਪਲੀਜ਼ ਕੀਪ ਵਾਚਿੰਗ। ਹਮੇਸ਼ਾ ਮੈਂ ਫਿਰ ਰਿਪੀਟ ਕਰਾਂਗਾ ਕਿ ਬੜਾ ਇਨਫੋਰਮੇਟਿਵ, ਬੜਾ ਐਜੂਕੇਸ਼ਨ ਸ਼ੋ ਹੁੰਦਾ, ਕੋਈ ਨਾ ਕੋਈ ਫਾਇਦਾ ਹੁੰਦਾ। ਕੀਪ ਕਾਲਿੰਗ 0121551001। ਜਦੋਂ ਤੁਸੀਂ ਸਾਡੇ ਹੈੱਡ ਆਫਿਸ ਨੂੰ ਕਾਲ ਕਰਦੇ ਹੋ, ਫਿਰ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਸ਼ੋਅ ਦੇ ਵਿੱਚ ਆਪਣੀ ਗੱਲਬਾਤ ਕਰਨਾ ਚਾਹੁੰਦੇ, ਦੈਨ ਦੇ ਵਿਲ ਪੁੱਟ ਦਾ ਕਾਲ ਥਰੂ ਹੇਅਰ। ਥੈਂਕ ਯੂ ਤੁਹਾਡੇ ਕਾਲ ਕਰਨ ਦਾ ਜੀ। ਡਾਕਟਰ ਜੀ, ਹਾਂਜੀ, ਸੋ ਆਪਾਂ ਕਾਜ਼ਸ ਆਫ ਡਿਜ਼ੀਜ਼ ਬਾਰੇ ਗੱਲ ਕਰ ਰਹੇ ਸੀ, ਤੇ ਮੇਰੇ ਖਿਆਲ ਆਪਾਂ ਦੇਖ ਲਈਏ ਵੀਡੀਓ ਜਿਹੜਾ ਬਣਾਇਆ ਸੀ। ਵੀਡੀਓ ਮੈਂ ਸੁਖਦੇਵ ਨੂੰ ਪੁੱਛਾਂਗਾ ਜੇ ਤੇ ਕਲਿੱਪ ਅਵੇਲੇਬਲ ਹੈਗਾ ਤੇ ਲਗਾ ਦਿਓ, ਤੇ ਥੋੜੀ ਵੈਸੇ ਬ੍ਰੇਕ ਦਾ ਵੀ ਟਾਈਮ ਹੋ ਰਿਹਾ, ਨਾ ਵਦਰ ਵੀ ਕੈਨ ਪਲੇ ਦੈਟ।
ਤੇ ਚਲੋ ਆਪਾਂ ਗੱਲ ਜਾਰੀ ਰੱਖਦੇ ਹਾਂ ਜਦ ਤੱਕ ਇਹ ਵਿਲ ਲੈਟ ਮੀ ਨੋ ਕਿ ਕੀ ਹੋ ਰਿਹਾ ਉਹਦੇ ਬਾਰੇ। ਡਾਕਟਰ ਜੀ ਜਿਹੜੇ ਅਸੀਂ ਹੁਣ ਜੇ ਕਾਜ਼ਸ ਦੀ ਗੱਲ ਕਰੀਏ, ਇਹ ਜਦੋਂ ਵੀ ਬਿਮਾਰੀ ਹੁੰਦੀ ਹੈ ਉਹ ਵਿਸ਼ਵ ਦੇ ਤੇ ਕਾਜ਼ ਤਾਂ ਹੁੰਦਾ ਹੀ ਕੋਈ ਨਾ ਕੋਈ। ਹਾਂ, ਕੋਈ ਨਾ ਕੋਈ ਆਪੇ ਤਾਂ ਹੁੰਦੀ ਨਹੀਂ ਬਿਮਾਰੀ। ਦੈਟਸ ਰਾਈਟ, ਕੋਈ ਨਾ ਕੋਈ ਕਾਜ਼ ਜ਼ਰੂਰ ਹੁੰਦਾ ਆ। ਹਾਂ, ਤੇ ਅਸੀਂ ਹੋਮਿਓਪੈਥੀ ਵਿੱਚ ਇਹੀ ਕੋਸ਼ਿਸ਼ ਹਰ ਵੇਲੇ ਕਰੀਦੀ ਵੀ ਕਾਜ਼ ਜ਼ਰੂਰ ਲੱਭੀਏ ਕੀ ਕਾਜ਼ ਆ। ਤੇ ਕਈ ਵਾਰੀ ਮਰੀਜ਼ਾਂ ਨੂੰ ਚੇਤਾ ਹੀ ਭੁੱਲ ਜਾਂਦਾ ਹੈ, ਉਹ ਇੰਨੀ ਲੰਮੀ ਚਿਰ ਦੀ ਬਿਮਾਰੀ ਹੁੰਦੀ ਹੈ, ਉਹਨਾਂ ਨੂੰ ਚੇਤਾ ਹੀ ਨਹੀਂ ਹੁੰਦਾ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ। ਤੇ ਬਹੁਤ ਵਾਰੀ ਆਪਾਂ ਦੇਖਿਆ ਵੀ ਉਹ ਕੋਈ ਇਮੋਸ਼ਨਲ ਕਾਜ਼ ਹੁੰਦਾ ਹੈ। ਹਾਂਜੀ, ਤੇ ਉੱਥੋਂ ਕੋਈ ਨਾ ਕੋਈ ਬਿਮਾਰੀ ਸ਼ੁਰੂ ਹੁੰਦੀ ਆ। ਤੇ ਨੰਬਰ 1 ਆਪਾਂ ਗੱਲ ਕੀਤੀ ਸੀ ਗਰੀਫ ਬਾਰੇ, ਵੀ ਜਦੋਂ ਕਿਸੇ ਦੀ ਮੌਤ ਹੁੰਦੀ ਤਾਂ ਬਹੁਤ ਹੀ ਗਮ ਆਉਂਦਾ ਹੈ, ਬਹੁਤ ਹੀ ਸ਼ੌਕ ਲੱਗਦਾ ਬੰਦੇ ਨੂੰ, ਤੇ ਉੱਥੋਂ ਤੁਹਾਡਾ ਬੋਡੀ ਜਿਹੜੀ ਡਿਸਟਰਬ ਹੋ ਜਾਂਦੀ ਆ, ਮਨ ਵੀ ਡਿਸਟਰਬ ਹੋ ਜਾਂਦਾ ਹੈ, ਤੇ ਉੱਥੋਂ ਕੋਈ ਨਾ ਕੋਈ ਸ਼ੁਰੂ ਹੋ ਜਾਂਦੀ ਬਿਮਾਰੀ। ਡਿਪਰੈਸ਼ਨ ਹੋ ਸਕਦਾ ਹੈ ਜਾਂ ਐਂਗਜ਼ਾਇਟੀ ਹੋ ਸਕਦੀ ਆ, ਤੇ ਜਾਂ ਕੋਈ ਫਿਜ਼ੀਕਲ ਪ੍ਰੋਬਲਮ ਵੀ ਸ਼ੁਰੂ ਹੋ ਜਾਂਦਾ ਹੈ। ਹਾਂਜੀ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ। ਤੇ ਉਹ ਸਪੈਸੀਫਿਕ ਦਵਾਈਆਂ ਹੈਗੀਆਂ ਸਾਡੇ ਕੋਲ ਹੋਮਿਓਪੈਥੀ ਵਿੱਚ ਇੱਦਾਂ ਦੀ ਇਮੋਸ਼ਨਸ ਟਰੀਟ ਕਰਨ ਲਈ। ਰੀਅਲੀ? ਹਾਂ, ਦੈਟਸ ਰਾਈਟ। ਖਾਸ ਕਰਕੇ ਜਿੱਥੇ ਕਿਸੇ ਦੀ ਗਰੀਫ ਤੋਂ ਹੋਇਆ ਹੋਵੇ ਨਾ, ਤੇ ਬਹੁਤ ਹੀ ਬਿਮਾਰੀਆਂ ਅਸੀਂ ਠੀਕ ਕੀਤੀਆਂ ਉਸ ਦਵਾਈ ਦੇ ਨਾਲ। ਤੇ ਉਹ ਵਰਕਸ ਐਟ ਐਨਰਜੀ ਲੈਵਲ। ਹਾਂਜੀ, ਜਿਹੜਾ ਹੁਣ ਤੁਹਾਡਾ ਗਰੀਫ ਆ ਉਹ ਐਨਰਜੀ ਲੈਵਲ ਤੇ ਆ, ਤੇ ਹੋਮਿਓਪੈਥੀ ਦਵਾਈ ਜਿਹੜੀ ਉਹ ਐਨਰਜੀ ਲੈਵਲ ਤੇ ਕੰਮ ਕਰਦੀ ਆ, ਤੇ ਉਹ ਇਟਸ ਲਾਈਕ ਐਨ ਐਂਟੀਡੋਟ। ਹਾਂਜੀ, ਤੇ ਉਹ ਫਟਾਫਟ ਉਹਨਾਂ ਦੇ ਮੂਡ ਪਹਿਲਾਂ ਠੀਕ ਹੋਣ ਲੱਗ ਪੈਂਦੀ ਆ, ਦੇ ਜਸਟ ਫੀਲ ਬੈਟਰ ਇਨ ਦੈਮਸੈਲਵਸ, ਤੇ ਹੌਲੀ ਹੌਲੀ ਫਿਰ ਫਿਜ਼ੀਕਲ ਬਾਡੀ ਦੀ ਜਿਹੜੀ ਕੋਈ ਕੰਪਲੇਂਟ ਹੁੰਦੀ ਉਹ ਵੀ ਠੀਕ ਹੋ ਜਾਂਦੀ ਆ। ਸੋ ਇਮੋਸ਼ਨਲ ਕਾਜ਼ਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗਿਣੇ ਜਾਂਦੇ ਹੋਮਿਓਪੈਥੀ ਵਿੱਚ। ਤੇ ਤੁਹਾਨੂੰ ਪਤਾ ਹੀ ਆ ਵੀ ਕਿਸੇ ਨੂੰ ਕੋਈ ਕ੍ਰੋਧ ਚੜ੍ਹਦਾ ਕਿਸੇ ਗੱਲ ਤੋਂ, ਬਹੁਤ ਜ਼ਿਆਦਾ ਕ੍ਰੋਧ ਆਉਂਦਾ ਹੈ, ਤੇ ਉਹ ਇੱਕਦਮ ਤੁਹਾਡਾ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ। ਹਾਂਜੀ, ਯੂ ਕੈਨ ਮੈਜਰ ਇਟ। ਹਾਂਜੀ, ਸਕਿੰਟਾਂ ਦੇ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਅਪ ਹੋਊਗਾ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ। ਡਾਕਟਰ ਕਈ ਲੋਕਾਂ ਦੀ ਬੜੀ ਬਸ ਮੇਰੇ ਦਿਮਾਗ 'ਚ ਵਰਡ ਸੀ, ਮੈਂ ਗੱਲ ਕਰਦਾ ਸ਼ਾਇਦ ਯਾਦ ਆ ਜੇ, ਉਹਨਾਂ 'ਚ ਕੋਈ ਇਮੋਸ਼ਨ ਨਹੀਂ ਹੁੰਦੀ, ਨਾ ਤੇ ਉਹ ਰੋ ਸਕਦੇ ਨੇ ਨਾ ਉਹ ਹੱਸਦੇ ਨੇ। ਹਾਂ, ਬਹੁਤ ਉੱਥੇ ਫਿਰ ਬਾਡੀ ਨੂੰ ਤਕਲੀਫ ਪਹੁੰਚੀ ਤੇ ਇੱਦਾਂ ਦਾ ਐਟੀਟਿਊਡ। ਹਾਂਜੀ ਹਾਂਜੀ, ਵੈਰੀ ਇੰਟਰਸਟਿੰਗ ਪੁਆਇੰਟ ਆ ਭਾਜੀ ਤੁਹਾਡਾ ਇਹ। ਮੈਂ ਬੜੀ ਸੋਚ ਕੇ ਗੱਲਾਂ ਕਰਦਾ ਵੀ, ਕਿਉਂਕਿ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ, ਮੈਂ ਹੁਣ ਮੈਡੀਕਲ ਸ਼ੋਅ ਕਰਦਾ ਨਾ, ਤੇ ਮੈਂ ਡਾਇਗਨੋਸ ਨਹੀਂ ਕਰਦਾ, ਮੈਂ ਲੋਕਾਂ ਨੂੰ ਦੇਖਦਾ ਹੁੰਦਾ। ਹਾਂਜੀ ਹਾਂਜੀ, ਤੁਸੀਂ ਕਈ ਬੰਦੇ ਦੇਖੋ ਨਾ, ਉਹਨਾਂ 'ਚ ਕੋਈ ਇਮੋਸ਼ਨ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ, that's right। ਤੇ ਮੇਰੇ ਵਰਗੇ ਨੂੰ ਥੋੜੀ ਜਿਹੀ ਗੱਲ ਹੁੰਦੀ ਮੈਂ ਤਾਂ ਢੋਲ ਵਜਾ ਦਿੰਦਾ ਹੁੰਦਾ ਇੱਕਦਮ ਹੀ। ਹਾਂਜੀ, ਸੋ ਬੈਸਟ ਥਿੰਗ ਇਜ਼ ਤੁਸੀਂ ਇਮੋਸ਼ਨਸ ਆਪਣੇ ਕਿਸੇ ਤਰ੍ਹਾਂ ਕੱਢ ਲਓ, ਹੈ ਨਾ, ਕੱਢ ਲਓ ਨਾ। ਹਾਂ, ਐਕਸਪੈਲ ਕਰ ਲਓ ਨਾ, ਤਾਂ ਤੁਸੀਂ ਅੰਦਰੋਂ ਅੰਦਰ ਬੈਟਰ ਫੀਲ ਕਰੋਗੇ। ਤੇ ਇਹ ਜਿਹੜੇ ਲੋਕੀ ਤੁਸੀਂ ਦੱਸਦੇ ਆ ਨਾ ਵੀ ਉਹਨਾਂ ਦੀ ਇਮੋਸ਼ਨ ਨਹੀਂ ਕੋਈ ਹੁੰਦਾ, ਉਹ ਐਕਚੁਅਲੀ ਉਹਨੀ ਸਪਰੈਸ ਕੀਤੇ ਹੁੰਦੇ ਇਮੋਸ਼ਨਸ ਆਪਣੇ। ਅੱਛਾ। ਹਾਂ, ਜਿੱਦਾਂ ਆਪਾਂ ਪਤੀਲੇ ਦੇ ਉੱਤੇ ਢੱਕਣ ਨਹੀਂ ਲਾ ਦੇਈਦਾ, ਸਟੀਮ ਵਿੱਚ ਹੀ ਰਹਿੰਦੀ ਸਾਰੀ, ਪਿੱਛੇ ਰਹਿੰਦੀ ਹੈ ਹਾਂ, ਨਾ। ਉਹ ਇਸੇ ਤਰ੍ਹਾਂ ਉਹਨੇ ਆਪਣੇ ਸਪਰੈਸ ਕੀਤੇ ਹੁੰਦੇ, ਅੰਦਰ ਘੁੱਟੇ ਹੁੰਦੇ ਇਮੋਸ਼ਨਸ, ਤੇ ਉਹ ਫਿਰ ਪ੍ਰੈਸ਼ਰ ਜਿਹੜਾ ਅੰਦਰ ਵੱਧਦਾ ਰਹਿੰਦਾ ਉਹਨਾਂ ਦੇ ਇਮੋਸ਼ਨਲ ਪ੍ਰੈਸ਼ਰ, ਤੇ ਉਹਦੇ ਨਾਲ ਫਿਰ ਕੋਈ ਨਾ ਕੋਈ ਬਿਮਾਰੀ ਪੈਦਾ ਹੋ ਜਾਂਦੀ ਆ। ਪਰ ਇਟਸ ਵੈਰੀ ਇੰਟਰਸਟਿੰਗ, ਇਹਦੇ ਲਈ ਵੀ ਦਵਾਈ ਸਾਡੇ ਕੋਲ ਹੈਗੀ ਆ। ਰੀਅਲੀ ਭਾਜੀ? ਸਪਰੈਸਡ ਇਮੋਸ਼ਨਸ ਲਈ ਹੈਗੀ ਦਵਾਈ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਬੋਡੀ ਲੈਂਗੁਏਜ ਬਾਰੇ ਮੈਂ ਇਹਦੇ ਤੇ ਥੋੜਾ ਬਹੁਤਾ ਕੋਰਸ ਵੀ ਕੀਤਾ ਸੀਗਾ ਆਪਣੀ ਯੰਗ ਏਜ ਦੇ ਵਿੱਚ। ਯੂ ਲਰਨ ਅਬਾਊਟ ਦ ਬੋਡੀ ਲੈਂਗੁਏਜ, ਉਹਨਾਂ ਦਾ ਬਿਹੇਵੀਅਰ, ਜਦੋਂ ਕਿਸ ਤਰ੍ਹਾਂ ਹੱਥ ਕਰਦੇ, ਕਿੱਦਾਂ ਬੈਠਦੇ, ਉਹ ਸਾਰਾ ਕੁਝ ਉਹਦੇ ਬਾਰੇ। ਹੁਣ ਮੈਂ ਕਹਿੰਦਾ ਬਸ ਸਪੈਸ਼ਲੀ ਜੇ ਬੱਚੇ ਗਰੋ ਅਪ, ਜਿਹੜੇ ਬੱਚੇ ਹੁੰਦੇ ਜੇ ਤੁਸੀਂ ਉਹਨਾਂ ਨੂੰ ਦੇਖੋ ਨਾ, ਸਮ ਕਿਡਸ ਆਰ ਵੈਰੀ ਐਕਟਿਵ, ਫੁੱਲ ਆਫ ਲਾਈਫ, ਬਿਸ਼ਪਸ ਹੁੰਦੇ ਨੇ, ਤੇ ਅਸੀਂ ਉਹਨਾਂ ਤੋਂ ਤੰਗ ਆ ਜਾਂਦੇ ਆ। ਤੇ ਇੱਕ ਜਿਹੜਾ ਬੱਚਾ ਚੁੱਪ ਕਰਕੇ ਸ਼ਾਂਤ ਬੈਠਾ ਰਹਿੰਦਾ ਹੈ, ਅਸੀਂ ਕਹਿੰਦੇ ਦੇਖੋ ਕਿੰਨਾ, ਲੇਕਿਨ ਉਹ ਜਿਹੜਾ ਹੁੰਦਾ ਮੈਨੂੰ ਉਹਦੇ ਤੇ ਤਕਲੀਫ ਹੁੰਦੀ ਹੈ ਕਿ ਵਾਟਸ ਰੋਂਗ ਵਿਦ ਦਿਸ ਚਾਈਲਡ। ਹਾਂਜੀ ਹਾਂਜੀ, ਇਹ ਬੱਚਿਆਂ ਵਾਂਗੂ ਕਿਉਂ ਨਹੀਂ ਇੰਜੋਏ ਕਰਦਾ, ਕਿਉਂ ਨਹੀਂ ਇੰਜੋਏ ਕਰਦਾ। ਦੈਟਸ ਰਾਈਟ। ਯਾ ਸੋ ਕਈ ਵਾਰੀ ਇਦਾਂ ਹੁੰਦਾ ਹੈ ਵੀ ਅਸੀਂ ਬੱਚੇ ਨੂੰ ਦਵਾਈ ਦੇਈਦੀ ਆ, ਤੇ ਸਾਨੂੰ 2 ਵੀਕਾਂ ਬਾਅਦ ਹੈ ਨਾ ਕੰਪਲੇਂਟ ਆਉਂਦੀ ਪੈਰੈਂਟ ਦੀ, ਕਹਿੰਦੇ ਇਹ ਤਾਂ ਮਸਤੀਆਂ ਕਰਨ ਲੱਗ ਪਿਆ। ਰੀਅਲੀ? ਦੈਟਸ ਰਾਈਟ। ਸੋ ਅਸੀਂ ਸਮਝਾਈਦਾ ਵੀ ਨਹੀਂ, ਹੀ ਇਜ਼ ਐਕਟਿੰਗ ਲਾਈਕ ਅ ਚਾਈਲਡ ਸ਼ੁਡ ਐਕਟ। ਹਾਂ, ਵੀ ਬੱਚੇ ਇਦਾਂ ਹੀ ਖੇਡਦੇ ਹੁੰਦੇ, ਇਦਾਂ ਹੀ ਮਸਤੀਆਂ ਕਰਦੇ ਹੁੰਦੇ, ਉਹ ਹੁਣ ਨੈਚੁਰਲ ਚੀਜ਼ਾਂ ਕਰਦਾ ਜੋ ਬੱਚੇ ਨੂੰ ਕਰਨੀਆਂ ਚਾਹੀਦੀਆਂ। ਹਾਂਜੀ, ਤੇ ਭਾਜੀ ਜਿਹੜੀ ਇਹ ਗੱਲਾਂ ਜਿਹੜੀ ਬੋਡੀ ਲੈਂਗੁਏਜ ਹੁੰਦੀ ਹੈ, ਇਟਸ ਵੈਰੀ ਇੰਪੋਰਟੈਂਟ ਫॉर द ਅਡਲਟ, ਫॉर ਸਪੈਸ਼ਲੀ ਫॉर द ਪੇਰੈਂਟਸ ਟੂ ਨੋ ਕਿ ਯੂ ਨੋ ਕਿਉਂ ਮੇਰਾ ਬੱਚਾ ਇੱਦਾਂ ਹੈਗਾ। ਪਤਾ ਨਹੀਂ ਸਾਡੇ ਪਾਸ ਟਾਈਮ ਨਹੀਂ ਹੈ, ਪਤਾ ਅਸੀਂ ਇੰਟਰਸਟ ਨਹੀਂ ਲੈਂਦੇ। ਤੁਸੀਂ ਐਕਚੁਅਲੀ ਬੱਚੇ ਦੇ ਬਿਹੇਵੀਅਰ ਤੋਂ ਬੜਾ ਕੁਝ ਲਰਨ ਕਰ ਸਕਦੇ ਹੋ। ਹਾਂਜੀ ਹਾਂਜੀ, ਦੈਟਸ ਰਾਈਟ। ਯਾ ਸੋ ਚਿਲਡਰਨ ਦੈਟਸ ਸਪੋਜ਼ਡ ਟੂ ਬੀ ਨੈਚੁਰਲ, ਨਾ। ਜਦੋਂ ਆਪਾਂ ਐਡਲਟ ਹੋ ਜਾਂਦੇ ਹਾਂ ਨਾ, ਗਰੋ ਅਪ ਹੁੰਦੇ ਹਾਂ, ਤੇ ਅਸੀਂ ਆਪਣੇ ਐਟੀਟਿਊਡ ਥੋੜ੍ਹੇ ਚੇਂਜ ਕਰਨ ਲੱਗ ਪੈਂਦੇ ਹਾਂ, ਤੇ ਅਸੀਂ ਥੋੜ੍ਹਾ ਜਿਹਾ ਦਿਮਾਗ ਨਾਲ ਰੀਜ਼ਨਿੰਗ ਜ਼ਿਆਦਾ ਕਰਦੇ ਹਾਂ, ਹੈ ਨਾ। ਤੇ ਚਲੋ ਫੀਲਿੰਗ ਆਇਆ, ਚਲੋ ਇਹਨੂੰ ਦਬਾ ਲਓ। ਹਾਂਜੀ, ਕਾਹਦੇ ਲਈ ਐਕਸਪ੍ਰੈਸ ਕਰਨਾ, ਕਾਹਦੇ ਲਈ ਗੱਲ ਕਹਿਣੀ ਹੈ।
ਤੇ ਪਰ ਜਿਹੜੇ ਬੱਚੇ ਉਹ ਨੈਚੁਰਲ ਆ, ਜੋ ਉਹਨਾਂ ਦੇ ਮਨ ਵਿੱਚ ਆਉਂਦਾ ਉਹ ਬੋਲ ਦਿੰਦੇ ਆ, ਹਾਂਜੀ, ਜਿੱਦਾਂ ਉਹਨਾਂ ਨੂੰ ਫੀਲਿੰਗ ਆਉਂਦਾ ਉੱਦਾਂ ਉਹ ਬਿਹੇਵ ਕਰ ਲੈਂਦੇ ਆ। ਸੋ ਉਹਨਾਂ ਨੈਚੁਰਲ ਬਿਹੇਵੀਅਰ ਜਿਹੜਾ ਕਦੇ ਰੁਕਣਾ ਨਹੀਂ ਚਾਹੀਦਾ, ਹਾਂਜੀ। ਤੇ ਉਹਨਾਂ ਜਿਹੜੇ ਬੱਚੇ ਨੈਚੁਰਲੀ ਕਈ ਇੱਦਾਂ ਹੁੰਦੇ, ਉਹ ਅੰਦਰੋਂ ਅੰਦਰ ਘੁੱਟਣ ਲੱਗ ਪੈਂਦੇ ਸਭ ਕੁਛ, ਹਾਂਜੀ। ਸੋ ਦੈਟਸ ਅ ਕੋਜ਼ ਫॉर ਸਟਾਰਟਿੰਗ ਐਨ ਇਲਨੈਸ, ਹਾਂਜੀ। ਤੇ ਸੋ ਕਈ ਵਾਰੀ ਦੇਖਿਆ ਵੀ ਬੱਚੇ ਨੂੰ ਦਵਾਈ ਦੇ ਦਿੱਤੀ ਤੇ ਉਹ ਥੋੜ੍ਹਾ ਜਿਹਾ ਫ੍ਰੀ ਹੋ ਜਾਂਦਾ ਉਹਦਾ ਮਨ, ਤੇ ਦੈਟਸ ਸਾਨੂੰ ਸਾਡੇ ਲਈ ਗੁੱਡ ਸਾਈਨ ਹੁੰਦਾ ਵੀ ਇਹਦੀ ਹੁਣ ਬਿਮਾਰੀ ਜਿਹੜੀ ਠੀਕ ਹੋ ਜਾਣੀ ਹੈ। ਅੱਛਾ। ਹਾਂਜੀ ਹਾਂਜੀ ਯਾ ਪਰ ਆਈ ਥਿੰਕ ਇੱਕ ਗੱਲ ਹੁੰਦੀ ਹੈ, ਜਦ ਵੀ ਬੱਚਾ ਜਿੰਨਾ ਵੀ ਮਸਤੀ ਕਰੇ, ਮਸਤੀਖੋਰ ਹੋਵੇ, ਚਲਾਂਗਾ ਸ਼ਲੂਗਾ ਮਾਰਦਾ ਫਿਰ, ਇਟਸ ਗੁੱਡ ਫॉर ਦੀ ਹੈਲਥ ਬੱਚੇ ਲਈ ਹਮੇਸ਼ਾ। ਅਸੀਂ ਉਹਦੇ ਤੇ ਰੁਕਾਵਟ ਪਾ ਦਿੰਦੇ ਹਾਂ ਹਮੇਸ਼ਾ, ਦੈਟਸ ਰਾਈਟ। ਉਹਨੂੰ ਝਾੜ ਕੇ ਇੱਕ ਥੱਪੜ ਮਾਰ ਕੇ ਉਹਨੂੰ ਆਰਾਮ ਨਾਲ ਬਿਠਾ ਦੇਣਾ। ਦੈਟਸ ਰਾਈਟ ਯਾ। ਤੁਹਾਨੂੰ ਪਤਾ ਹੈ ਵੀ ਜਿਹੜੇ ਕੁੱਤੇ ਰੱਖਦੇ ਐਸ ਪੈਟਸ, ਹਾਂਜੀ, ਤੇ ਉਹਨਾਂ ਨੂੰ ਬਾਹਰ ਵਾਕ ਕਰਾਉਣ ਲੈ ਜਾਂਦੇ ਆ, ਤੇ ਉਹਨਾਂ ਨੂੰ ਦੌੜਾਉਣਾ ਚਾਹੀਦਾ ਆ, ਕਿਉਂਕਿ ਕਈ ਇੱਦਾਂ ਦੀਆਂ ਨਸਲਾਂ ਹੈਗੀਆਂ ਆ, ਦੇ ਨੀਡ ਅ ਲੋਟ ਆਫ ਐਕਸਰਸਾਈਜ਼। ਬਿਲਕੁਲ, ਹਾਂਜੀ। ਤੇ ਉਹ ਫਿਰ ਜੇ ਉਹਨਾਂ ਨੂੰ ਐਕਸਰਸਾਈਜ਼ ਪੂਰੀ ਨਹੀਂ ਮਿਲਦੀ ਹੈਗੀ ਬਾਹਰ, ਹੈ ਨਾ, ਤਾਂ ਉਹ ਅੰਦਰ ਫਿਰ ਤੰਗ ਕਰਨ ਲੱਗ ਪੈਂਦੇ ਆ। ਭਾਜੀ ਇਹ ਵੀ ਤੁਹਾਡਾ, ਜਿੱਦਾਂ ਤੁਸੀਂ ਮੈਨੂੰ ਕਹਿ ਦਿੰਦੇ ਹੋ ਮੈਂ ਕੋਈ ਸਵਾਲ ਪੁੱਛਦਾ ਕੰਪਲੀਮੈਂਟ, ਮੈਂ ਵੀ ਤੁਹਾਨੂੰ ਕੰਪਲੀਮੈਂਟ ਦਿੰਦਾ ਇਹਦੇ ਤੇ। ਅਸੀਂ ਇੱਕ ਡੌਗ ਘਰ ਰੱਖਿਆ, ਅੰਦਰ ਤਾਂ ਦੌੜ ਭੱਜ ਨਹੀਂ ਸਕਦਾ, ਅਗਰ ਜੇ ਮੈਂ ਉਹਦੀ ਐਗਜ਼ਾਮਪਲ ਲਵਾਂ, ਫਿਰ ਜਦੋਂ ਤੁਸੀਂ ਉਹਨੂੰ ਬਾਹਰ ਲੈ ਕੇ ਜਾਂਦੇ ਹੋ, ਬਿਕੋਜ਼ ਤੁਸੀਂ ਬਿਲਟ ਅਪ ਏਰੀਆ 'ਚ ਰਹਿੰਦੇ ਹੋ, ਉਹਨੂੰ ਲੇਟ ਵਿੱਚ ਪਾਇਆ ਹੁੰਦਾ, ਤੇ ਉਹ ਤੁਹਾਡੇ ਨਾਲ ਤੁਹਾਡੇ ਉਹਦੀ ਐਕਸਰਸਾਈਜ਼ ਤਾਂ ਹੈ ਨਹੀਂ, ਐਕਸਰਸਾਈਜ਼ ਹੈ ਨਹੀਂ ਗੀ, ਦੈਟਸ ਰਾਈਟ ਯੈਸ। ਉਹਨੂੰ ਪਾਰਕ 'ਚ ਲੈ ਕੇ ਜਾਓ, ਬਿਕੋਜ਼ ਸਮਟਾਈਮਸ ਦ ਡੌਗ ਵਾਂਟਸ ਟੂ ਰਨ ਅਰਾਊਂਡ ਇਨ ਦ ਪਾਰਕ। ਦੈਟਸ ਰਾਈਟ। ਸੋ ਕਈ ਬਰੀਡਸ ਆਫ ਡੌਗ ਹੈਗੇ ਇੱਦਾਂ ਦੇ, ਉਹਨਾਂ ਨੂੰ ਬਹੁਤ ਜ਼ਿਆਦਾ ਐਕਸਰਸਾਈਜ਼ ਚਾਹੀਦੀ, ਦੇ ਨੀਡ ਟੂ ਰਨ ਐਂਡ ਗੈਟ ਦੈਟ ਐਨਰਜੀ ਆਊਟ। ਤੇ ਇਸੇ ਕਰਕੇ ਫਿਰ ਉਹ ਮਿਸਬਿਹੇਵ ਕਰਨ ਲੱਗ ਪੈਂਦੇ ਕਈ ਵਾਰੀ ਘਰ ਵਿੱਚ, ਕਿਉਂਕਿ ਉਹਨਾਂ ਦੀ ਪੂਰੀ ਐਨਰਜੀ ਨਿਕਲਦੀ ਨਹੀਂ ਬਾਹਰ। ਸੋ ਇਹੀ ਹਾਲ ਕਈ ਵਾਰੀ ਬੱਚਿਆਂ ਦਾ ਹੁੰਦਾ, ਹਾਂਜੀ। ਦੇ ਨੀਡ ਟੂ ਲੈਟ ਆਫ ਸਟੀਮ, ਦੇ ਨੀਡ ਟੂ ਗੈਟ ਰਿਡ ਆਫ ਦ ਐਕਸੈਸ ਐਨਰਜੀ, ਤੇ ਪਰ ਉਹ ਉਹਨਾਂ ਨੂੰ ਅੰਦਰ ਹੀ ਕੁੱਟ ਕੇ ਰੱਖਣਾ, ਤੇ ਉਹ ਫੀਲਤਾਂ ਕਰਨ ਲੱਗ ਪੈਂਦੇ ਕਈ ਵਾਰੀ। ਡਾਕਟਰ ਜੀ ਵਾਪਸ ਕਰੀਏ ਹੁਣ ਅਸੀਂ ਕਾਜ਼ਜ਼ ਆਫ ਡਿਜ਼ੀਜ਼ਸ। ਮੈਂ ਜਿੱਦਾਂ ਕਹਿ ਕੇ ਹਟਿਆ ਪਹਿਲਾਂ, ਕਿਉਂਕਿ ਹਰ ਦਫਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੁੰਦੀ ਹੈ, ਕੋਈ ਨਾ ਕੋਈ ਤਾਂ ਉਹਦਾ ਮਕਸਦ ਹੁੰਦਾ ਹੀ ਹੈ, ਸਮ ਰੀਜ਼ਨ, ਤੁਹਾਡੀ ਲਾਈਫ ਸਟਾਈਲ ਦਾ, ਤੁਹਾਡੇ ਖਾਣ ਪੀਣ ਦਾ, ਤੁਹਾਡੇ ਡਾਈਟ ਦਾ। ਕਈ ਚੀਜ਼ਾਂ ਤੁਸੀਂ ਐਕਸੈਸਿਵ ਖਾਂਦੇ ਹੋ ਕਿਉਂਕਿ ਤੁਹਾਨੂੰ ਦੱਸਿਆ ਗਿਆ ਉਹ ਫਾਇਦੇਮੰਦ ਹੈਗੀਆਂ, ਕਿਉਂਕਿ ਜਿਹੜੀ ਚੀਜ਼ ਫਾਇਦੇਮੰਦ ਹੈਗੀ ਹੈ ਤੁਸੀਂ ਐਕਸੈਸਿਵ ਕਰਦੇ ਹੋ, ਉਹਦੀ ਜਿਹੜੀ ਚੀਜ਼ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈ, ਉਹਦੇ ਸਾਈਡ ਇਫੈਕਟ ਉਹਨੂੰ ਹਾਰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਹਾਂਜੀ ਹਾਂਜੀ ਦੈਟਸ ਰਾਈਟ। ਨੋਇੰਗ ਅਨਨੋਇੰਗਲੀ ਅਸੀਂ ਆਪਣੇ ਖੁਦ ਬਿਮਾਰੀ ਲੈ ਲਈ। ਮੋਸਟ ਕਾਮਨ ਕੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਕਹਿੰਦੇ ਹੋ ਕਿ ਕਾਜ਼ਜ਼ ਆਫ ਡਿਜ਼ੀਜ਼ਸ ਹੈਗੀਆਂ ਟੂ ਵਰੀ ਅਬਾਊਟ, ਉਹ ਜਾ ਕੇ ਤੁਸੀਂ ਜਿਹਦੇ ਉੱਪਰ ਥੋੜੀ ਗੌਰ ਕਰਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ? ਹਾਂਜੀ। ਸੋ ਫਿਕਰ ਕਰਨਾ ਜਿਹੜਾ ਆ, ਹਾਂਜੀ, ਦੈਟਸ ਵੈਰੀ ਬੈਡ। ਐਕਸੈਸਿਵ ਫਿਕਰ ਕਰਨਾ ਹੁਣ ਸਾਡੀ ਕੌਮ ਵਿੱਚ ਇਹ ਬਹੁਤ ਕਾਮਨ ਆ, ਤੇ ਆਪਣੇ ਜਿਹੜੀ ਔਲਾਦ ਹੈ ਉਹਦੇ ਬਾਰੇ ਫਿਕਰ ਕਰੀ ਜਾਣਾ, ਹਾਂਜੀ। ਸੋ ਬਹੁਤ ਹੀ ਇੱਦਾਂ ਦੇ ਸਾਨੂੰ ਕੇਸਿਸ ਆਉਂਦੇ, ਪੇਸ਼ੈਂਟਸ ਆਉਂਦੇ ਆ, ਤੇ ਉਹ ਕਹਿੰਦੇ ਜੀ ਅਸੀਂ ਜੇ ਪੁੱਛੀਦਾ ਨਾ ਵੀ ਤੁਹਾਨੂੰ ਕੀ ਫਿਕਰ ਆ, ਕੀ ਪ੍ਰੋਬਲਮ ਹੈ ਘਰ ਵਿੱਚ, ਤੇ ਉਹ ਕਹਿੰਦੇ ਮੈਂ ਆਪਣੇ ਪੁੱਤ ਬਾਰੇ ਫਿਕਰ ਕਰੀ ਜਾਂਦਾ। ਭਾਜੀ ਇਹ ਬਹੁਤ ਇੰਪੋਰਟੈਂਟ ਗੱਲ ਹੈ, ਮੈਂ ਗੱਲ ਕਰਾਂਗਾ, ਮੈਂ ਭੁੱਲਣਾ ਜਾਵਾਂ, ਤੁਸੀਂ ਯਾਦ ਕਰਦੇ ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਭਾਜੀ, ਦੱਸਣਾ ਚਾਹੋਗੇ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਹਾਂਜੀ ਭਾਜੀ, ਤੁਸੀਂ ਪਾਲ ਜੀ, ਮੈਂ ਮਿਸਿਸ ਗਰੇਵਾਲ ਬੋਲਦੀ ਹਾਂ। ਉਹ ਭੈਣ ਜੀ ਬਹੁਤ ਬਹੁਤ ਅੱਛਾ ਲੱਗਿਆ, ਸਵਾਗਤ। ਡਾਕਟਰ ਜੀ ਬੜੀ ਦੇਰ ਬਾਅਦ ਆਏ ਨੇ, ਅੱਜ ਤੁਹਾਡਾ ਮੌਕਾ ਲੱਗ ਗਿਆ, ਤੁਸੀਂ ਖੁੱਲ ਕੇ ਡਾਕਟਰ ਜੀ ਨਾਲ ਗੱਲ ਕਰੋ ਹੁਣ। ਹਾਂਜੀ ਹਾਂਜੀ ਬੋਲੋ ਜੀ। ਹਾਂਜੀ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਨੂੰ ਨਾ ਜਿਹੜੀ ਹੈਗੀ ਆ ਪ੍ਰੋਬਲਮ ਹੈਗੀ ਆ ਬਹੁਤ ਸਾਲਾਂ ਤੋਂ, ਜਿਹੜੀ ਰੈਨਲਸ ਹੁੰਦੀ ਆ ਨਾ, ਰੇਨੋਡਸ, ਹਾਂਜੀ ਹਾਂਜੀ, ਜਿਹੜੀਆਂ ਉਂਗਲਾਂ ਜਿਹੜੀਆਂ ਮੂਹਰਿਓਂ ਡੈਡ ਹੋ ਜਾਂਦੀਆਂ, ਹਾਂਜੀ ਹਾਂਜੀ, ਤੇ ਉਹ ਡਾਕਟਰ ਪਹਿਲਾਂ ਮੈਂ ਟ੍ਰੀਟਮੈਂਟ ਵੀ ਲੈਂਦੀ ਰਹੀ, ਉਹਨਾਂ ਨੇ 1 ਸਾਲ ਫਿਰ ਮੈਨੂੰ ਉਹ ਦਿੱਤੀ ਜਿਹੜੀ ਹੁੰਦੀ ਹੈ ਡਰੱਗ, ਤੇ ਉਹ ਜਦੋਂ ਗੋਲੀ ਲੈਂਦੀ ਸੀ ਤਾਂ ਉਹ ਮਤਲਬ ਉਹਦੇ ਨਾਲ ਸਰਕੂਲੇਸ਼ਨ ਬਹੁਤ ਤੇਜ਼ ਹੁੰਦਾ ਸੀ, ਹਾਂਜੀ। ਤੇ ਫਿਰ ਉਹ ਪਰ ਸਾਲ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਗਰਮ ਰੱਖ, ਤੇ ਇਹਦਾ ਹੋਰ ਕੋਈ ਇਲਾਜ ਨਹੀਂ ਹੈਗਾ। ਹਾਂਜੀ ਹਾਂਜੀ। ਉਹ ਜੇ ਮੈਂ ਮਾੜੀ ਹੁਣ ਠੰਡ ਆ ਗਈ ਹੈ ਨਾ, ਤੇ ਹੁਣ ਫਰਿੱਜ ਚੋਂ ਕੋਈ ਚੀਜ਼ ਵੀ ਚੱਕੀ ਹੈ ਨਾ, ਤੇ ਸਾਰੀਆਂ ਅੱਠੇ ਦੀਆਂ ਅੱਠੀਆਂ ਜਿਹੜੀਆਂ ਉਂਗਲਾਂ ਦੀਆਂ ਹੈ ਨਾ ਮੂਹਰਲੇ ਪੋਟੇ ਬਿਲਕੁਲ ਹਲਦੀ ਵਾਂਗੂ ਪੀਲੇ ਹੋ ਜਾਂਦੇ। ਹਾਂਜੀ ਹਾਂਜੀ। ਤੇ ਹੁਣ ਪੈਰਾਂ ਦੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ। ਰਾਈਟ ਰਾਈਟ, ਠੀਕ ਹੈ ਜੀ। ਹਾਂਜੀ, ਸੋ ਇਹੀ ਆ ਭੈਣ ਜੀ, ਜਿਹੜੀਆਂ ਖੂਨ ਦੀਆਂ ਨਾੜੀਆਂ ਆ, ਹਾਂਜੀ, ਤੇ ਉਹ ਤੁਹਾਡੀਆਂ ਘੁੱਟਵੀਆਂ ਬਹੁਤ ਜ਼ਿਆਦਾ ਆ, ਹਾਂਜੀ ਹਾਂਜੀ, ਤੇ ਉਹਦੇ ਵਿੱਚ ਹੀ ਖੂਨ ਨਹੀਂ ਜਾਂਦਾ ਹੈਗਾ, ਇਸ ਕਰਕੇ ਠੰਡੀਆਂ ਰਹਿੰਦੀਆਂ, ਤੇ ਇਹਦੇ ਲਈ ਆਪਾਂ ਹੋਮਿਓਪੈਥਿਕ ਦਵਾਈ ਦੇ ਸਕਦੇ ਹਾਂ, ਹਾਂਜੀ, ਤੇ ਉਹ ਖੂਨ ਦੀਆਂ ਨਾੜੀਆਂ ਰਿਲੈਕਸ ਹੋ ਜਾਣਗੀਆਂ, ਖੁੱਲ ਜਾਣਗੀਆਂ, ਤੇ ਜ਼ਿਆਦਾ ਖੂਨ ਪਹੁੰਚੇਗਾ ਉਂਗਲਾਂ ਨੂੰ। ਅੱਛਾ, ਇਹਦਾ ਮਤਲਬ ਇਲਾਜ ਹੈਗਾ ਇਹਦਾ? ਇਲਾਜ ਹੈਗਾ, ਹਾਂਜੀ, ਦੈਟਸ ਰਾਈਟ। ਤੇ ਉਹ ਫਿਰ ਮੈਂ ਕਿਵੇਂ ਤੁਹਾਨੂੰ ਕੰਟੈਕਟ ਕਿਵੇਂ ਕਰੂੰਗੀ ਫਿਰ ਮੈਂ? ਹਾਂਜੀ, ਤੁਸੀਂ ਫਿਰ ਕਾਲ ਚੈਨਲ ਤੋਂ ਨੰਬਰ ਲੈ ਲਓ, ਤੇ ਉਹ ਤੁਹਾਨੂੰ ਨੰਬਰ ਦੇ ਦੇਣਗੇ, ਤੁਸੀਂ ਡਾਇਰੈਕਟ ਫਿਰ ਸਾਡੇ ਨਾਲ ਕੰਟੈਕਟ ਕਰ ਲਿਓ, ਠੀਕ ਹੈ ਜੀ।
ਥੈਂਕ ਯੂ ਭੈਣ ਜੀ ਕਾਲ ਕਰਨ ਦਾ। ਤੁਹਾਨੂੰ ਕਾਲ ਚੈਨਲ ਵਾਪਸ ਰੀਡ ਕਰਕੇ ਨੰਬਰ ਲੈ ਲਓ। ਮੰਡੇ ਵੈਨਸਡੇ ਫਰਾਈਡੇ, ਹੁਣ ਦੇਰ ਹੋ ਗਈ ਮੈਂ ਟਾਈਮ ਵੀ ਭੁੱਲ ਗਿਆ, ਡੇ ਵੀ ਭੁੱਲ ਗਿਆ। ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਐਂਡ 11 ਜੋ ਨੰਬਰ ਮਿਲੇਗਾ ਤੁਹਾਨੂੰ, ਜੋ ਡਾਕਟਰ ਨਾਲ ਕੰਸਲਟੇਸ਼ਨ ਕਰਨੀ ਹੈ ਸੁਬਾਹ 10 ਤੋਂ 11, ਇਹ 3 ਦਿਨ ਤੁਸੀਂ ਕਰ ਸਕਦੇ ਹੋ। ਅਗਰ ਜਿਹੜੀ ਰਿਪੀਟ ਪ੍ਰਸਕ੍ਰਿਪਸ਼ਨ ਔਰ ਡਿਫਰੈਂਟ ਨੰਬਰ ਹੈ ਸੇਮ ਡੇ ਕਾਲ ਕਰਨਾ, ਬਟ ਦੈਟਸ ਬਿਟਵੀਨ 4 and 5 4 and 5 4 and 6 4 and 6 ਸੋ ਯਾਦ ਰੱਖਿਓ, ਇੱਕ ਤੋਂ ਬਾਅਦ ਦਾ ਨੰਬਰ ਹੈਗਾ ਜਿੱਥੇ ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਹਾਂਜੀ, ਸੋ ਆਪਾਂ ਗੱਲ ਕਰ ਰਹੇ ਸੀ ਵੀ ਸਾਡੇ ਬਜ਼ੁਰਗ ਜਿਹੜੇ ਆ ਉਹ ਆਪਣੇ ਔਲਾਦ ਬਾਰੇ ਫਿਕਰ ਬਹੁਤ ਕਰਦੇ ਰਹਿੰਦੇ ਆ। ਡਾਕਟਰ ਜੀ ਮੈਨੂੰ ਤੁਸੀਂ ਬੜਾ ਅੱਛਾ ਕੀਤਾ, ਯਾਦ ਕਰਾਇਆ। ਪੇਰੈਂਟ ਦੀ ਕਹਿੰਦਾ ਦੀ ਚੀਜ਼ ਹੈਗੀ ਹੈ ਨਾ, ਬੱਚਾ ਉਹਨਾਂ ਦਾ ਕਿੰਨਾ ਵੀ ਵੱਡਾ ਹੋ ਜੇ ਸਾਰੀ ਉਮਰ ਉਹਨਾਂ ਦਾ ਫਿਕਰ ਕਰਦੇ ਨੇ, ਸਾਰੀ ਉਮਰ। ਲੇਕਿਨ ਇਹ ਚੀਜ਼ ਬੱਚੇ ਨਹੀਂ ਰਿਅਲਾਈਜ਼ ਕਰਦੇ। ਡੈਡ ਆਮ ਗਰੋਨ ਅਪ, ਡੈਡ ਮੈਂ ਹੁਣ ਵੱਡਾ ਹੋ ਗਿਆ, ਪਰ ਉਹ ਪਿਓ ਨੂੰ ਨਹੀਂ ਨਾ ਦਿਖਾਈ ਦਿੰਦਾ ਨਾ ਕਿ ਵੱਡਾ ਹੋ ਗਿਆ। ਪਿਓ ਦੇ ਚ ਉਹੀ ਪਿਆਰ ਮੁਹੱਬਤ ਹੈ, ਉਹੀ ਬਚਪਨਾ ਜਿਹੜਾ ਛੋਟਾ ਜਿਸ ਨੂੰ ਉਂਗਲੀ ਪਕੜ ਕੇ ਚਲਾਇਆ ਸੀਗਾ, ਉਹਨੂੰ ਤੁਰਨਾ ਸਿਖਾਇਆ, ਤੇ ਉਹ ਦਿਨ ਨਹੀਂ ਭੁੱਲਦੇ ਉਹਨਾਂ ਨੂੰ, ਕਿਉਂਕਿ ਇਮੋਸ਼ਨਲ ਹੁੰਦੇ ਨੇ ਬੰਦੇ, ਇਮੋਸ਼ਨਲ ਹੁੰਦੇ ਆ। ਪਰ ਇਹਦਾ ਇਲਾਜ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ। ਦੱਸੋ ਜੀ। ਇੱਕ ਤੁਸੀਂ ਬੜਾ ਫਿਕਰ ਕਰਦੇ ਹੋ ਕੁਝ ਹੁੰਦਾ ਨਹੀਂ ਹੈਗਾ। ਆਪਣੇ ਦਿਲ ਨੂੰ ਕਹੋ ਜੇ ਮੈਂ ਫਿਕਰ ਨਾ ਕਰਾਂਗਾ, ਰੱਬ ਤੇ ਭਰੋਸਾ ਛੱਡ ਕੇ ਤੁਸੀਂ ਜਿਓ, ਉਹਦਾ ਇਲਾਜ ਆਪੇ ਹੋ ਜਾਣਾ। ਭਾਜੀ ਮੁਸ਼ਕਿਲ ਹੈ, ਲੇਕਿਨ ਆਪਣੇ ਦਿਲ ਨੂੰ ਸਮਝਾਉਣ ਵਾਲੀ ਗੱਲ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਪ੍ਰੋਬਲਮ ਇਹ ਆ ਭਾਜੀ ਵੀ ਉਹ ਫਿਕਰ ਕਰਦੇ ਰਹਿੰਦੇ ਆ ਤੇ ਉਹ ਕੋਈ ਨਾ ਕੋਈ ਬਿਮਾਰੀ ਪੈ ਜਾਂਦੀ। ਦੈਟਸ ਰਾਈਟ। ਸੋ ਬਹੁਤ ਹੀ ਬਿਮਾਰੀਆਂ ਅਸੀਂ ਠੀਕ ਕੀਤੀਆਂ ਉਹਨਾਂ ਦੀ ਇਹ ਫਿਕਰ ਤੇ ਬੇਸ ਕਰਕੇ ਵੀ ਇਹਨਾਂ ਦੇ ਮਨ ਵਿੱਚ ਹਰ ਵੇਲੇ ਫਿਕਰ ਰਹਿੰਦਾ ਆ। ਉੱਥੇ ਵੀ ਸਾਡੇ ਕੋਲ ਸਪੈਸੀਫਿਕ ਹੋਮਿਓਪੈਥ ਵਿੱਚ ਜਿਹੜਾ ਬੰਦਾ ਦੱਬਿਆ ਬੈਠਾ, ਤੁਹਾਡੀ ਪਸੂਦੀਆਂ ਦਵਾਈਆਂ ਹੈਗੀਆਂ ਨੇ, ਜਿਹੜਾ ਫਿਕਰ ਕਰਦਾ ਕਿੰਨਾ ਕੁਝ ਹੈਗਾ ਇਹਦੇ ਵਿੱਚ। ਤੁਸੀਂ ਦੈਟਸ ਰਾਈਟ। ਹਾਂ, ਜਿੱਦਾਂ ਮੈਂ ਕਹਿਣਾ ਜੇ ਤੁਸੀਂ ਫਿਕਰ ਕਰੀ ਜਾਂਦੇ ਤੁਸੀਂ ਡਿਪਰੈਸ਼ਨ ਚਲ ਜਾਂਦੇ। ਜੀਪੀ ਕੋਲ ਜਾਓਗੇ ਐਂਟੀ ਡਿਪਰੈਸ਼ਨ ਬਿਲਕੁਲ ਸਾਰੀ ਉਮਰ ਖਾਈ ਜਾਓ, ਸਾਈਡ ਇਫੈਕਟਸ ਉਹਨਾਂ ਦੇ ਬਹੁਤ ਭੈੜੇ ਆ। ਹਾਂਜੀ, ਤੇ ਹੋਮਿਓਪੈਥੀ ਵਿੱਚ ਸਪੈਸੀਫਿਕ ਦਵਾਈ ਦੇਈਦੀ ਆ ਜਦੋਂ ਉਹ ਆਪਣੇ ਧੀ ਪੁੱਤ ਬਾਰੇ ਚਿੰਤਾ ਜ਼ਿਆਦਾ ਕਰਦੇ ਹੋਣ। ਹਾਂਜੀ, ਤੇ ਕਈ ਵਾਰੀ ਉਹ ਐਡਲਟਸ ਹੋਏ ਹੁੰਦੇ, ਜਦੋਂ ਪੁੱਛੀਦਾ ਵੀ ਉਹਨਾਂ ਦੀ ਕਿੰਨੀ ਉਮਰ ਹੈ ਬੱਚਿਆਂ ਦੀ, ਉਹ ਕਹਿੰਦੇ 35 ਸਾਲ ਦਾ, 40 ਸਾਲ ਦਾ ਆ। ਉਹ ਤਾਂ ਐਡਲਟ ਹੋ ਚੁੱਕਾ ਹੈ। ਹਾਂਜੀ, ਪਰ ਤੁਹਾਡੇ ਮਨ ਵਿੱਚ ਉਹ ਬੱਚਾ ਹੀ ਆ ਹਲੇ। ਤੇ ਪਰ ਉਹਨਾਂ ਨੂੰ ਥੋੜ੍ਹਾ ਜਿਹਾ ਅਲੱਗ ਵੀ ਕਰਨਾ ਚਾਹੀਦਾ, ਉਹਨਾਂ ਨੂੰ ਇਹ ਵੀ ਦੇਣਾ ਚਾਹੀਦਾ ਸਟੈਂਡ ਪੇ ਤੁਸੀਂ ਹੁਣ ਐਡਲਟ ਆ। ਹਾਂਜੀ, ਤੁਸੀਂ ਆਪਣੇ ਆਪ ਆਪਣੇ ਪ੍ਰੋਬਲਮ ਜਿਹੜੇ ਸੋਲਵ ਕਰਨੇ ਆ। ਹਾਂਜੀ, ਇਹ ਨਹੀਂ ਹੈਗਾ ਤੁਸੀਂ ਉਹਨਾਂ ਲਈ ਸਾਰੇ ਪ੍ਰੋਬਲਮ ਸਾਰੀ ਉਮਰ ਹੀ ਸੋਲਵ ਕਰੀ ਜਾਣੇ, ਨਹੀਂ ਤਾਂ ਆਪਣੇ ਪੈਰਾਂ ਤੇ ਨਹੀਂ ਖੜ ਸਕਦੇ। ਇੱਕ ਬੜਾ ਸੀਰੀਅਸ ਇਨਸਾਨ ਆਪਣੀ ਜ਼ਿੰਦਗੀ ਚ ਉਹਦੇ ਕਿ ਜੇ ਮੈਨੂੰ ਕੁਝ ਹੋ ਗਿਆ ਮੇਰੇ ਬੱਚਿਆਂ ਨੂੰ ਕੀ ਹੋਏਗਾ। ਕੋਈ ਅੱਜ ਤੱਕ ਬੱਚਾ ਕੋਈ ਮਰਿਆ ਪਏ ਮਾਪਿਓ ਦੇ ਨਾਲ ਕਦੀ ਨਹੀਂ, ਤੁਸੀਂ ਸੱਚੀ ਕਦੀ ਸੁਣਿਆ? ਇਹ ਰੱਬ ਦੀ ਇੱਕ ਹੈਗੀ ਹੈ ਬੜੀ ਵੱਡੀ ਦੇਣ ਕਿ ਯੂ ਸਰਵਾਈਵ। ਹਾਂ, ਜਿਨ੍ਹਾਂ ਦੇ ਮਾਪਿਓ ਛੋਟੀ ਉਮਰ ਦੇ ਲੂਜ਼ ਕਰ ਜਾਂਦੇ ਨੇ 2, 4, 5 ਸਾਲ ਦੇ, ਤੇ ਬੜੀ ਵੱਡੇ ਉਹਨਾਂ ਨੇ ਆਪਣੀ ਕਾਮਯਾਬੀ ਹਾਸਲ ਕੀਤੀ। ਦੈਟਸ ਰਾਈਟ। ਉਹ ਵੀ ਸਰਵਾਈਵ ਹੁੰਦੇ ਹੀ ਆ, ਉਹ ਵੀ ਕਾਮਯਾਬ ਹੁੰਦੇ ਹੀ ਆ। ਤੇ ਇਹ ਤਾਂ ਆਪਣੇ ਮਨ ਨੂੰ ਸਮਝਾਉਣਾ ਪੈਂਦਾ ਹੈ ਵੀ ਤੁਸੀਂ ਇੰਨਾ ਚਿੰਤਾ ਕਰਨੇ ਦੀ ਨਹੀਂ ਲੋੜ ਹੈਗੀ। ਜ਼ਿਆਦਾ ਚਿੰਤਾ ਕਰਦੇ ਤੁਹਾਨੂੰ ਕੋਈ ਨਾ ਕੋਈ ਬਿਮਾਰੀ ਪੈਦਾ ਹੋ ਜਾਂਦੀ ਹੈ। ਸੋ ਇੱਦਾਂ ਬਹੁਤ ਹੀ ਕੇਸ ਦੇਖੀਦੇ ਆ, ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਸਾਡੀਆਂ ਬੀਬੀਆਂ ਨੂੰ ਬਹੁਤ ਜ਼ਿਆਦਾ ਫਿਕਰ ਰਹਿੰਦਾ ਬੱਚਿਆਂ ਦਾ। ਬੇਸ਼ੱਕ ਕੋਈ ਐਡਲਟ ਵੀ ਹੋ ਜਾਣ ਫਿਰ ਵੀ ਉਹਨੇ ਫਿਕਰ ਕਰੀ ਜਾਣਾ ਹੈ, ਤੇ ਉਹ ਫਿਰ ਬਿਮਾਰੀਆਂ ਪੈਦਾ ਹੋ ਜਾਂਦੀਆਂ। ਸੋ ਇੰਨਾ ਫਿਕਰ ਕਰਨਾ ਨਹੀਂ ਚਾਹੀਦਾ। ਕੱਲ ਪਰਸੋਂ ਨਾ ਮੇਰੇ ਕਿਸੇ ਫਰੈਂਡ ਨੇ ਫੋਨ ਕੀਤਾ, ਉਹਦੇ ਬੱਚੇ ਨੇ ਹੀਜ਼ ਬਟ 35 ਤੇ ਉਹ ਕਿਤੋਂ ਟਰੈਵਲ ਕਰਕੇ ਆ ਰਿਹਾ ਸੀ। ਉਹ ਕਹਿੰਦਾ ਕਿ ਡੈਡ ਮੈਨੂੰ ਲੱਗਦਾ ਮੈਂ ਬੁੜਾ ਹੋ ਗਿਆ। ਉਹ ਕਹਿੰਦਾ ਕਿਉਂ ਪੁੱਤਰ, ਕੀ ਹੋ ਗਿਆ ਤੈਨੂੰ? ਕਹਿੰਦਾ ਮੈਂ ਰਸਤੇ 'ਚ ਪਾਠ ਸੁਣਦਾ ਆ ਰਿਹਾ ਸੀਗਾ। ਦਿਸ ਇਜ਼ ਅ ਟਰੂ ਫੈਕਟ ਹੈ। ਤੇ ਉਹਨੇ ਬੜਾ ਅੱਛਾ ਜਵਾਬ, ਦੇਖੋ ਦਿਸ ਇਜ਼ ਅ ਬਲੈਸਿੰਗ ਕਿ ਵਿਦਆਊਟ ਤੂੰ ਕੋਈ ਐਫਰਟ ਕਰਨਾ ਤੂੰ ਉਸ ਰਸਤੇ ਤੈਨੂੰ ਰੱਬ ਨੇ ਪਾਇਆ। You know, this is a blessing in disguise. That's right. ਕਿ ਇਹ ਬੁੜਾ ਹੋਣ ਦੀ ਗੱਲ ਨਹੀਂ ਹੈ, ਇਹ ਤਾਂ ਜਵਾਨੀ ਵੱਲ ਨੂੰ ਜਾ ਰਿਹਾ ਇਨਫੈਕਟ। ਦੈਟਸ ਰਾਈਟ। ਉਹ ਤਾਂ ਆਪਣੀ ਐਨਰਜੀ ਅਪ ਕਰ ਰਿਹਾ। ਹਾਂਜੀ, ਆਪਣੇ ਜਿਹੜੀ ਤੁਹਾਡੀ ਮਨ ਆ ਉਹਨੂੰ ਕਿੰਨਾ ਸਕੂਨ ਮਿਲਦਾ ਆ ਪਾਠ ਸੁਣ ਕੇ। ਇਹ ਮੈਨੂੰ ਬੜੀ ਫੜੀ ਗੱਲ ਲੱਗੀ ਕਿ ਜ਼ਰੂਰੀ ਕਿ ਤੁਸੀਂ ਪਾਠ ਪੂਜਾ ਬੁੜੇ ਹੋ ਕੇ ਕਰਨੀ ਹੈ। ਉਦੋਂ ਤਾਂ ਸਾਰੇ ਕਰਦੇ ਨੇ ਕਿਉਂਕਿ ਸਭ ਬਿਮਾਰ ਹੁੰਦੇ ਨੇ, ਫਿਰ ਵਿਹਲੇ ਹੋ ਜਾਂਦੇ, ਰਿਟਾਇਰ ਹੋ ਜਾਂਦੇ ਨੇ। ਜਵਾਨੀ 'ਚ ਨਾ ਤਾਂ ਰੱਬ ਯਾਦ ਆ ਤੇ ਨਾ ਕੋਈ ਕਿਸੇ ਦਾ ਫਿਕਰ ਹੁੰਦਾ ਬੰਦੇ ਨੂੰ। ਹਾਂਜੀ, ਦੈਟਸ ਰਾਈਟ। ਨਹੀਂ, ਇਹ ਤਾਂ ਪਹਿਲਾਂ ਤੋਂ ਕਰਨਾ ਚਾਹੀਦਾ ਜਿੰਨਾ ਵੀ ਟਾਈਮ ਲੱਗਦਾ ਆ। बेशक ਤੁਹਾਡੇ ਕੋਲ ਥੋੜੇ ਮਿੰਟ ਹੀ ਹੁੰਦੇ, ਰੱਬ ਦਾ ਨਾਮ ਤਾਂ ਲੈਣਾ ਚਾਹੀਦਾ ਹੀ ਆ। बिल्कुल। डॉक्टर साहब आपका कॉल ले लिए। हेलो जी, सत श्री अकाल। हेलो 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 जी, सत श्री अकाल। कौन बोलते हो, कितों बोलते हो जी? सत श्री अकाल जी, मैं स्टार्टिंग ਤੋਂ ਬੋਲਦਾ ਹਾਂ, ਗੱਡ ਬੋਲਦਾ ਹਾਂ। बिल्कुल स्वागत करते हो, ਤੁਸੀਂ ਗੱਲ ਕਰੋ ਸਿੱਧੇ, ਡਾਕਟਰ ਜੀ ਗੱਲ ਤੁਹਾਡਾ ਜਵਾਬ ਦੇਣਗੇ। थैंक यू जी। ਮਿਹਰਬਾਨੀ ਜੀ। हाँ जी बोलो। ਹਾਂਜੀ ਮਹਾਰਾਜ, ਮੈਂ ਮੇਰੇ ਹੱਥੀਆਂ ਫਿੰਗਰ ਆ ਜਿਵੇਂ ਮੈਂ
ਜਿਹੜੀ ਰਿੰਗ ਫਿੰਗਰ ਹੈ ਨਾ, ਜਿਸ ਨਾਲ ਮੋਟੀ ਮੀਟ ਲੈਣਾ, ਉਹ ਹੱਥ ਨੂੰ ਜਿਹੜੇ ਖੋਲਦਾ ਤਾਂ ਰਿੰਗ ਫਿੰਗਰ ਜਿਹੜੀ ਉਹ ਉੱਥੇ ਹੀ ਅਟਕ ਜਾਂਦੀ, ਕੁਝ ਘੰਟੇ ਬਾਅਦ ਫਿਰ ਸਪਰਿੰਗ ਵਾਂਗ ਜੰਪ ਆ ਕੇ ਖੁੱਲਦੀ ਆ। ਹਾਂਜੀ ਜੀ ਡਾਕਟਰ ਜੀ ਬੋਲੋ। ਹਾਂਜੀ ਹਾਂਜੀ ਅੱਛਾ ਜੀ, ਇਹ ਉਂਗਲ ਉੱਥੇ ਰੁਕ ਜਾਂਦੀ ਮੇਰੇ ਖਿਆਲ ਇੱਕ ਥਾਂ ਤੇ। ਜੀ ਹੁਣ ਰੁਕ ਜਾਂਦੀ ਹੈ ਜੀ, ਹਾਂਜੀ ਲੇਕਿਨ ਕੁਝ ਸਕਿੰਟ ਬਾਅਦ ਜਿਹੜੇ ਖੁੱਲਦੀ ਦਾ ਸਪਰਿੰਗ ਖੁੱਲਦਾ ਇਸ ਤਰ੍ਹਾਂ ਖੁੱਲਦੀ ਆ। ਹਾਂਜੀ ਠੀਕ ਹੈ ਜੀ। ਸੋ ਇਹ ਤੁਹਾਡੇ ਟੈਂਡਨਸ ਹੁੰਦੇ ਜਿਹੜੇ ਕੰਟਰੋਲ ਕਰਦੇ ਆ ਉਂਗਲ, ਜਦੋਂ ਹੱਥ ਨੂੰ ਮੀਚਣਾ ਜਾਂ ਖੋਲ੍ਹਣਾ, ਟੈਂਡਨਸ ਹੁੰਦੇ ਇਹਨਾਂ ਨੂੰ Tendons ਕਹਿੰਦੇ। ਹੁੰਦੇ, ਹਾਂ। ਹਾਂਜੀ ਸੋ ਇਹ ਟੈਂਡਨ ਦੇ ਵਿੱਚ ਨੁਕਸ ਪੈ ਗਿਆ, ਤੇ ਇਹ ਬਾਹਲੀ ਫਿਕਰ ਵਾਲੀ ਗੱਲ ਨਹੀਂ ਹੈਗੀ। ਟੈਂਡਨਸ ਲਈ ਦਵਾਈਆਂ ਦੇ ਸਕਦੇ ਉਹਨਾਂ ਨੂੰ ਰਿਲੈਕਸ ਕਰਨ ਲਈ, ਤੇ ਉਹ ਠੀਕ ਹੋ ਜਾਣਗੇ ਜੀ। ਓਕੇ ਥੈਂਕ ਯੂ। ਥੈਂਕ ਯੂ ਜੀ। ਜਿੱਦਾਂ ਡਾਕਟਰ ਨੇ ਦੱਸਿਆ, ਪਹਿਲੇ ਤਾਂ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਤੁਹਾਡਾ ਇਲਾਜ ਹੋ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹੋ ਸਕਦਾ, ਹਮੇਸ਼ਾ ਟਰਾਈਸ ਹੁੰਦੀ ਹੈ, ਕਿਉਂਕਿ ਕਈਆਂ ਨੂੰ ਫਰਕ ਪੈਂਦਾ, ਡਾਕਟਰ ਕਈ ਨਹੀਂ ਪੈਂਦਾ। ਹਾਂਜੀ ਹਰੇਕ ਇਹਦੀ ਕੋਸ਼ਿਸ਼ ਹੁੰਦੀ ਹੈ, ਔਰ ਕਈ ਲੋਕਾਂ ਨੂੰ ਤਾਂ ਦਿਨਾਂ ਦੇ ਵਿੱਚ ਘੰਟਿਆਂ 'ਚ ਫਰਕ ਪਿਆ, ਜਦੋਂ ਲੇਡੀ ਦਾ ਫੋਨ ਆਇਆ ਸੀਗਾ ਪਹਿਲਾਂ। ਤੇ ਤੁਸੀਂ ਹੈੱਡ ਆਫਿਸ ਦਾ ਨੰਬਰ ਦਿੱਤਾ ਨਾ ਤੁਹਾਨੂੰ, ਡਾਕਟਰ ਜੀ ਨੂੰ ਮੰਡੇ ਵੈਨਸਡੇ ਫਰਾਈਡੇ ਕਾਲ ਕਰਕੇ ਤੁਸੀਂ ਆਪਣਾ ਕੰਸਲਟੇਸ਼ਨ ਕਰੋ, ਫਿਰ ਖੁੱਲ੍ਹ ਕੇ ਤੁਹਾਨੂੰ ਸਵਾਲ ਜਵਾਬ ਪੁੱਛ ਕੇ ਫਿਰ ਉਹਦੇ ਮੁਤਾਬਿਕ ਤੁਹਾਨੂੰ ਆਪਣੀ ਪ੍ਰਸਕ੍ਰਾਈਬ ਕਰਨਗੇ ਮੈਡੀਕੇਸ਼ਨ। ਜੀ ਡਾਕਟਰ ਜੀ। ਹਾਂਜੀ ਆਪਾਂ ਕਦੇ ਪ੍ਰੋਮਿਸ ਨਹੀਂ ਕਰਦੇ ਕਿਸੇ ਨੂੰ। ਹਾਂਜੀ ਬਿਲਕੁਲ ਉਹੀ ਮੈਂ ਕਹਿੰਦਾ ਨਾ, 100% ਕਿਉਰ ਹੋ ਜਾਣਗੇ। ਹਾਂ ਇਲਾਜ ਹੈ, ਲੇਕਿਨ ਡਾਕਟਰ ਸਾਹਿਬ ਫਿਰ ਵਾਪਸ ਉੱਥੇ ਗੱਲ ਆ ਜਾਂਦੀ ਹੈ ਕਿ ਤੁਹਾਡਾ ਦਿਮਾਗ ਕਿੰਨਾ ਪੋਜ਼ਿਟਿਵ ਹੈਗਾ, ਤੁਸੀਂ ਕਿੰਨੇ ਸਟਰੋਂਗ ਹੈਗੇ ਕਿ ਮੈਂ ਠੀਕ ਹੋਣਾ। ਹਾਂਜੀ ਦੈਟਸ ਰਾਈਟ, ਆਪਣੀ ਵੀ ਪੋਜ਼ਿਟਿਵਿਟੀ ਕਿ ਮੈਨੂੰ ਇਹਦੇ ਨਾਲ ਫਰਕ ਪਵੇਗਾ। That's right. ਜੇ ਤੁਸੀਂ ਕਹੋ ਯਾਰ ਮੈਨੂੰ ਤਾਂ ਪਿਆ ਨਹੀਂ, 15-10 ਸਾਲ ਹੋ ਗਏ, ਮੈਨੂੰ ਕੋਈ ਨਹੀਂ ਹੋਇਆ, ਇਹਦੇ ਨਾਲ ਕੀ ਪੈਣਾ, ਜੇ ਤੁਸੀਂ ਪਹਿਲਾਂ ਹੀ ਨੈਗੇਟਿਵ ਹੋ ਤੇ ਉਹ ਕੰਮ ਵੀ ਨਹੀਂ ਕਰੇਗੀ। ਦੈਟਸ ਰਾਈਟ, ਫੇਕ ਠੀਕ ਹੋਣਾ ਵੀ ਨਹੀਂ ਗਾ, ਜੇ ਪਹਿਲੇ ਹੀ ਮਿੱਥਲੇ ਪੇ ਨਹੀਂ ਠੀਕ ਹੋਣਾ। ਤੇ ਸੋ ਪੋਜ਼ਿਟਿਵ ਐਟੀਟਿਊਡ ਰੱਖਣਾ ਚਾਹੀਦਾ ਹੈ। ਜੇ ਤੁਹਾਨੂੰ ਡਾਈਟ ਕੋਈ ਦੱਸੀ ਦੀ, ਆਪਣੀ ਡਾਈਟ ਵੀ ਐਡਜਸਟ ਕਰਨੀ ਚਾਹੀਦੀ ਹੈ। ਲਾਈਫ ਸਟਾਈਲ ਤੁਹਾਨੂੰ ਦੱਸਿਆ, ਉਹ ਲਾਈਫ ਸਟਾਈਲ ਚੇਂਜ ਕਰਨਾ ਚਾਹੀਦਾ ਆ। ਤੇ ਸਿਰਫ ਕੱਲੀ ਦਵਾਈ ਨਹੀਂ ਹੈਗੀ, ਹੋਰ ਬਹੁਤ ਫੈਕਟਰ ਹੈਗੇ ਆ, ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਆ ਵੀ ਠੀਕ ਕਰਨ ਦੀ। ਤੇ ਡਾਕਟਰ ਜੀ ਇਹ ਫੁੱਲ ਟਾਈਮ ਜੌਬ ਹੈ, ਆਪਣੀ ਬੋਡੀ ਨੂੰ ਲੁੱਕ ਆਫਟਰ ਕਰਨਾ। ਹਾਂ ਬਿਲਕੁਲ ਫੁੱਲ ਟਾਈਮ ਜੌਬ ਹੈ। ਦੈਟਸ ਰਾਈਟ, ਇਹ ਆਪਣੀ ਜ਼ਿੰਮੇਵਾਰੀ ਆ, ਜ਼ਿੰਮੇਵਾਰੀ ਹੈ। ਲੁੱਕ ਆਫਟਰ। ਇਹ ਨਹੀਂ ਹੋਇਆ ਕਿ ਚਲੋ ਮੈਂ ਅੱਜ ਇਗਨੋਰ ਕਰਦਾ ਤੇ ਕੱਲ ਨੂੰ ਕਰਾਂਗਾ। ਇਹਨੂੰ ਖੁਰਾਕ ਤੇ ਚਾਹੀਦੀ ਹੈ, ਇਹਨੂੰ ਦੇਖਭਾਲ ਚਾਹੀਦੀ ਹੈ, ਇਹਨੂੰ ਹਰ ਦਫਾ। ਹਾਂਜੀ ਸੋ ਦੈਟਸ ਇਟ, ਆਪਣੀ ਫਿਜ਼ੀਕਲ ਬੋਡੀ ਦਾ ਵੀ ਖਿਆਲ ਰੱਖਣਾ ਪੈਂਦਾ, ਆਪਣੇ ਮਨ ਦਾ ਵੀ ਖਿਆਲ ਰੱਖਣਾ ਪੈਂਦਾ। ਸੋ ਮਨ ਨੂੰ ਤੁਸੀਂ ਕਾਇਮ ਰੱਖੋ, ਡਿਪਰੈਸ਼ਨ 'ਚ ਨਾ ਜਾਓ, ਫਿਕਰਾਂ ਵਿੱਚ ਨਾ ਬਹੁਤਾ ਜਾਓ। ਹਾਂਜੀ ਜੇ ਤੁਹਾਡਾ ਇੱਦਾਂ ਤੁਸੀਂ ਜਾਣ ਲੱਗ ਪਏ ਨਹੀਂ, ਫਿਰ ਉਹ ਹੈਬਿਟ ਇੱਕ ਬਣ ਜਾਂਦੀ ਆ, ਤੇ ਹੈਬਿਟ ਫਿਰ ਤੋੜਨੀ ਔਖੀ ਹੋ ਜਾਂਦੀ ਹੈ। ਡਾਕਟਰ ਜੀ ਫਿਕਰ ਇੱਕ ਐਡੀ ਜ਼ਬਰਦਸਤ ਸਟਰੋਂਗ ਚੀਜ਼ ਹੈਗੀ ਹੈ। ਅਗਰ ਤੁਸੀਂ ਰਾਤ ਨੂੰ ਸੌਣ ਲੱਗੇ ਕੋਈ ਦਿਲ ਨੂੰ ਗੱਲ ਲਾ ਲਓ, ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਆਈ। ਹਾਂ ਨੀਂਦ ਨਹੀਂ ਉਹ ਸੌਣ ਨਹੀਂ ਦਿੰਦੀ। ਉਹੀ ਗੱਲ ਘੁੰਮਦੀ ਰਹਿੰਦੀ ਦਿਮਾਗ 'ਚ। ਉਹ ਅੰਦਰ ਜਿਹੜੀ ਵੀ ਸੁੱਚਾਂ ਹੁੰਦੀਆਂ ਨੇ ਨਾ ਸੌਣ ਦੀ, ਉਹ ਕੰਮ ਕਰਨੋਂ ਬੰਦ ਹੋ ਜਾਂਦੀ ਹੈ। ਹਾਂ ਦੈਟਸ ਰਾਈਟ। ਸੋ ਇਸੇ ਕਰਕੇ ਤੁਹਾਨੂੰ ਇਦਾਂ ਦੀ ਕੋਈ ਸੀਰੀਅਸ ਗੱਲ ਜਿਹੜੀ ਸ਼ਾਮ ਨੂੰ ਨਹੀਂ ਕਰਨੀ ਚਾਹੀਦੀ, ਉਹਦੇ ਬਾਰੇ ਸ਼ਾਮ ਨੂੰ ਨਾ ਇਦਾਂ ਦੇ ਕੋਈ ਵਿਚਾਰ ਲਿਆਓ। ਹਾਂਜੀ ਪੀਸਫੁਲ ਜਿਹਾ ਚਾਹੀਦਾ, ਸ਼ਾਮ ਨੂੰ ਰੈਸਟ ਰਿਲੈਕਸਿੰਗ ਚਾਹੀਦਾ ਹੈ। ਤੇ ਬਾਬਾ ਆਪਣੀ ਕਿਉਂਕਿ ਕਥਾ ਕੀਰਤਨ ਸੁਣ ਕੇ, ਕੋਈ ਤੁਸੀਂ ਸ਼ਬਦ ਸੁਣ ਕੇ, ਕੋਈ ਰੱਬ ਦਾ ਨਾਮ ਲੈ ਕੇ ਸੌਵੋ ਤੇ ਤੁਹਾਡਾ ਅੱਛੀ ਜਗ੍ਹਾ ਤੇ ਮਨ ਲੱਗੇ। ਬਿਲਕੁਲ ਇਹਦੇ 'ਚ ਇਹ ਨਹੀਂ ਹੁੰਦਾ ਕਿ ਤੁਸੀਂ ਬੁੜੇ ਹੋ ਗਏ ਤਾਂ ਤੁਸੀਂ ਰੱਬ ਦਾ ਨਾਮ ਲੈਣਾ, ਪਰ ਦਿਸ ਇਜ਼ ਰੱਬ ਦਾ ਨਾਮ। ਤੇ ਡਾਕਟਰ ਜੀ ਇੱਕ ਨਾ ਦੋਨੋਂ ਤੁਸੀਂ ਆਪੋ ਆਪਣੀ ਐਕਸਪੀਰੀਅੰਸ ਹੁੰਦਾ ਲਾਈਫ ਦੇ ਵਿੱਚ, ਆਪਣੀ ਅਰਦਾਸ ਹੈਗੀ ਹੈ ਸਿੰਪਲ, ਤੁਸੀਂ ਉਹਦੇ ਤੇ ਚੱਲਦੇ ਹੁੰਦੇ, ਉਹਦੇ 'ਚ ਬੜੀ ਤਾਕਤ ਹੈ। ਬਿਲਕੁਲ ਜੀ ਬਿਲਕੁਲ, ਇਹ ਬਾਣੀ ਵਿੱਚ ਬਹੁਤ ਹੀ ਜ਼ਿਆਦਾ ਤਾਕਤ ਹੈ, ਬਹੁਤ ਹੀ ਜ਼ਿਆਦਾ ਬਹੁਤ ਤਾਕਤ ਹੈ ਉਹਦੇ ਵਿੱਚ। ਜਰਾ ਕਰਕੇ ਦੇਖੋ, ਪਤਾ ਲੱਗੇਗਾ। ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਵਾਗਤ ਕਰਦੇ ਹਾਂ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਸੁਰਵੀਰ ਸਿੰਘ ਕਪੂਰ ਜੀ ਹੰਸਲੋ ਤੋਂ ਬੋਲ ਰਿਹਾ ਜੀ। ਡਾਕਟਰ ਥੈਂਕ ਯੂ ਮੇਰੇ ਭਰਾ ਕਾਲ ਕਰਨਾ। ਹੁਣ ਤੁਸੀਂ ਗੱਲ ਕਰੋ, ਡਾਕਟਰ ਜੀ ਸਿੱਧਾ ਤੁਹਾਨੂੰ ਜਵਾਬ ਦੇਣਗੇ। ਚਲੋ ਜੀ ਬੋਲੋ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸੁਣਾਓ ਜੀ ਕਿੱਦਾਂ? ਕੀ ਹਾਲ ਹੈ ਜੀ? ਠੀਕ ਹੈ ਜੀ, ਬਹੁਤ ਵਧੀਆ ਜੀ। ਹਾਂਜੀ ਚਲੋ ਵਧੀਆ। ਮੈਂ ਨਾ ਤੁਹਾਡਾ ਬਹੁਤ ਥੈਂਕ ਯੂ ਕਰਨਾ ਸੀ। ਤੁਸੀਂ ਮੈਨੂੰ ਦਵਾਈ ਦਿੱਤੀ ਜਿਹੜੀ ਕਿ ਮੈਨੂੰ ਆਰਥਰਾਈਟਿਸ ਦੀ ਬਹੁਤ ਪੇਨ ਹੋ ਰਿਹਾ ਸੀ, ਔਰ ਮੇਰੇ ਜੁਆਇੰਟ ਦੀ ਵੀ ਬਹੁਤ ਤਕਲੀਫ ਹੋ ਰਹੀ ਸੀ। ਹਾਂਜੀ ਹਾਂਜੀ। ਤੇ ਨਾਲੇ ਮੈਨੂੰ ਰੀਸ਼ਾ ਵੀ ਬਹੁਤ ਆ ਰਿਹਾ ਸੀ ਗੱਲ ਚੋਂ, ਤੇ ਕਾਫੀ ਇੰਪਰੂਵਮੈਂਟ ਹੋਈ ਹੈ। ਅੱਛਾ ਜੀ। ਤੇ ਤੁਹਾਡਾ ਵੀ ਬਹੁਤ ਥੈਂਕ ਯੂ, ਤੇ ਅਕਾਲ ਚੈਨਲ ਵਾਲਿਆਂ ਦਾ ਵੀ ਥੈਂਕ ਯੂ ਜੋ ਉਹਨਾਂ ਦੇ ਥਰੂ ਤੁਹਾਡੇ ਨਾਲ ਮੁਲਾਕਾਤ ਹੋਈ। ਠੀਕ ਔਰ ਬਹੁਤ ਅੱਛਾ ਫੀਲ ਕਰ ਰਹੇ ਹਾਂ, ਤੇ ਤੁਹਾਡੀ ਦਵਾਈ ਕੰਮ ਕਰ ਗਈ ਹੈ। ਥੈਂਕ ਯੂ ਜੀ, ਤੁਹਾਡਾ ਥੈਂਕ ਯੂ। ਬਹੁਤ ਬਹੁਤ ਥੈਂਕ ਯੂ ਕਰ ਰਹੇ ਹਾਂ। ਹਾਂਜੀ ਇਸੇ ਤਰ੍ਹਾਂ ਤੁਸੀਂ ਲੋਕਾਂ ਦਾ ਇਲਾਜ ਕਰ ਰਹੇ ਹੋ, ਤੁਹਾਨੂੰ ਪਰਮਾਤਮਾ ਬਹੁਤ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਜੀ। ਔਰ ਮੈਂ ਤਾਂ ਇਹ ਕਹਿ ਰਿਹਾ ਕਿ ਅਕਾਲ ਚੈਨਲ ਦਾ ਵੀ ਬਹੁਤ ਥੈਂਕ ਯੂ ਕਿ ਉਹਨਾਂ ਨੇ ਇਹ ਪਲੇਟਫਾਰਮ ਬਣਾ ਕੇ ਨਾ ਤੇ ਸਾਰਿਆਂ ਦੀ ਮੁਸ਼ਕਲਾਂ ਹੱਲ ਕਰ ਰਹੇ ਨੇ, ਤੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਭਾਜੀ ਥੈਂਕ ਯੂ। ਮੈਂ ਇਹਦੇ ਵੱਲੋਂ ਇੱਕ ਮੈਂ ਜਵਾਬ ਦਿੰਦਾ ਤੁਹਾਨੂੰ। ਤੁਸੀਂ ਬੜੀ ਅੱਛੀ ਡਾਕਟਰ ਨੂੰ ਥੈਂਕ ਯੂ ਕਿਹਾ ਕਿ ਤੁਹਾਡਾ ਇਲਾਜ ਜੋ ਹੈ ਦਵਾ ਦਿੱਤੀ। ਮੈਂ ਹਮੇਸ਼ਾ ਪ੍ਰੇ ਕਰਦਾ ਜੋ ਤੁਸੀਂ ਸਾਡੇ ਲਈ ਪ੍ਰੇ ਮੰਗਦੇ ਹੋ, ਅਰਦਾਸ ਮੰਗਦੇ ਹੋ ਕਿ ਰੱਬ ਕਬੂਲ ਕਰੇ। ਬਹੁਤ ਮਿਹਰਬਾਨੀ ਭਾਜੀ।
ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਫੀਡਬੈਕ ਦਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਯੂ ਨੋ ਦਿਸ ਇਜ਼ ਸੋ ਨਾਈਸ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੇਖੋ ਅਸੀਂ ਇੱਥੇ ਬੈਠੇ ਆ, ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਨਾ ਕਿਸੇ ਦਾ ਭਲਾ ਹੋ ਸਕੇ। ਜਿਹੜੀ ਇੱਕ ਡਾਕਟਰ ਸਾਹਿਬ ਜਿਹਦਾ ਤੁਹਾਨੂੰ ਕੋਈ ਬਲੈਸਿੰਗ ਮਿਲਦੀ ਹੈ, ਤੁਸੀਂ ਇਹਨੂੰ ਬਾਈ ਨਹੀਂ ਕਰ ਸਕਦੇ, ਤੁਸੀਂ ਉਹਨੂੰ ਡਿਮਾਂਡ ਨਹੀਂ ਕਰ ਸਕਦੇ। ਯੂ ਨੋ ਇਟਸ ਸਮਥਿੰਗ ਯੂ ਹੈਵ ਟੂ ਅਰਨ ਇਟ। ਅਰਨ ਕਿਹਦੇ ਨਾਲ ਤੁਸੀਂ ਕਰਦੇ ਹੋ? ਬਾਈ ਡੂਇੰਗ ਗੁੱਡ ਥਿੰਗ ਇਨ ਯੋਰ ਲਾਈਫ। ਹਾਂਜੀ ਦੱਸੋ, ਕਿਸੇ ਦਾ ਭਲਾ ਕਰਦੇ ਤਾਂ ਹੀ ਦੁਆ ਮਿਲਦੀ, ਉਹਦੇ ਦਿਲੋਂ ਨਿਕਲਦੀ ਨਾ ਦੁਆ। ਹਾਂ ਬਿਲਕੁਲ, ਦੈਟਸ ਰਾਈਟ। ਬਹੁਤ ਅੱਛਾ ਲੱਗਦਾ। ਥੈਂਕ ਯੂ ਜੀ, ਥੈਂਕ ਯੂ ਜੀ। ਤੁਸੀਂ ਮੇਰੇ ਬਟਨ ਵੱਡੇ ਹੋ ਗਏ, ਖੁੱਲ ਕੇ ਚੌੜੇ ਹੋ ਗਏ। ਨਹੀਂ, ਅੱਛਾ ਲੱਗਦਾ ਹੈ। ਇਹ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੀ ਤਾਰੀਫ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਨੈਗੇਟਿਵ ਕਹਿੰਦੇ ਹੋ। ਉਹ ਦੋਨੋਂ ਇਕੁਅਲੀ ਗੁੱਡ ਆ ਲਾਈਫ ਦੇ ਵਿੱਚ, ਕਿਉਂਕਿ ਇਕੱਲਾ ਕਿਸੇ ਨੂੰ ਕਰੀ ਜਾਣਾ ਉਹਦਾ ਤਾਂ ਦਿਮਾਗ ਉੱਪਰ ਚੜ ਜਾਏਗਾ। ਉਹਨੂੰ ਬੈਲੈਂਸ ਕਰਨਾ ਚਾਹੀਦਾ। ਦੁੱਖ ਸੁੱਖ ਜ਼ਿੰਦਗੀ 'ਚ ਹੈਗੇ ਨੇ। ਹਾਂਜੀ ਬਿਲਕੁਲ ਹੈ, ਦੋਨੋਂ ਹੁੰਦੇ ਨੇ। ਐਵਰੀਥਿੰਗ ਇਜ਼ ਔਰ ਰੱਬ ਦੋਨਾਂ ਦਾ ਤੁਹਾਨੂੰ ਟੇਸਟ ਕਰਾਉਂਦਾ ਲਾਈਫ ਦੇ ਵਿੱਚ। ਹਾਂ ਦੈਟਸ ਰਾਈਟ। ਸਭ ਕੁਝ ਹੁੰਦਾ ਜ਼ਿੰਦਗੀ, ਸਭ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ। ਹਾਂਜੀ, ਉਹ ਮੁਕਾਬਲਾ ਕਰਨਾ ਪੈਂਦਾ ਹਰੇਕ ਚੀਜ਼ ਦਾ। ਬਿਲਕੁਲ ਬਿਲਕੁਲ। ਜੇ ਤੁਸੀਂ ਢੇਰੀ ਢਾ ਕੇ ਬਹਿ ਜਾਓ ਹਨਾ, ਫਿਰ ਤਾਂ ਕੁਝ ਨਹੀਂ ਬਣਨਾ। ਡਾਕਟਰ ਜੀ ਵਾਪਸ ਆਈਏ, ਅਸੀਂ ਜਿਹੜੀ ਕਾਜ਼ਸ ਆਫ ਡਿਜ਼ੀਜ਼ਸ ਵਗੈਰਾ ਹੈਗੀਆਂ ਨੇ, ਇਹਦੇ ਤੇ ਤੁਸੀਂ ਆਪਣਾ ਲਾਈਫ ਸਟਾਈਲ, ਆਪਣਾ ਡਾਈਟ ਦੇ ਉੱਪਰ, ਆਪਣਾ ਵਿਸ਼ਵਾਸ, ਆਪਣਾ ਧਰਮ, ਆਪਣੀ ਅਰਦਾਸ, ਇਹ ਸਾਰੀਆਂ ਚੀਜ਼ਾਂ ਸਾਈਡ ਬਾਈ ਸਾਈਡ ਜਾਂਦੀਆਂ ਨੇ। ਹਾਂਜੀ ਐਵਰੀਥਿੰਗ ਇਜ਼ ਇੰਪੋਰਟੈਂਟ। ਤੇ ਇਕੱਲੀ ਨਹੀਂ ਕਹਿ ਸਕਦੇ ਵੀ ਇੱਕੋ ਹੀ ਗੱਲ ਹੈ ਇੰਪੋਰਟੈਂਟ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਆ, ਸਾਰਿਆਂ ਤੇ ਤਾਂ ਆਪਾਂ ਨੂੰ ਵਿਚਾਰ ਕਰਨਾ ਪੈਂਦਾ। ਮੈਂ ਇੱਕ ਤੁਹਾਨੂੰ ਸਿੰਪਲ ਚੀਜ਼ ਮੇਰੇ ਦਿਮਾਗ 'ਚ ਗੱਲ ਹੈ, ਮੈਂ ਤੁਹਾਨੂੰ ਕਹਿਣਾ, ਮੈਂ ਜ਼ਿਆਦਾ ਨਾ ਕੋਈ ਦੂਸਰੇ ਨੌਨ ਸਿੱਖ ਰਿਲੀਜਨ ਦੇ ਬੰਦੇ ਮੈਂ ਕਰਦੇ ਦੇਖੇ ਨੇ, ਆਪਣੇ 'ਚ ਹੋਏਗਾ, ਬਹੁਤ ਕਰਦੇ ਨੇ ਲੋਕ। ਜਦੋਂ ਤੁਸੀਂ ਰੋਟੀ ਖਾਣੇ ਫਟਾਫਟ ਆਪਣਾ ਟੇਬਲ ਤੇ ਬੈਠੀ ਖਾ ਲਈ, ਕੋਈ ਨਾਮ ਨਹੀਂ, ਕੋਈ ਲੈਣਾ ਨਹੀਂ। ਤੁਸੀਂ ਜਦੋਂ ਤੁਹਾਡੇ ਸਾਹਮਣੇ ਰੋਟੀ ਕਿਸੇ ਨੇ ਪਰੋਸ ਕੇ ਰੱਖੀ ਹੈ ਨਾ, 1 ਮਿੰਟ ਦਾ ਤੁਸੀਂ ਦਵੋ, ਰੱਬ ਦਾ ਸ਼ੁਕਰਾਨਾ ਕਰੋ। ਹਾਂ ਬਿਲਕੁਲ, ਸ਼ੁਕਰਾਨਾ ਕਰਨਾ ਚਾਹੀਦਾ। ਕਿੰਨੇ ਲੋਕ ਹੈ, ਪਲੀਜ਼ ਪੁੱਟ ਯੂਰ ਹੈਂਡ ਅਪ। ਤੁਸੀਂ ਕਿੰਨੇ, ਮੈਂ ਤੁਹਾਨੂੰ ਦੇਖ ਲਵਾਂਗਾ, ਆਪਣੇ ਹੱਥ ਖੜਾ ਕਰੋ ਕਿ ਤੁਸੀਂ ਆਪਣਾ ਰੋਟੀ ਖਾਣ ਤੋਂ ਪਹਿਲਾਂ ਕੋਈ ਸ਼ੁਕਰਾਨਾ ਕਰਦੇ ਹੋ। ਹਾਂਜੀ ਮੈਂ ਵੀ ਉਹਨਾਂ 'ਚ ਇੱਕ ਪਾਪੀ ਹੈਗਾ, ਸ਼ਾਇਦ ਬੜੀ ਦਫਾ ਨਹੀਂ ਕਰੀਦਾ ਡਾਕਟਰ ਸਾਹਿਬ, ਬੜੀ ਦਫਾ ਨਹੀਂ ਕਰੀਦਾ, ਕਿਉਂਕਿ ਹਾਲਾਤ ਇੱਦਾਂ ਹੁੰਦੇ, ਤੇਜ਼ੀ ਇਸ ਵੱਲੋਂ ਟਾਈਮ ਨਹੀਂ ਹੁੰਦਾ। ਅਗਰ ਤੁਸੀਂ ਤੇਜ਼ੀ 'ਚ ਖਾਣਾ ਖਾਂਦੇ ਹੋ ਤੇ ਕਮਾਈ ਦਾ ਫਾਇਦਾ ਕੀ ਹੋਇਆ? ਗਿਵ ਯੋਰਸੈਲਫ ਅ ਟਾਈਮ। ਜਿਹੜਾ ਖਾਣਾ ਤੁਹਾਡੇ ਅੰਦਰ ਜਾ ਰਿਹਾ, ਰੱਬ ਨੇ ਤੁਹਾਨੂੰ ਉਹ ਦਿੱਤਾ ਮੌਕਾ ਖਾਣ ਦਾ, ਉਹਨੂੰ ਇੰਜੋਏ ਕਰੋ। ਜਿੰਨਾ ਤੁਸੀਂ ਆਰਾਮ ਨਾਲ ਖਾਓਗੇ ਉਨਾ ਉਹਦਾ ਫਾਇਦਾ ਵੀ ਤੁਹਾਨੂੰ ਜ਼ਿਆਦਾ ਹੋਊਗਾ ਖੁਰਾਕ ਦਾ। ਤੇ ਸ਼ੁਕਰਾਨਾ ਪਹਿਲਾਂ ਵੀ ਕਰਨਾ ਚਾਹੀਦਾ ਖਾਣ ਤੋਂ, ਜਦੋਂ ਖਾ ਕੇ ਹਟਦੇ ਫਿਰ ਇੱਕ ਵਾਰੀ ਫੇਰ ਕਰਨਾ ਚਾਹੀਦਾ ਹੈ। ਚਲੋ ਪਹਿਲਾਂ ਤਾਂ ਕਰ ਦੋ, ਹਲੀ ਫੇਰ 2 ਵਾਰ ਕਰਨਾ ਚਾਹੀਦਾ, ਪਰ ਜ਼ਰੂਰੀ ਹੈ, ਹੈਬਿਟ ਪਾਉਣੀ ਪੈਂਦੀ ਭਾਜੀ। ਡਾਕਟਰ ਟਾਈਮ ਬੜੀ ਫਾਸਟ ਜਾ ਰਿਹਾ। ਮੈਂ ਚਾਹਾਂਗਾ ਕਿ ਤੁਸੀਂ ਹੁਣ ਜਿਹੜਾ ਲਾਈਫ ਸਟਾਈਲ ਹੈਗਾ, ਕਾਜ਼ਸ ਆਫ ਡਿਜ਼ੀਜ਼ਸ ਹੈਗਾ, ਥੋੜਾ ਬਹੁਤਾ ਮੈਨੂੰ ਰਨ ਕਰ ਦਿਓ ਕਿ ਤੁਸੀਂ ਜ਼ਿਆਦਾ ਕਿਹਦੇ ਚੀਜ਼ ਤੇ ਖਿਆਲ ਰੱਖੋ, ਕੀ ਕਰੋ ਕੀ ਨਾ ਕਰੋ। ਜਸਟ ਸਮਨ ਅਪ ਕਰ ਦਿਓ ਥੋੜਾ ਜਿਹਾ। ਸੋ ਜਿੱਦਾਂ ਆਪਾਂ ਦੱਸਿਆ ਵੀ ਜਿਹੜੀ ਇਮੋਸ਼ਨਲ ਪ੍ਰੋਬਲਮਸ ਹੈ ਇਹ ਜ਼ਿਆਦਾ ਕਰਦੇ ਆ, ਤੇ ਕਈ ਤਾਂ ਸਾਡੇ ਕੰਟਰੋਲ ਵਿੱਚ ਹੁੰਦੇ ਆ ਵੀ ਤੁਸੀਂ ਕ੍ਰੋਧ ਵਿੱਚ ਆਉਣਾ ਜਾਂ ਨਹੀਂ ਆਉਣਾ। ਹਾਂਜੀ, ਤੇ ਕਈ ਸਾਡੇ ਕੰਟਰੋਲ ਵਿੱਚ ਨਹੀਂ ਵੀ ਹੁੰਦੇ ਹੈਗੇ ਇਮੋਸ਼ਨਲ ਪ੍ਰੋਬਲਮਸ, ਪਰ ਉਹਨਾਂ ਦਾ ਵੀ ਤੁਹਾਨੂੰ ਥੋੜ੍ਹਾ ਜਿਹਾ ਸੋਚਣਾ ਪੈਂਦਾ ਹੈ ਵੀ ਜੇ ਮੈਂ ਇੱਥੇ ਇਸ ਰਸਤੇ ਚਲੇ ਗਿਆ ਤਾਂ ਮੇਰੇ ਲਈ ਕੀ ਫਾਇਦਾ, ਕੀ ਨੁਕਸਾਨ ਆ। ਜੀ ਜਿੱਦਾਂ ਆਪਾਂ ਦੱਸਿਆ ਵੀ ਆਪਣੇ ਧੀ ਪੁੱਤਾਂ ਬਾਰੇ ਫਿਕਰ ਕਰੀ ਜਾਣਾ, ਫਿਕਰ ਨਾ ਬਣਦਾ ਤਾਂ ਕੁਛ ਨਹੀਂਗਾ। ਹਾਂਜੀ, ਪਰ ਉਹ ਹੈਬਿਟ ਪੈ ਜਾਂਦੀ ਫਿਕਰ ਕਰਨੇ ਦੀ, ਸੋ ਉੱਥੋਂ ਰੋਕਣਾ ਪੈਂਦਾ ਹੈ। ਤੇ ਬਾਕੀ ਆਪਾਂ ਜਿੱਦਾਂ ਦੱਸਿਆ ਵੀ ਡਾਇਟ ਜਿਹੜੀ ਆ, ਤੇ ਤੁਸੀਂ ਕੋਈ ਮਿਰਚਾਂ ਜ਼ਿਆਦਾ ਵਰਤੀ ਜਾਣੀਆਂ, ਹਾਂਜੀ, ਮਸਾਲੇ ਜ਼ਿਆਦਾ ਵਰਤਣੇ, ਉਹਨਾਂ ਨਾਲ ਤੁਹਾਡਾ ਮਿਹਦਾ ਖਰਾਬੇ ਹੋਣਾ, ਡਾਈਜੈਸ਼ਨ ਖਰਾਬੇ ਹੋਣਾ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤੀਆਂ ਨਹੀਂ ਵਰਤਣੀਆਂ ਚਾਹੀਦੀਆਂ। ਤੇ ਜਿਨ੍ਹਾਂ ਦਾ ਪ੍ਰੋਬਲਮ ਆ ਚੁੱਕਾ ਆ ਉਹਨਾਂ ਨੂੰ ਫਿਰ ਬਹੁਤ ਹੀ ਜ਼ਿਆਦਾ ਇਹ ਬੰਦ ਕਰਨੀਆਂ ਪੈਂਦੀਆਂ, ਜਾਂ ਬਹੁਤ ਹੀ ਜ਼ਿਆਦਾ ਕੰਮ ਰੱਖਣੀਆਂ ਪੈਂਦੀਆਂ, ਤੇ ਨਾਲ ਦਵਾਈ ਲੈ ਕੇ ਫਿਰ ਠੀਕ ਹੋ ਸਕਦੇ ਆ। ਹਾਂਜੀ, ਤੇ ਬਾਕੀ ਆਪਾਂ ਪਹਿਲਾਂ ਵੀ 1-2 ਵਾਰ ਦੱਸ ਹਟੇ ਹਾਂ ਵੀ ਜਿਹੜੀਆਂ ਤੁਸੀਂ ਵਰਤਦੇ ਆ, ਇਹ ਐਲੂਮੀਨੀਅਮ ਦੇ ਪਤੀਲੇ ਜਾਂ ਨੌਨ ਸਟਿਕ ਜਿਨ੍ਹਾਂ ਦੇ ਵਿੱਚ ਉਹ ਲੱਗਿਆ ਹੁੰਦਾ ਕਾਲਾ ਜਿਹਾ ਕਵਰਿੰਗ, ਵੀ ਇਹਨਾਂ ਦੇ ਨਾਲ ਤੁਹਾਨੂੰ ਨੁਕਸਾਨ ਪਹੁੰਚਦਾ ਕਰਕੇ। ਐਲੂਮੀਨੀਅਮ ਜਿਹੜਾ ਉਹ ਥੋੜ੍ਹਾ ਤੁਹਾਡੇ ਅੰਦਰ ਜਾਂਦਾ ਰਹਿੰਦਾ ਹੈ। ਅਤੇ ਐਲੂਮੀਨੀਅਮ ਇੱਕ ਮੈਟਲ ਆ, ਹੈਵੀ ਮੈਟਲ ਆ, ਅਤੇ ਜਿੱਥੇ ਵੀ ਇਹ ਸਰੀਰ ਵਿੱਚ ਰੁਕ ਜਾਂਦਾ ਉੱਥੇ ਨੁਕਸਾਨ ਕਰਦਾ ਹੈ। ਸੋ ਬਾਉਲਸ ਵਿੱਚ ਰੁਕ ਜਾਏਗਾ, ਕੌਨਸਟੀਪੇਸ਼ਨ ਹੋ ਜਾਊਗੀ, ਅਤੇ ਇਹ ਤੁਹਾਡੇ ਸਾਈਨਸਿਸ ਵਿੱਚ ਰੁਕ ਜਾਏਗਾ, ਅਤੇ ਉੱਥੇ ਤੁਹਾਨੂੰ ਐਲਰਜੀ ਕੋਈ ਨਾ ਕੋਈ ਪੈਦਾ ਹੋ ਜਾਊਗੀ, ਛਿੱਕਾਂ ਆਉਣ ਲੱਗ ਪੈਣਗੀਆਂ। ਅਤੇ ਇਹ ਬ੍ਰੇਨ ਵਿੱਚ ਰੁਕ ਜਾਂਦਾ ਅਤੇ ਐਲਜ਼ਾਈਮਰਸ ਡਿਜ਼ੀਜ਼ ਹੋ ਜਾਂਦੀ ਆ। ਹਾਂਜੀ, ਡਿਮੈਂਸ਼ੀਆ ਹੋ ਜਾਂਦਾ। ਸੋ ਇੱਦਾਂ ਦੀਆਂ ਬਹੁਤ ਹੀ ਚੀਜ਼ਾਂ ਤੁਹਾਨੂੰ ਕੇਅਰਫੁਲ ਹੋਣਾ ਪੈਂਦਾ। ਅਤੇ ਬਾਕੀ ਹੈਵੀ ਮੈਟਲਸ ਜਿਹੜੇ ਆ, ਇਹ ਆਪਾਂ ਇਹ 'ਤੇ ਵੀ ਪ੍ਰੋਗਰਾਮ ਕੀਤਾ ਸੀ ਇੱਕ ਹੈਵੀ ਮੈਟਲਸ 'ਤੇ, ਅਤੇ ਖਾਸ ਕਰਕੇ ਮਰਕਰੀ ਜਿਹੜੀ ਡੈਂਟਲ ਫਿਲਿੰਗਸ ਵਿੱਚ ਪਾਉਂਦੇ ਆ ਨਾ, ਤੁਸੀਂ ਡੈਂਟਿਸਟ ਦੇ ਜਾਂਦੇ ਆ, ਭਰਨਾ ਹੁੰਦਾ ਦੰਦ, ਅਤੇ ਉਹ ਜਿਹੜਾ ਅਮੈਲਗਮ ਲਾਉਂਦੇ ਆ NHS 'ਤੇ, ਉਹਦੇ ਵਿੱਚ ਮਰਕਰੀ ਪਾਈ ਹੁੰਦੀ ਹੈ। ਅਤੇ ਮਰਕਰੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਸਬਸਟੈਂਸ ਆ,
ਤੇ ਤੁਹਾਡੇ ਕਿਤੇ ਵੀ ਬੋਡੀ ਵਿੱਚ ਪਹੁੰਚ ਸਕਦਾ ਹੈ ਉੱਥੋਂ ਡੈਂਟਲ ਫਿਲਿੰਗ ਤੋਂ, ਤੇ ਬਹੁਤ ਹੀ ਨੁਕਸਾਨ ਪਹੁੰਚਾ ਸਕਦਾ ਹੈ। ਸੋ ਜਦੋਂ ਤੁਸੀਂ ਕਦੇ ਫਿਲਿੰਗ ਕਰਾਉਣੀ ਹੁੰਦੀ ਹੈ ਡੈਂਟਿਸਟ ਦੇ, ਤੇ ਤੁਸੀਂ ਉਹਨੂੰ ਕਹਿ ਦਿਓ ਵੀ ਵਾਈਟ ਫਿਲਿੰਗ ਕਰੋ ਮੇਰੇ, ਹਾਂਜੀ, ਬਲੈਕ ਫਿਲਿੰਗ ਨਾ ਕਰਾਓ। ਤੇ ਉਹ ਵਾਈਟ ਫਿਲਿੰਗ ਜਿਹੜੀ ਆ ਉਹ ਪ੍ਰਾਈਵੇਟ ਕਰਾਉਣੀ ਪੈਂਦੀ, ਉਹਦੇ ਉਹ ਪੈਸੇ ਲੈਂਦੇ ਆ, ਪਰ ਉਹਦਾ ਤੁਹਾਨੂੰ ਸਿਹਤ ਲਈ ਮੱਚ ਬੈਟਰ ਆ, ਹਾਂਜੀ। ਤੇ ਉਹ ਪੁਰਾਣੇ ਜਿਹੜੇ ਕਾਲੇ ਫਿਲਿੰਗਸ ਉਹ ਬਹੁਤ ਹੀ ਸਸਤੇ ਪੈਂਦੇ ਆ NHS ਨੂੰ, ਇਸ ਕਰਕੇ ਉਹ ਨੈਸ਼ਨਲ ਹੈਲਥ ਤੇ ਉਹੀ ਮਰਕਰੀ ਵਾਲੇ ਫਿਲਿੰਗ ਲਾਉਂਦੇ ਆ। ਤੇ ਬਾਕੀ ਹੋਰ ਆਪਾਂ ਕਿਹੜਾ ਸਬਜੈਕਟ ਲੈ ਸਕਦੇ ਇਸ ਵੇਲੇ ਜੀ? ਐਕਸਰਸਾਈਜ਼ ਤਾਂ ਆਪਾਂ ਕਰਦੇ ਦੱਸਦੇ ਰਹਿੰਦੇ ਪਏ, ਐਕਸਰਸਾਈਜ਼ ਜ਼ਰੂਰੀ ਚਾਹੀਦੀ ਆ। ਜਿੱਦਾਂ ਤੁਸੀਂ ਡੌਗ ਦਾ ਐਗਜ਼ਾਮਪਲ ਦਿੱਤਾ ਸੀ, ਇਨਸਾਨ ਵੀ ਤਾਂ ਉਹ ਕਰਨਾ ਚਾਹੀਦਾ ਨਾ, ਤੁਰਨ ਫਿਰਨ ਦਾ। ਦੈਟਸ ਰਾਈਟ। ਸੋ ਜੇ ਹੁਣ ਲੋਕਡਾਊਨ ਵਿੱਚ ਲੋਕੀ ਅੰਦਰ ਹੀ ਬੈਠੇ ਰਹੇ, ਉਹਨਾਂ ਦੀ ਕੋਈ ਐਕਸਰਸਾਈਜ਼ ਨਹੀਂ ਹੋਈ, ਤੇ ਉਹ ਜੁਆਇੰਟ ਜਿਹੜੇ ਸਟਿਫ ਹੋ ਜਾਂਦੇ ਆ, ਹਾਂਜੀ। ਸੋ ਥੋੜ੍ਹੀ ਜਿਹੀ ਵਾਕ ਕਰਨਾ, ਥੋੜ੍ਹੀ ਜਿਹੀ ਐਕਸਰਸਾਈਜ਼ ਹਰ ਰੋਜ਼ ਕਰਨੀ ਜ਼ਰੂਰੀ ਆ ਜੀ। ਤੇ ਗਵਰਨਮੈਂਟ ਵੀ ਇਹਦਾ ਰੈਕਮੈਂਡੇਸ਼ਨ ਦਿੰਦੀ ਆ ਵੀ ਤੁਸੀਂ 30 ਮਿੰਟਸ ਐਟਲੀਸਟ 3 ਟਾਈਮਸ ਅ ਡੇ, 3 ਟਾਈਮਸ ਅ ਵੀਕ ਐਕਸਰਸਾਈਜ਼ ਜ਼ਰੂਰ ਕਰੋ, ਹਾਂਜੀ। ਸੋ ਇਹ ਤਾਂ ਹੁਣ ਆਮ ਪਤਾ ਹੈ ਵੀ ਥੋੜ੍ਹੀ ਬਹੁਤੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਆ। ਤੇ ਕਹਿ ਦਿੰਦੇ ਜਿਹੜਾ ਬਹਿ ਗਿਆ ਰਹਿ ਗਿਆ, ਹਾਂਜੀ। ਸੋ ਐਕਸਰਸਾਈਜ਼ ਜ਼ਰੂਰੀ ਆ ਸਿਹਤ ਆਪਣੀ ਪੂਰੀ ਰੱਖਣ ਲਈ। ਤੇ ਹੋਰ ਆਪਾਂ ਡਾਇਟ ਲਈ ਕਹਿ ਸਕਦੇ ਹਾਂ ਵੀ ਜਿਹੜੇ ਜੰਕ ਫੂਡਸ ਆ ਉਹ ਅਵੋਇਡ ਕਰਨੇ ਚਾਹੀਦੇ ਆ, ਹਾਂਜੀ। ਕਿਉਂਕਿ ਐਕਸਪੈਰੀਮੈਂਟ ਵੀ ਕਰ ਹਟੇ ਆ ਵੀ ਕਿਸੇ ਨੂੰ ਉਹਨੇ 3 ਹਫ਼ਤੇ ਲਗਾਤਾਰ 3 ਵੇਲੇ ਜੰਕ ਫੂਡ ਖਿਲਾਇਆ ਜੀ, ਫਾਸਟ ਫੂਡ, ਤੇ ਉਹਨਾਂ ਦੇ 3 ਹਫ਼ਤੇ ਵਿੱਚ ਉਹਨਾਂ ਦੀ ਸਿਹਤ ਇੰਨੀ ਖਰਾਬ ਹੋ ਗਈ ਤੇ ਇਟ ਵਾਸ ਟੈਰੀਬਲ, ਹਾਂਜੀ। ਸੋ ਅੱਜ ਕੱਲ੍ਹ ਬੱਚੇ ਜਿਹੜੇ ਉਹ ਜ਼ਿਆਦਾ ਫਾਸਟ ਫੂਡ ਵੱਲ ਭੱਜਦੇ ਆ। ਚਲੋ ਇੱਕ ਅੱਧੀ ਵਾਰੀ ਕਿਤੇ ਲੈ ਲਿਆ ਕੋਈ ਗੱਲ ਨਹੀਂ, ਕੋਈ ਹਰਜ ਨਹੀਂ, ਹਾਂਜੀ। ਪਰ ਜਿਹੜਾ ਰੈਗੂਲਰ ਫਾਸਟ ਫੂਡ ਖਾਣੇ ਆ ਬਾਹਰੋਂ, ਉਹ ਤੁਹਾਡੇ ਸਿਹਤ ਲਈ ਚੰਗੇ ਨਹੀਂ ਹੈਗੇ, ਹਾਂਜੀ। ਤੇ ਖਾਸ ਕਰਕੇ ਜਿਹੜੇ ਡੀਪ ਫਰਾਈਡ ਫੂਡਸ ਹੁੰਦੇ ਆ, ਹੁਣ ਡੀਪ ਫਰਾਈ ਕਰਦੇ ਆ, ਆਇਲ ਵਿੱਚ ਕਰਦੇ ਆ, ਤੇ ਉਹਦੇ ਨਾਲ ਹੀਟ ਦੇ ਨਾਲ ਉਹ ਸਟਰਕਚਰ ਆਇਲ ਦਾ ਬਦਲ ਜਾਂਦਾ ਹੈ, ਤੇ ਉਹ ਤੁਹਾਡੇ ਅੰਦਰ ਜਾ ਕੇ ਤੁਹਾਡੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਕਰਦਾ ਹੈ, ਹਾਂਜੀ। ਤੇ ਜਿਹੜੀ ਜ਼ਿਆਦਾ ਸ਼ੂਗਰ ਖਾਂਦੇ ਆ ਉਹ ਵੀ ਚੰਗੀ ਨਹੀਂ ਹੈਗੀ, ਹਾਂਜੀ। ਜਿੱਦਾਂ ਆਪਾਂ ਕਹਿੰਦੇ ਪਏ ਕਿਸੇ ਵੇਲੇ ਮਿੱਠੀ ਚੀਜ਼ ਖਾ ਲਈ ਕੋਈ ਹਰਜ ਨਹੀਂ ਹੈਗਾ, ਪਰ ਜਿਹੜੇ ਜ਼ਿਆਦਾ ਹਰ ਰੋਜ਼ ਸ਼ੂਗਰ ਖਾਂਦੇ ਆ, ਚਿੱਟੀ ਸ਼ੂਗਰ ਖਾਸ ਕਰਕੇ ਜਿਹੜੀ ਆ, ਇਹ ਜ਼ਿਆਦਾ ਨੁਕਸਾਨ ਡਾਕਟਰ ਜੀ, ਜੇ ਤੁਸੀਂ ਕੋਈ ਵੀ ਚੀਜ਼ ਖਾ ਲੈ ਮੋਡਰੇਸ਼ਨ ਵਿੱਚ, ਕਦੀ ਨਾ ਕਦੀ ਆਮ ਸ਼ੋਰ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਏਗੀ, ਕਿਉਂਕਿ ਤੁਸੀਂ ਬੜੀ ਦੇਰ ਬਾਅਦ ਖਾਣੀ ਹੈ, ਬੜੀ ਮੋਡਰੇਸ਼ਨ 'ਚ ਖਾਣੇ ਹੋ ਤੁਸੀਂ। ਹਾਂਜੀ, ਹਾਂਜੀ, ਦੈਟਸ ਰਾਈਟ। ਸੋ ਜੇ ਤੁਸੀਂ ਪਿਓਰ ਸ਼ੂਗਰ ਚਾਹ 'ਚ ਘੋਲ ਕੇ ਪੀਂਦੇ ਆ ਨਾ, ਤਾਂ ਉਹਦਾ ਨੁਕਸਾਨ ਹੈਗਾ ਭਾਜੀ, ਹਾਂਜੀ। ਕਿਉਂਕਿ ਉਹ ਸਿੱਧੀ ਤੁਹਾਡੀ ਬਲੱਡ ਸਟਰੀਮ ਜਾਏਗੀ, ਬਿਲਕੁਲ, ਹਾਂਜੀ। ਤੇ ਜੇ ਤੁਸੀਂ ਹੁਣ ਕਿਸੇ ਹੋਰ ਫੂਡ ਵਿੱਚ ਪਾਈਓ ਆ, ਤੇ ਉਹਦੇ ਨਾਲ ਵਿੱਚ ਘੇ ਵੀ ਹੈਗਾ ਆ, ਤਾਂ ਉਹ ਸਲੋਲੀ ਤੁਹਾਡੇ ਅੰਦਰ ਜਾਏਗੀ ਬਲੱਡ ਵਿੱਚ। ਜਦੋਂ ਸਲੋਲੀ ਜਾਂਦੀ ਉਹ ਨੁਕਸਾਨ ਨਹੀਂ ਕਰਦੀ। ਜਦੋਂ ਇੱਕਦਮ ਜਾਂਦੀ ਸਪਾਈਕ ਹੁੰਦਾ ਨਾ, ਤੇ ਫਿਰ ਤੁਹਾਡੀ ਬਾਡੀ ਨੂੰ ਇਨਸੂਲਿਨ ਰਿਲੀਜ਼ ਕਰਨਾ ਪੈਂਦਾ ਹੈ, ਹਾਂਜੀ। ਇਨਸੂਲਿਨ ਰਿਲੀਜ਼ ਕਰਨ ਦਾ ਵਾਰ-ਵਾਰ ਫਿਰ ਸਪਾਈਕ ਹੁੰਦੇ ਰਹਿੰਦੇ ਆ, ਕਿਉਂਕਿ ਇਨਸੂਲਿਨ ਜਿਹੜੀ ਆ ਉਹ ਸ਼ੂਗਰ ਨੂੰ ਇੱਕਦਮ ਡਾਊਨ ਕਰ ਦਿੰਦੀ ਹੈ, ਫਿਰ ਤੁਹਾਡੀ ਬਾਡੀ ਨੂੰ ਹੋਰ ਸ਼ੂਗਰ ਰਿਲੀਜ਼ ਕਰਨੀ ਪੈਂਦੀ ਹੈ। ਸੋ ਜਿਹੜੇ ਅਪ ਐਂਡ ਡਾਊਨ ਜ਼ਿਆਦਾ ਹੁੰਦਾ ਨਾ, ਉਹ ਫਿਰ ਤੁਹਾਡੀਆਂ ਨਾੜਾਂ ਜਿਹੜੀਆਂ ਡੈਮੇਜ ਹੋਣ ਲੱਗ ਪੈਂਦੀਆਂ। ਟਾਈਮ ਬੜੀ ਫਾਸਟ ਜਾ ਰਿਹਾ, ਬੜਾ ਟਾਈਮ ਮੈਨੂੰ ਲੱਗਦਾ 1.5 ਮਿੰਟ ਰਹਿੰਦਾ ਹੈ। ਸ਼ੂਗਰ ਇੱਕ ਇੰਨੀ ਇਫੈਕਟਿਵ ਚੀਜ਼ ਹੈਗੀ ਆ, ਜਿਨ੍ਹਾਂ ਨੂੰ ਮੈਨੂੰ ਪਤਾ, ਜਿਨ੍ਹਾਂ ਦੀ ਸ਼ੂਗਰ ਲੋ ਹੁੰਦੀ ਹੈ ਨਾ, ਅਗਰ ਉਹ ਕੁਝ ਇਮੀਡੀਏਟਲੀ ਜਿੱਦਾਂ ਫਿਜ਼ੀ ਡਰਿੰਕ ਜਾਂ ਕੋਈ ਪੀ ਲੈਣ ਨਾ, ਉਹ ਇੱਕਦਮ ਉਹਨੂੰ ਸ਼ੂਗਰ ਨੂੰ ਰਾਈਜ਼ ਕਰ ਦਿੰਦਾ ਵਿਦਨ ਫਿਊ ਸੈਕਿੰਡਸ। ਦੈਟਸ ਰਾਈਟ। ਸੋ ਇਸੇ ਕਰਕੇ ਇਹਦਾ ਖਤਰਾ ਵੀ ਹੈਗਾ, ਖਤਰਾ ਵੀ ਹੋਈ ਨਾ। ਜਿਨ੍ਹਾਂ ਦੀ ਸ਼ੂਗਰ ਲੋ ਰਹਿੰਦੀ ਆ, ਠੀਕ ਹੈ, ਉਹਨਾਂ ਨੂੰ ਅਪ ਕਰਨੀ ਪੈਂਦੀ, ਦੈਟਸ ਗੁੱਡ। ਉਹ ਫਿਜ਼ੀ ਡਰਿੰਕ, ਸ਼ੂਗਰੀ ਡਰਿੰਕ ਲੈ ਲੈਂਦੇ ਆ, ਤੇ ਠੀਕ ਹੋ ਜਾਂਦਾ ਉਹਨਾਂ ਨੂੰ ਟੈਂਪਰੇਰੀਲੀ। ਪਰ ਜਿਹੜੇ ਤੰਦਰੁਸਤ ਹੈਗੇ, ਉਹ ਜ਼ਿਆਦਾ ਸ਼ੂਗਰ ਵਰਤਦੇ, ਉਹਨਾਂ ਲਈ ਬਹੁਤ ਹੀ ਮਾੜੀ ਚੀਜ਼ ਆ ਇਹ, ਹਾਂਜੀ। ਇਹ ਤੇ ਆਪਾਂ ਪ੍ਰੋਗਰਾਮ ਵੀ ਪੂਰਾ ਕੀਤਾ ਸੀ, ਹਾਂਜੀ। ਇਹ ਵਾਈਟ ਪੋਇਜ਼ਨ ਆ ਇੱਕ, ਹਾਂਜੀ, ਦੈਟਸ ਰਾਈਟ। ਸੋ ਇੱਦਾਂ ਦੀ ਸ਼ੂਗਰ ਜਿਹੜੀ ਆ ਉਹ ਤੋਂ ਪਰਹੇਜ਼ ਕਰਨਾ ਚਾਹੀਦਾ। ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਫੰਕਸ਼ਨਾਂ 'ਤੇ ਜਾਂਦੇ ਆ, ਵਿਆਹ ਸ਼ਾਦੀਆਂ 'ਤੇ, ਪਾਰਟੀਆਂ 'ਤੇ, ਤੇ ਉੱਥੇ ਤਕਰੀਬਨ ਜਿਹੜਾ ਹੁੰਦਾ ਫਾਸਟ ਫੂਡ ਹੀ ਹੁੰਦਾ। ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਟਾਈਮ ਬੜੀ ਫਾਸਟ ਗਿਆ। ਮੈਂ ਹਮੇਸ਼ਾ ਕਹਿਣ ਦਾ ਉਮੀਦ ਰੱਖਦਾ ਤੁਹਾਨੂੰ ਸ਼ੋਅ ਅੱਛਾ ਲੱਗਿਆ। ਕਿਸੇ ਵੀ ਤਰ੍ਹਾਂ ਦੇ ਮੁੱਦੇ 'ਤੇ ਤੁਸੀਂ ਚਾਹੁੰਦੇ ਅਸੀਂ ਗੱਲ ਕਰੀਏ, ਮੈਨੂੰ ਥੋੜ੍ਹਾ ਜਿਹਾ ਪਹਿਲਾਂ ਦੱਸਦਾ ਕਰੋ ਸ਼ੋਅ ਤੋਂ 1-2 ਦਿਨ, ਤਾਂ ਕਿ ਮੈਂ ਡਾਕਟਰ ਜੀ ਨੂੰ ਪਹਿਲਾਂ ਐਡਵਾਈਸ ਕਰਾਂ ਅਤੇ ਉਹਦੇ ਪ੍ਰੈਪਰੇਸ਼ਨ ਕਰਕੇ ਅਸੀਂ ਇਨ ਡਿਟੇਲ ਉਹਦੇ ਬਾਰੇ ਗੱਲ ਕਰੀਏ। ਹਰ ਦਫਾ ਕੋਸ਼ਿਸ਼ ਹੁੰਦੀ ਹੈ, ਜਦੋਂ ਵੀ ਤੁਸੀਂ ਦੁਆ ਕਰਦੇ ਹੋ ਬੜਾ ਅੱਛਾ ਲੱਗਦਾ ਹੈ। ਅਕਾਲ ਚੈਨਲ ਨੂੰ ਹਮੇਸ਼ਾ ਸਪੋਰਟ ਕਰੋ, ਕਿਉਂਕਿ ਹਰ ਤਰ੍ਹਾਂ ਦੇ ਡਿਫਰੈਂਟ ਪ੍ਰੈਜ਼ੈਂਟਰ ਡਿਫਰੈਂਟ ਪ੍ਰੋਗਰਾਮ ਲੈ ਕੇ ਆਉਂਦੇ ਨੇ, ਬੜੇ ਫਾਇਦੇਮੰਦ ਹੁੰਦੇ ਨੇ, ਬੜੇ ਐਜੂਕੇਸ਼ਨਲ ਹੁੰਦੇ ਨੇ, ਸਾਰਾ ਇਨਫੋਰਮੇਟਿਵ ਹੁੰਦੇ ਨੇ। ਸਾਡੀ ਕੋਸ਼ਿਸ਼, ਮੇਰੀ ਪਰਸਨਲੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਦਾ ਵੀ ਭਲਾ ਹੋ ਸਕੇ, ਕਿਸੇ ਦੀ ਸਿਹਤ ਬਣ ਸਕੇ, ਕਿਸੇ ਦੇ ਜਿਸਮ 'ਤੇ ਸਮਾਈਲ ਆ ਸਕੇ।
ਅਗਲੇ ਵੀਕ ਫਿਰ ਸੇਮ ਟਾਈਮ ਤੋਂ ਮੁਲਾਕਾਤ ਹੋਏਗੀ। ਆਪਾਂ ਫਤਿਹ ਬੁਲਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।